ਸਾਰਿਆਂ ਆਪਾਂ ਛਕੇ ਆ ਪ੍ਰਸ਼ਾਦੇ। ਕਿਸੇ ਨੇ ਥੋੜ੍ਹੇ ਤੇ ਕਿਸੇ ਨੇ ਜ਼ਿਆਦੇ। ਹਾਂਜੀ, ਟਾਈਮ ਉਹਨਾਂ ਦੇ ਦਿੱਤਾ, ਪਰ ਤੁਸੀਂ ਦੱਸੋ ਤੁਹਾਡੇ ਕੀ ਇਰਾਦੇ? ਗੁਰੂ ਦੀ ਗੱਲ ਕਰੀਏ ਕਿ ਨੀਂਦ ਆਉਂਦੀ ਜ਼ਿਆਦੇ? ਭਾਈ ਸਾਹਿਬ ਹੋਣਾ ਤੋਂ ਅਸੀਂ ਸੁਣ ਕੇ ਸਿੱਖੇ ਵੀ ਨਹੀਂ ਕਹਿ ਸਕਦੇ ਜੀ। ਅਸਲ ਦੇ ਵਿੱਚ ਨਾ ਤਾਂ ਦਾਸ ਕੋਈ ਬੁਲਾਰਾ ਹੈ ਅਤੇ ਨਾ ਹੀ ਸਾਡੇ ਕੋਲ ਕੋਈ ਸਿੱਖਿਆ ਵਿਦਿਆ ਹੈ। ਬਜ਼ੁਰਗਾਂ ਨੇ ਕਿਹਾ ਕਿ ਬੁੱਢਾ ਸਿਰ ਖਾਂਦਾ ਹੈ। ਮਹਾਰਾਜ ਕਿਰਪਾ ਕਰਨ ਇੱਥੇ ਜਿੰਨੇ ਬੈਠੇ ਸਾਰੇ ਇੱਦਾਂ ਦੇ ਬੁੱਢੇ ਹੋਣ, ਅੱਜ ਨਹੀਂ ਸਮਾਂ ਪਾ ਕੇ ਇੱਦਾਂ ਦੇ ਬੁੱਢੇ ਹੋਣ, ਆਪੋ ਆਪਣੇ ਥਾਂ ਪ੍ਰਚਾਰਕ ਬਣਨ। ਕਿਉਂਕਿ ਸਾਡਾ ਇੱਕ ਗੱਲ ਸਾਡੇ ਮਾਈਂਡ ਵਿੱਚ ਵੀ ਬਹੁਤ ਕਲੀਅਰ ਹੈ ਕਿ ਪ੍ਰਚਾਰਕ ਕਿਰਤੀ ਹੋਣਾ ਚਾਹੀਦਾ ਹੈ, ਜਿਹੜਾ ਨਾਲ ਕਿਰਤ ਵੀ ਕਰੇ ਅਤੇ ਨਾਲ ਉਹਦੇ ਅੰਦਰ ਦਰਦ ਵੀ ਹੋਵੇ। ਸਿਰਫ ਪ੍ਰਚਾਰਕ ਉਹ ਨਹੀਂ ਹੋਣਾ ਚਾਹੀਦਾ ਜਿਸ ਨੇ ਇੱਕ ਡੀਲ ਕਰ ਲਈ ਹੈ 10 20 30 ਹਜ਼ਾਰ ਦੀ ਅਤੇ ਆਣ ਕੇ ਉਹ ਝੂਠੀਆਂ ਗੱਲਾਂ ਸੁਣਾ ਗਿਆ। ਗੁਰੂ ਦੀਆਂ ਗੱਲਾਂ ਝੂਠੀਆਂ ਨਹੀਂ ਆ, ਪਰ ਉਹਦੇ ਅੰਦਰ ਝੂਠੀਆਂ। ਇਹ ਸਾਡੇ ਐਕਸਪੀਰੀਅੰਸ ਤੋਂ ਅਸੀਂ ਬੋਲਦੇ ਹਾਂ। ਮੈਨੂੰ ਲੱਗਦਾ ਕਿ ਭਾਈ ਸਾਹਿਬ ਹੋਣੀ ਜਾਂ ਸਿਆਣੇ ਸੁਹਿਰਦ ਸਿੱਖ ਜਿਹੜੇ ਆ ਉਹ ਸਹਿਮਤ ਹੋਣਗੇ। ਬਾਕੀ ਅਸੀਂ ਕੀ ਬੋਲਣਾ ਜੀ, ਸਾਨੂੰ ਤਾਂ ਕੁਛ ਆਉਂਦਾ ਨਹੀਂ ਹੈ, ਪਰ ਗੁਰੂ ਸਾਹਿਬ ਨੇ ਆਪ ਜੀ ਦੇ ਸਾਹਮਣੇ ਖੜਾ ਕਰ ਦਿੱਤਾ ਹੈ। ਕੁਛ ਨਾ ਕੁਛ ਜੋ ਵੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਰਪਾ ਬਹੁਤ ਹੈ ਸਾਰੀ ਸੰਗਤ ਦੇ ਵਿੱਚ। ਕੱਲ੍ਹ ਸਵੇਰ ਤੋਂ ਹੁਣ 24 ਘੰਟੇ ਹੋ ਗਏ ਆਪਾਂ ਨੂੰ ਇਕੱਠਿਆਂ ਨੂੰ, ਅਤੇ ਮੈਨੂੰ ਐਸੀ ਕੋਈ ਗੱਲ ਨਹੀਂ ਲੱਗਦੀ ਕਿ ਜਿਹਨੂੰ ਮੈਨੂੰ ਆਉਂਦੀ ਹੋਵੇ ਅਤੇ ਤੁਹਾਨੂੰ ਨਾ ਆਉਂਦੀ ਹੋਵੇ। ਸਿਖਾਈਏ ਤਾਂ ਅਸੀਂ ਤੁਹਾਨੂੰ ਉਹੀ ਚੀਜ਼ ਨਾ ਜਿਹੜੀ ਮੈਨੂੰ ਲੱਗੇ ਕਿ ਮੈਨੂੰ ਆਉਂਦੀ ਹੈ ਅਤੇ ਤੁਹਾਨੂੰ ਨਹੀਂ ਆਉਂਦੀ। ਇੱਥੇ ਜਿਹੜੇ ਸਾਰੇ ਬੈਠੇ ਹਨ, ਚਾਹੇ ਵੱਡੇ ਹਨ ਛੋਟੇ ਹਨ, ਬਹੁਤ ਹੁਸ਼ਿਆਰ ਹਨ ਗੁਰਮਤ ਪੱਖੋਂ ਵੀ। ਪਰ ਚਲੋ ਗੁਰੂ ਸਾਹਿਬ ਕਿਰਪਾ ਕਰਨ। ਜਿਹੜੀਆਂ ਗੱਲਾਂ ਭਾਈ ਸਾਹਿਬ ਕਰ ਰਹੇ ਸਨ ਨਾ, ਇਹ ਕਰ ਰਹੇ ਸਨ, ਇਹਨਾਂ ਦੀਆਂ ਇਹ ਗੱਲਾਂ ਸਨ ਔਰ ਇਹ ਸਿਰੇ ਦੀਆਂ ਗੱਲਾਂ ਸਨ। ਇੱਕ ਪੰਜਾਬੀ ਦੀ ਕਹਾਵਤ ਹੈ, 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ। ਗੰਢ ਭਾਈ ਸਿਰੇ 'ਤੇ ਉਹੀ ਆ, ਨਾਮ ਜਪਣਾ। ਹੁਣ ਨਾਮ ਜਪਣਾ ਕੀ ਹੈ? ਆਪਾਂ ਨੂੰ ਗੁਰੂ ਮੰਤਰ ਅਤੇ ਮੂਲ ਮੰਤਰ ਮਿਲਿਆ ਹੈ। ਮੂਲ ਮੰਤਰ ਦਾ ਵੀ ਜਾਪ ਤੁਸੀਂ ਕਰ ਲਓ, ਗੁਰ ਮੰਤਰ ਦਾ ਵੀ ਜਾਪ ਕਰ ਲਓ। ਮੈਨੂੰ ਲੱਗਦਾ ਹੋਰ ਮੈਨੂੰ ਪ੍ਰੋੜਤਾ ਕਰਨ ਦੀ ਲੋੜ ਨਹੀਂ। ਜੇ ਅਸੀਂ 1.5 ਘੰਟਾ ਸੁਣ ਕੇ ਭਾਈ ਸਾਹਿਬ ਕੋਲ ਨਹੀਂ ਨਾ ਜਪਣਾ, ਫਿਰ ਅਸੀਂ ਹੋਰ 1.5 ਘੰਟੇ ਭਾਵੇਂ 100 ਘੰਟੇ ਵੀ ਸੁਣ ਲਈਏ, ਸ਼ਾਇਦ ਅਸੀਂ ਨਹੀਂ ਜਪਾਂਗੇ। ਕਿਉਂਕਿ ਕਈ ਵਾਰ ਅਸੀਂ ਸਮਾਗਮਾਂ 'ਚ, ਇੱਥੇ ਹੀ ਨਹੀਂ ਕੈਂਪਸ ਸਮਾਗਮ 'ਚ ਆਉਂਦੇ ਰਹਿੰਦੇ ਹਾਂ, ਪਰ ਸਾਡੇ ਵਿੱਚ ਚੇਂਜ ਨਹੀਂ ਆਉਂਦੀ। ਸਾਡੇ ਵਿੱਚ ਚੇਂਜ ਨਹੀਂ ਆਉਂਦੀ। ਚੇਂਜ ਇਜ਼ ਮਸਟ। ਜੇਕਰ ਚੇਂਜ ਨਹੀਂ ਨਾ ਆਉਂਦੀ, ਫਿਰ ਉਹ ਸਮਝ ਲਓ ਕਿ ਅਸੀਂ ਪੱਥਰ ਹੋ ਗਏ ਹਾਂ। ਹੁਣ ਪੱਥਰ ਫਿਰ ਇੱਕੋ ਜਿੱਦਾਂ ਜਿੱਥੇ ਪਿਆ ਹੁੰਦਾ ਨਾ, ਉੱਥੇ ਫਿਰ ਲੰਮਾ ਹੀ ਸਮਾਂ ਪਿਆ ਰਹਿੰਦਾ। ਮਾਫ਼ ਕਰਨਾ, ਕਈ ਵਾਰੀ ਥੋੜ੍ਹੀ ਜਿਹੀ ਸਮਝਾਉਣ ਦੀ ਖਾਤਰ ਨੁਕਤਾਚੀਨੀ ਦੀ ਗੱਲ ਕਰਨੀ ਪੈਂਦੀ ਹੈ। ਹਰ ਪਿੰਡ ਦੇ ਵਿੱਚ ਸੁਖਮਣੀ ਸਾਹਿਬ ਸੁਸਾਇਟੀ ਹੁੰਦੀ ਹੈ, ਹਰ ਸ਼ਹਿਰ ਦੇ ਵਿੱਚ ਹੁੰਦੀ ਹੈ, ਔਰ ਬੀਬੀਆਂ ਦੀ ਯੂਜਲੀ ਹੁੰਦੀ ਹੈ। ਔਰ ਉਹ ਬੀਬੀਆਂ ਵੀਕਲੀ ਸੁਖਮਣੀ ਸਾਹਿਬ ਕਰਦੀਆਂ ਹਨ। ਸ਼ਹਿਰਾਂ ਦੇ ਵਿੱਚ ਹੋਣ ਤਾਂ ਉਹ ਡੇਲੀ ਵੀ ਹੋ ਜਾਂਦਾ ਹੈ, ਡੇਲੀ ਸੁਖਮਣੀ ਸਾਹਿਬ। ਔਰ ਜੇ ਤੁਸੀਂ ਉਹਨਾਂ ਨੂੰ ਮਿਲੋਗੇ ਨਾ ਤਾਂ ਉਹਨਾਂ ਨੂੰ ਪੁੱਛੋਗੇ, ਉਹ ਕਹਿੰਦੇ ਕਿ 40 ਸਾਲ ਹੋ ਗਏ ਸਾਨੂੰ ਇਹ ਸੁਖਮਣੀ ਸਾਹਿਬ ਸੁਸਾਇਟੀ ਸੁਖਮਣੀ ਸਾਹਿਬ ਕਰਦਿਆਂ, ਪਰ ਉਹਨਾਂ ਦੇ ਜੀਵਨ ਦੇ ਵਿੱਚ ਗੁਰਮਤ ਦਾ ਪਿਆਰ ਨਹੀਂ ਹੁੰਦਾ। ਜੇ ਨਾ ਹੋਵੇ ਫਿਰ ਦੇਰ ਇਜ਼ ਅ ਫੇਲੀਅਰ। ਹੁਣ ਬਾਣੀ ਦੇ ਵਿੱਚ ਕੋਈ ਕਮੀ ਨਹੀਂ ਆ, ਜਾਂ ਤਾਂ ਅਸੀਂ ਬਾਣੀ 'ਚ ਕਮੀ ਕੱਢਾਂਗੇ। ਦੇਖੋ, ਇੱਕ ਟੀਚਰ ਹੈ, ਇੱਕ ਸਟੂਡੈਂਟ ਹੈ। ਟੀਚਰ ਤਾਂ ਟੀਚਰ ਹੈ, ਸਟੂਡੈਂਟ ਫੇਲ ਹੋ ਗਿਆ। ਹੁਣ ਗਲਤੀ ਕਿਹਦੀ ਕੱਢੋਗੇ? ਜਿਹੜਾ ਫਿਰ ਸਿਆਣਾ ਸਟੂਡੈਂਟ ਹੁੰਦਾ ਨਾ, ਉਹ ਫਿਰ ਟੀਚਰ ਦੀ ਗਲਤੀ ਕੱਢਦਾ ਹੈ। ਉਹ ਕਹਿੰਦਾ ਜੀ ਟੀਚਰ ਨੇ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ। ਇੱਥੇ ਹੁਣ ਟੀਚਰ ਸਾਡੇ ਗੁਰੂ ਸਾਹਿਬ ਹਨ। ਹੁਣ ਇਹ ਫਿਰ ਸਾਡੇ ਕੋਲ ਇੱਥੇ ਵੀ ਆਪਸ਼ਨ ਇਹੀ ਰਹਿ ਜਾਂਦੀ ਹੈ, ਜਦੋਂ ਕਿ ਸੁਖਮਣੀ ਸਾਹਿਬ, ਦੇਖੋ ਸੁਖਮਣੀ ਸਾਹਿਬ ਨਿਤਨੇਮ ਦੀ ਬਾਣੀ ਨਹੀਂ ਹੈ। ਨਿਤਨੇਮ ਦੀਆਂ ਆਪਾਂ ਨੂੰ 5 ਬਾਣੀਆਂ, ਰਹਿਰਾਸ ਸਾਹਿਬ ਅਤੇ ਸੋਹਿਲਾ ਸਾਹਿਬ ਹਨ, ਇਹ ਕਲੀਅਰ ਹੈ ਗੱਲ। ਉਸ ਤੋਂ ਬਾਅਦ 'ਚ ਦੇਖੋ ਗੁਰਸਿੱਖ ਕਿੰਨਾ ਕੁ ਬਾਣੀ ਨੂੰ ਪਿਆਰ ਕਰਦੇ। ਆਸਾ ਦੀ ਵਾਰ, ਸੁਖਮਣੀ ਸਾਹਿਬ, ਬਾਣੀਆਂ ਦਾ ਅੰਤ ਨਹੀਂ ਹੈ। ਦਸਮ ਪਿਤਾ ਦੀਆਂ ਵੀ ਬਾਣੀਆਂ ਬੜੀ ਰੀਝ ਦੇ ਨਾਲ ਪੜ੍ਹਦੇ ਹਨ, ਕਿਉਂਕਿ ਉਹਨਾਂ ਦੇ ਅੰਦਰ ਇਹ ਗੁਰਬਾਣੀ ਦਾ ਪਿਆਰ ਪੈਦਾ ਹੋ ਗਿਆ।
ਮਾਫ਼ ਕਰਨਾ, ਮੈਂ ਬਾਅਦ 'ਚ ਪੁੱਛਣਾ ਸੀ, ਮੈਨੂੰ ਦੱਸਿਆ ਨਹੀਂ ਮੈਂ ਕਿੰਨਾ ਸਮਾਂ ਬੋਲਣਾ, ਮੈਂ ਟਾਈਮ ਦੇਖ ਲਵਾਂ ਫਿਰ ਨਾ। ਠੀਕ ਹੈ ਜੀ, ਦੱਸਿਆ ਉਦੋਂ ਤੁਸੀਂ ਟ੍ਰੇਨ ਖਿਲਾਰਨ ਦੀ ਜੋ ਕੋਸ਼ਿਸ਼ ਕੀਤੀ ਉਦੋਂ ਇੰਜਨ ਨਹੀਂ ਜੇ ਖਲੋਣਾ ਫਿਰ ਆਲ ਆਫ ਸਡਨ ਐਵੇਂ ਤੁਹਾਨੂੰ ਕਹੀਏ ਕਿਉਂਕਿ ਇੱਥੋਂ ਬ੍ਰੇਕ ਪਿੱਛੋਂ ਲਾਉਣੀ ਪੈਂਦੀ ਹੁੰਦੀ ਆ ਹੌਲੀ ਹੌਲੀ। ਚਲੋ ਗੁਰੂ ਸਾਹਿਬ ਕਿਰਪਾ ਕਰਨ, ਤੁਹਾਨੂੰ ਥੋੜ੍ਹਾ ਜਿਹਾ ਹਸਾਏ ਤਾਂ ਹੀ ਰਹੇ ਵੀ ਤੁਸੀਂ ਸੌਂ ਨਾ ਜਾਇਓ। ਜੇ ਕਿਸੇ ਨੇ ਸੌਣਾ ਹੋਇਆ ਕੁਛ ਕੰਬਲ ਹੈਗੇ ਪਿੱਛੇ, ਨਹੀਂ ਤਾਂ ਸਾਨੂੰ ਦੱਸ ਦਿਓ, ਸਰਾਣੇ ਅਸੀਂ ਕਮਰਿਆਂ 'ਚ ਮੰਗਾ ਦਾਂਗੇ। ਠੀਕ ਹੈ ਜੀ। ਦੇਖੋ ਪਹਿਲੀ ਤਾਂ ਗੱਲ, ਅਸੀਂ ਬੁਲਾਰੇ ਨਹੀਂ, ਫਿਰ ਬੁਲਾਰਾ ਕੋਈ ਕਿੰਨਾ ਵੀ ਵੱਡਾ ਹੋਵੇ ਨਾ, ਉਹਦੀ ਇੱਜ਼ਤ ਸਰੋਤਿਆਂ ਦੇ ਹੱਥ ਹੁੰਦੀ ਹੈ। ਜੇ ਤੁਸੀਂ ਸੌਂ ਗਏ, ਤੁਸੀਂ ਸਮਝ ਗਏ ਗੱਲ ਸਾਰੇ ਜੇ ਤੁਸੀਂ ਸੌਂ ਗਏ ਨਾ ਫਿਰ ਬਹੁਤ ਔਖਾ ਹੋ ਜਾਣਾ ਮੇਰੇ ਲਈ ਵੀ ਇੱਥੇ 2 ਦਿਨ ਹੋਰ ਰਹਿਣਾ। ਠੀਕ ਹੈ, ਚਲੋ ਗੁਰੂ ਸਾਹਿਬ ਕਿਰਪਾ ਕਰਨ। ਦੇਖੋ ਜੀ, ਗੱਲਾਂ ਗੁਰਬਾਣੀ ਦੀਆਂ ਹੋਈਆਂ ਸਾਰੀਆਂ। ਜੇ ਇੱਕ ਪੰਕਤੀ ਭਾਈ ਸਾਹਿਬ ਆਪਣੇ ਕੋਲੋਂ ਬੋਲਦੇ ਸਨ ਨਾ, ਇੱਕ ਗੁਰਬਾਣੀ ਦੀ ਪੰਕਤੀ ਸੀ। ਕਿਉਂ ਜੀ? ਠੀਕ ਹੈ, ਜਿਹੜੀ ਗੁਰਬਾਣੀ ਦੀ ਪੰਕਤੀ ਆ ਉਹ ਅਲਟੀਮੇਟ ਸੱਚ ਹੈ, ਉਸ ਤੋਂ ਅੱਗੇ ਕੁਛ ਨਹੀਂ ਹੈ। ਹਾਂ, ਜਦੋਂ ਅਸੀਂ ਆਪਣੇ ਕੋਲੋਂ ਉਹਦੀ ਕੋਈ ਵਿਚਾਰ ਕਰ ਰਹੇ ਹਾਂ ਉਦੋਂ ਅਸੀਂ ਕੋਈ ਵੱਧ ਘੱਟ ਅੱਖਰ ਬੋਲ ਸਕਦੇ ਹਾਂ। ਠੀਕ ਹੈ ਜੀ। ਜਿਹੜੀ ਗੱਲ ਉਹਨਾਂ ਨੇ ਕਰ ਦਿੱਤੀ ਉਹ ਸਿਰੇ ਦੀ ਹੈ। ਤੇ ਆਪਾਂ ਆਏ ਕਿੱਥੇ ਹਾਂ ਜੀ? ਹੁਣ ਆਪਾਂ ਆਏ ਕਿੱਥੇ ਹਾਂ? ਖਾਲਸਾ ਕੈਂਪ। ਸੋ ਇਹ ਸਾਡਾ ਮਿਸ਼ਨ ਹੈ, ਕੈਂਪ ਮਿਸ਼ਨ ਨਹੀਂ ਹੈ, ਖਾਲਸਾ ਬਣਨਾ ਸਾਡਾ ਮਿਸ਼ਨ ਹੈ। ਚਾਹੇ ਉਮਰ ਸਾਡੀ ਇੱਥੇ 15 ਸਾਲ ਵਾਲੇ ਬੈਠੇ ਆ, ਚਾਹੇ 20 ਵਾਲੇ, 30 ਵਾਲੇ, ਕੋਈ 50 ਵਾਲੇ, ਜੋ ਵੀ ਸਾਡੀ ਉਮਰ ਹੈ ਉਹ ਮੈਟਰ ਨਹੀਂ ਕਰਦਾ। ਅਸੀਂ ਤੁਰ ਪਏ ਹਾਂ ਉਸ ਰਸਤੇ ਦੇ ਵਿੱਚ। ਬੜੀ ਕੋਈ ਇੱਛਾ ਜਾਗੀ, ਬੜੀ ਕੋਈ ਕਿਰਪਾ ਹੋਈ ਕਿ ਕੋਈ ਚੰਡੀਗੜ੍ਹ, ਕੋਈ ਰਾਜਸਥਾਨ, ਆਈ ਥਿੰਕ ਦਿੱਲੀ, ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਹਨ। ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਹੁਣ ਉਸ ਤੋਂ ਬਾਅਦ 'ਚ ਅਸੀਂ ਇਹ ਸਮਾਂ ਵੇਸਟ ਕਰਕੇ ਚਲਿਆ ਜਾਣਾ, ਜਾਂ ਇੱਥੋਂ ਅਸੀਂ ਕੁਛ ਨਾ ਕੁਛ ਐਸਾ ਸਿੱਖ ਕੇ ਜਾਣਾ ਜਿਹੜਾ ਸਾਡੀ ਲਾਈਫ ਦੇ ਵਿੱਚ ਦੁਬਾਰਾ ਸਾਨੂੰ ਕਿਸੇ ਨੂੰ ਦੱਸਣਾ ਨਾ ਪਵੇ। ਦੇਖੋ ਨਾ, ਹੁਣ ਆਪਾਂ ਕੈਂਪਸ ਵੀ ਅਟੈਂਡ ਕੀਤੇ, ਸਮਾਗਮ ਵੀ ਅੱਗੇ ਅਟੈਂਡ ਕੀਤੇ ਆ। ਜੇ ਅਸੀਂ ਇੱਥੇ ਆਣ ਕੇ 2 ਦਿਨ ਬਹੁਤ ਵਧੀਆ ਇਹਨਾਂ ਗੁਰਸਿੱਖਾਂ 'ਚ ਵਿਚਰਾਂਗੇ ਤੇ ਜਿਵੇਂ ਮਾਫ਼ ਕਰਨਾ, ਅਸੀਂ ਘਰੇ ਜਾ ਕੇ ਕੱਪੜੇ ਇਹ ਉਤਾਰ ਕੇ ਦੂਜੇ ਪਾਉਣੇ ਆ। ਜੇ ਉਦੋਂ ਅਸੀਂ ਇੱਥੋਂ ਦੀ ਮੱਤ ਵੀ ਉਤਾਰ ਕੇ ਫਿਰ ਉਹੀ ਪਾ ਲਈ ਤਾਂ ਫਿਰ ਜਿਹੜਾ ਇੱਥੇ ਆਉਣ ਦਾ ਫਾਇਦਾ ਬਹੁਤਾ ਨਹੀਂ ਹੋਣਾ। ਦੇਖੋ ਨਾ, ਐਜੂਕੇਸ਼ਨ ਲੈਣ ਦਾ ਫਾਇਦਾ, ਆਪਾਂ ਹੁਣ ਸਕੂਲਾਂ 'ਚ ਪੜ੍ਹੇ ਆ, ਕਾਲਜਾਂ 'ਚ ਪੜ੍ਹੇ ਸਾਰੇ ਜਾਣੇ। ਹੁਣ ਇੱਕ ਜਿਹੜਾ ਪੜ੍ਹਿਆ ਬੰਦਾ, ਉਹਦੇ ਤੋਂ ਇੱਕ ਐਕਸਪੈਕਟੇਸ਼ਨ ਹੁੰਦੀ ਕਿ ਉਹ ਕਿਸ ਲੈਵਲ ਦੇ ਉੱਤੇ ਬਿਹੇਵ ਕਰੇਗਾ। ਜੇ ਉਸਨੇ ਉਸੇ ਲੈਵਲ 'ਤੇ ਬਿਹੇਵ ਕਰਨਾ, ਜੇ ਤੇ ਇੱਕ ਨਹੀਂ ਪੜ੍ਹਿਆ ਬੰਦਾ ਕਰ ਰਿਹਾ ਵਾ, ਤੇ ਉਹ ਫਿਰ ਪੜ੍ਹੇ ਦਾ ਫਾਇਦਾ ਕੋਈ ਨਹੀਂ ਉੱਥੇ। ਠੀਕ ਹੈ ਜੀ। ਇਸ ਕਰਕੇ ਅਸੀਂ ਜੇ ਕੈਂਪ 'ਚ ਆਏ ਆ ਨਾ, ਹੁਣ ਜੇ ਤੁਹਾਡੀ ਦੇਖੋ ਜ਼ਿਆਦਾ ਆਏ, ਤੁਹਾਡੇ ਪੇਰੈਂਟਸ ਨਹੀਂ ਆਏ ਨਾਲ, ਤੁਹਾਡੇ ਸਿਬਲਿੰਗਸ ਵੀ ਨਹੀਂ ਆਏ, ਮੋਸਟਲੀ ਤੁਸੀਂ ਇਕੱਲੇ ਇਕੱਲੇ ਆਏ ਆ। ਹੁਣ ਤੁਸੀਂ ਇੱਥੋਂ ਜਾ ਕੇ ਤੁਹਾਡੇ ਬਿਹੇਵੀਅਰ 'ਚ ਕੀ ਡਿਫਰੈਂਸ ਆ, ਉੱਥੋਂ ਉਹਨਾਂ ਨੇ ਨੋਟ ਕਰਨਾ ਕਿ ਕੈਂਪ ਸਕਸੈਸਫੁਲ ਹੋਇਆ ਕਿ ਨਹੀਂ ਹੋਇਆ। ਜੇ ਕੋਈ ਨਿਤਨੇਮ ਨਹੀਂ ਸੀ ਕਰਦਾ, ਉਹਨੂੰ ਨਿਤਨੇਮ ਦੀ ਦਾਤ ਮਿਲ ਗਈ, ਬਹੁਤ ਵਧੀਆ ਗੱਲ ਹੈ। ਕੋਈ ਸਿਮਰਨ ਦੀ ਦਾਤ ਮਿਲ ਗਈ, ਬਹੁਤ ਵਧੀਆ ਗੱਲ ਹੈ। ਕਿਸੇ ਨੂੰ ਬਾਣੇ ਦੀ ਦਾਤ ਮਿਲ ਗਈ, ਕਿਸੇ ਨੂੰ ਬਾਣੀ ਦੀ ਦਾਤ ਮਿਲ ਗਈ, ਨਿਮਰਤਾ ਦੀ ਦਾਤ ਮਿਲ ਗਈ। ਵਿਚਰਨਾ ਕਿੱਦਾਂ ਹੈ ਗੁਰਸਿੱਖਾਂ ਦੇ ਵਿੱਚ, ਬਹੁਤ ਕੁਛ ਹੈ। ਸਿੱਖੀ ਕਹਿ ਦੇਣਾ ਬਹੁਤ ਸੌਖਾ ਹੈ, ਖਾਲਸਾ ਕਹਿਣਾ ਬਹੁਤ ਸੌਖਾ ਹੈ, ਪਰ ਇਹਦਾ ਕੰਸੈਪਟ ਬਹੁਤ ਵੱਡਾ ਹੈ। ਔਰ ਜਿੰਨਾ ਜਿੰਨਾ ਇਹਦੇ ਵਿੱਚ ਅੱਗੇ ਤੁਰੀਏ, ਓਨੀ ਐਕਸਾਈਟਮੈਂਟ ਵੀ ਵੱਧਦੀ ਜਾਂਦੀ ਹੈ, ਇੰਟਰਸਟ ਵੀ ਜ਼ਿਆਦਾ ਵੱਧਦਾ ਜਾਂਦਾ ਹੈ, ਔਰ ਓਨੀ ਇਹ ਖੂਬਸੂਰਤ ਸਿੱਖੀ ਹੋਈ ਜਾਂਦੀ ਹੈ। ਸਿੱਖੋ, ਸਿੱਖੀ ਸਿੱਖੋ, ਸਿੱਖੋ, ਸਿੱਖੀ ਸਿੱਖੋ। ਸਿੱਖੀ ਸਿੱਖ ਕੇ ਆਪਣਾ ਜੀਵਨ ਘੜ ਲਈਦਾ ਵਾ। ਜਿਹੜੀ ਲੱਕੜ ਕਿਤੇ ਲੱਗੀ ਹੁੰਦੀ ਹੈ ਨਾ, ਆਪਣੇ ਘਰਾਂ ਦੇ ਵਿੱਚ ਤੁਹਾਡੇ ਫਰਨੀਚਰ ਲੱਗਾ, ਉਹ ਲੱਕੜ ਇੱਦਾਂ ਦੀ ਨਹੀਂ ਹੈਗੀ ਦਰਖਤਾਂ ਦੀ, ਉਹ ਘੜੀ ਜਾਂਦੀ ਹੈ। ਜਿਉਂਦੇ ਉਹਦੇ ਉੱਤੇ ਰੰਦਾ ਲੱਗਦਾ ਨਾ, ਉਹਦੇ ਵਿੱਚੋਂ ਫਿਰ ਸੋਹਣੀਆਂ ਧਾਰੀਆਂ ਨਿਕਲਦੀਆਂ। ਔਰ ਜਿੰਨੀ ਜਿਹੜੇ ਲੱਕੜ ਦੀ ਕੋਈ ਨੌਲੇਜ ਤੁਹਾਨੂੰ ਬੱਚੇ ਬਹੁਤੇ ਨਹੀਂ ਹੋਣੀ, ਪਤਾ ਤਾਂ ਮੈਨੂੰ ਵੀ ਨਹੀਂ, ਕਹਿ ਹੀ ਰਿਹਾ ਮੈਂ, ਉਹ ਫਿਰ ਕੀਮਤ ਵੱਧ ਜਾਂਦੀ ਹੈ। ਠੀਕ ਹੈ ਜੀ। ਜਿੰਨੀ ਅਸੀਂ ਔਗਣ ਆਪਣੇ ਤਿਆਗ ਦੇਵਾਂਗੇ, ਓਨੀ ਸਾਡੀ ਕੀਮਤ ਵੱਧ ਜਾਣੀ ਹੈ। ਉਸ ਦਰਗਾਹ ਦੇ ਵਿੱਚ ਜਾ ਕੇ ਲੇਖਾ ਡੈਫੀਨੇਟਲੀ ਹੋਣਾ ਹੈ। ਪੜ੍ਹਾਈ ਆਪਾਂ 2 ਤਰ੍ਹਾਂ ਦੀ ਕਰਦੇ ਹਾਂ ਬੱਚਿਓ। ਇੱਕ ਪੜ੍ਹਾਈ ਆਪਾਂ ਇਹ ਕਰਦੇ ਹਾਂ ਕਿ ਓਕੇ, ਜਿਹੜੀ ਮਰਜ਼ੀ ਅਸੀਂ ਕਲਾਸ 'ਚ ਅਸੀਂ ਪੜ੍ਹ ਰਹੇ ਹਾਂ, ਇੱਕ ਸਿਲੇਬਸ ਪੜ੍ਹ ਰਹੇ ਹਾਂ। ਠੀਕ ਹੈ ਜੀ, ਸਿਲੇਬਸ ਪੜ੍ਹ ਰਹੇ ਹਾਂ। ਇੱਕ ਆ ਜਦੋਂ ਤੁਸੀਂ ਕਿਸੇ ਵੀ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਨੀ ਹੁੰਦੀ ਨਾ, ਬੜੀ ਫੋਕਸਡ ਹੁੰਦੀ ਹੈ। ਪਹਿਲਾਂ ਇੱਕ ਤਾਂ ਇਹ ਪੜ੍ਹਾਈ ਇੱਧਰੋਂ ਤੁਸੀਂ ਕਰ ਰਹੇ ਅਤੇ ਪੇਪਰ ਵੱਲ ਨੂੰ ਜਾ ਰਹੇ ਆ। ਸਿਲੇਬਸ ਸ਼ੁਰੂ ਹੋ ਗਿਆ, ਚੈਪਟਰ 1 2 3।
ਇੱਕ ਪਹਿਲਾਂ ਹੀ ਐਗਜ਼ਾਮ ਨੂੰ ਮਨ 'ਚ ਰੱਖ ਕੇ ਬਹੁਤ ਹੀ ਫੋਕਸਡ ਪੜ੍ਹਾਈ ਹੁੰਦੀ ਆ। ਫੋਕਸਡ ਪੜ੍ਹਾਈ ਤੇ ਦੂਜੀ ਦੇ ਵਿੱਚ ਬਹੁਤ ਜ਼ਿਆਦਾ ਵੈਸੇ ਅੰਤਰ ਨਹੀਂ ਹੁੰਦਾ, ਮਿਸ਼ਨ ਇੱਕ ਹੀ ਹੁੰਦਾ, ਪਰ ਫੋਕਸਡ 'ਚ ਇਹ ਹੁੰਦਾ ਕਿ ਜਦੋਂ ਟੀਚਰ ਕਹਿ ਦੇ ਨਾ ਕਿ ਆਹ ਚੀਜ਼ ਤੇਰੇ ਪੇਪਰ 'ਚ ਨਹੀਂ ਆਉਣੀ, ਬੰਦਾ ਉਹਨੂੰ ਛੱਡ ਦਿੰਦਾ ਹੈ। ਉੱਦਾਂ ਦੂਜਾ ਬੰਦਾ ਸਾਰੇ ਸਿਲੇਬਸ 'ਚ ਪੜ੍ਹੀ ਜਾਂਦਾ ਹੈ। ਆਪਾਂ ਫੋਕਸਡ ਹੋਣਾ ਹੈ, ਆਪਾਂ ਉਹ ਕੰਮ ਕਰਨੇ ਆ ਜਿਹਦੇ ਨਾਲ ਗੁਰੂ ਸਾਹਿਬ ਦੇ ਦਰਗਾਹ ਦੇ ਵਿੱਚ ਸਾਨੂੰ ਮਾਰਕਸ ਮਿਲਨੇ ਹਨ। ਆਪਾਂ ਉਹ ਪੜ੍ਹਾਈ ਵੇਖੋ ਨਾ, ਜਿਹੜੀ ਪੇਪਰ 'ਚ ਹੀ ਆਪਾਂ ਕਹਿੰਦੇ ਨਾ ਕਈ ਵਾਰ, ਯਾਰ ਇੰਨੀ ਮੁਸ਼ਕਿਲ ਨਾਲ ਇਹ ਤਿਆਰੀ ਕੀਤੀ ਸੀ, ਪੇਪਰ 'ਚ ਹੀ ਨਹੀਂ ਆਇਆ, ਡਿਸਅਪੁਆਇੰਟ ਹੋ ਜਾਂਦੇ। ਉਹ ਕੰਮ ਕੀਤੇ ਦਾ ਫਾਇਦਾ ਨਹੀਂ ਕੋਈ ਜਿਹਦਾ ਮਾਰਕਸ ਨਹੀਂ ਮਿਲਣਾ ਤੁਹਾਨੂੰ। ਗੁਰਬਾਣੀ ਉਹਨੂੰ ਫੋਕਟ ਕਰਮ ਕਹਿੰਦੀ ਹੈ। ਓਕੇ ਜੀ। ਔਰ ਜਦੋਂ ਅਸੀਂ ਧਰਮ ਦੇ ਵਿੱਚ ਵਿਚਰਦੇ ਹਾਂ ਨਾ, ਅਸਲੀ ਕੰਮ ਦੇ ਨਾਲੋਂ ਫੋਕਟ ਕਰਮ ਜ਼ਿਆਦਾ ਦੇਖਣ ਨੂੰ ਮਿਲਦੇ ਆ। ਚਾਹੇ ਆਪਾਂ ਗੁਰੂ ਅਸਥਾਨਾਂ ਦੇ ਉੱਤੇ ਜਾਈਏ, ਚਾਹੇ ਕਹਿਣ ਨੂੰ ਗੁਰਸਿੱਖਾਂ 'ਚ ਵੀ ਵਿਚਰੀਏ, ਤੱਤ ਦੀ ਗੱਲ ਜਿਹੜੀ ਉਹ ਹੈਗੀ ਨਾਮ ਸਿਮਰਨ ਕਰਨਾ। ਹੁਣ ਕੀ ਤੱਤ ਹੈ? ਮੂਲ ਮੰਤਰ ਤੱਤ ਹੈ, ਗੁਰਮੰਤਰ ਤੱਤ ਹੈ। ਹੁਣ ਦੱਸੋ, ਚਲੋ ਗੁਰਮੰਤਰ ਦਾ ਹੀ ਜਾਪ ਕਰਨਾ ਹੋਵੇ, ਇੱਕ ਅੱਖਰ ਦਾ ਗੁਰੂ ਸਾਹਿਬ ਨੇ ਸਾਨੂੰ ਗੁਰਮੰਤਰ ਦਿੱਤਾ, ਵਾਹਿਗੁਰੂ ਵਾਹਿਗੁਰੂ। ਹੁਣ ਬੈਠ ਕੇ ਜਪੀ ਜਾ ਵਾਹਿਗੁਰੂ। ਫਿਰ ਗੁਰੂ ਸਾਹਿਬ ਨੇ ਸਾਨੂੰ ਇਹ ਇੱਕ ਇੰਨੇ ਪਿਆਰੇ ਸਰੂਪ ਕਿਉਂ ਰਚ ਕੇ ਦਿੱਤੇ? ਕਿਉਂਕਿ ਪਤਾ ਸੀਗਾ ਇਹਨਾਂ ਮੇਰੀ ਗੱਲ ਨਹੀਂ ਮੰਨਣੀ। ਗੁਰੂ ਸਾਹਿਬ ਨੂੰ ਕਿਉਂ ਉਦਾਸੀਆਂ ਕਰਨੀਆਂ ਪਈਆਂ? ਗੁਰੂ ਸਾਹਿਬ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਸ ਵੇਲੇ ਇੰਨੀ ਦੁਨੀਆ 'ਚ ਗਏ, ਇੱਕ ਸਭ ਤੋਂ ਬੈਸਟ ਪੋਸੀਬਲ ਇੱਕ ਮਾਰਬਲ ਖਰੀਦਦੇ, ਉਹਦੇ ਉੱਤੇ ਲਿਖ ਦਿੰਦੇ, ਜਿਹੜਾ ਮੇਰਾ ਸਿੱਖ ਹੈ ਉਹ ਵਾਹਿਗੁਰੂ ਜਪੇ। ਲਿਖ ਦਿੰਦੇ ਜੀ, ਹੁਕਮ ਤੇ ਉਹ ਵੀ ਹੋਣਾ ਸੀ ਨਾ ਗੁਰੂ ਸਾਹਿਬ ਦਾ। ਫਿਰ ਉਹ ਇੱਕ ਥਾਂ ਲਗਾ ਦਿੰਦੇ, ਕਹਿੰਦੇ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਹੋਏਗਾ ਇੱਥੇ ਆਇਆ ਕਰੇ ਤੇ ਉਹ ਪੜ੍ਹ ਲਵੇ ਕਿ ਜਿਹੜਾ ਮੇਰਾ ਸਿੱਖ ਹੈ ਉਹ ਵਾਹਿਗੁਰੂ ਜਪੇ ਤੇ ਅਸੀਂ ਹਾਂ। ਪਰ ਉਹਨਾਂ ਨੂੰ ਪਤਾ ਸੀ ਇਹਨਾਂ ਦਾ ਮਨ ਨਹੀਂ ਮੰਨਣਾ ਇੰਨੀ ਗੱਲ ਦੇ ਉੱਤੇ। ਵੇਖੋ ਨਾ, ਹੁਣ ਗੁਰਬਾਣੀ ਦੀ ਕੱਲੀ ਉਦਾਹਰਨ ਦਿੱਤੀ ਆ, ਕੱਲੀ ਉਦਾਹਰਨ ਦਿੱਤੀ ਗੁਰਬਾਣੀ ਦੇ ਵਿੱਚ। ਗੁਰਬਾਣੀ ਸਾਡਾ ਮਨ ਬਣਾਉਂਦੀ ਹੈ ਸਿਮਰਨ ਵੱਲ ਨੂੰ। ਗੁਰਬਾਣੀ ਉਹ ਮਾਂ ਹੈ ਜਿਹਦੇ ਵਿੱਚੋਂ ਸਿਮਰਨ ਨਿਕਲਦਾ ਹੈ। ਗੁਰਬਾਣੀ ਨੂੰ ਪੜ੍ਹਨਾ, ਇਹ ਗੁਰਸਿੱਖਾਂ ਦੀ ਗੁਰਬਾਣੀ ਦੇ ਨਾਲ ਪ੍ਰੇਮ ਹੋਣਾ, ਇਹ ਸਿਮਰਨ ਦੇ ਨਾਲ ਪ੍ਰੇਮ ਹੋਣਾ, ਇਹ ਗੁਰਸਿੱਖਾਂ ਦੀ ਸੰਗਤ ਵਿੱਚੋਂ ਮਿਲਦਾ ਹੈ। ਸੋ ਗੱਲ ਅਸੀਂ ਕੀਤੀ ਸੀ ਫੋਕਸਡ ਐਗਜ਼ਾਮ ਹੋਣਾ ਹੈ ਜੀ। ਗੁਰਬਾਣੀ ਦਾ ਹੀ ਫਰਮਾਨ ਹੈ, ਹਰ ਬਿਸਰਤ ਸਦਾ ਖੁਆਰੀ। ਹੁਣ ਇਹ ਪੰਕਤੀ ਜਿਹੜੀ ਹੈ ਇੱਦਾਂ ਸਮਝਣ ਦੀ ਖਾਤਰ ਆਪਾਂ ਕਰ ਰਹੇ ਹਾਂ ਜੀ। ਹਰ ਬਿਸਰਤ ਖੁਆਰੀ ਨਹੀਂ ਲਿਖਿਆ, ਸਦਾ ਲਿਖ ਦਿੱਤੀ ਨਾ। ਸਦਾ ਇੱਕ ਵਿਸ਼ੇਸ਼ਣ ਹੈ ਜਿਹੜਾ ਦੱਸ ਰਿਹਾ ਹੈ ਕਿ ਉਹਦੇ ਵਿੱਚ ਕੋਈ ਹੋਰ ਆਪਸ਼ਨ ਹੀ ਨਹੀਂ ਹੈਗੀ। ਹੁਣ ਆਹ ਪਾਸਾ ਆਪਾਂ ਰੱਖ ਲਈਏ ਉਹਨਾਂ ਦਾ, ਤੁਹਾਡਾ ਨਹੀਂ, ਇੱਕ ਸਮਝਣ ਦੀ ਖਾਤਰ ਜਿਹੜੇ ਬਾਣੀ ਪੜ੍ਹਨ ਵਾਲੇ ਹਨ, ਆਹ ਜਿਹੜੇ ਨਹੀਂ ਹਨ। ਓਕੇ ਜੀ। ਜਿਹੜੇ ਬਾਣੀ ਪੜ੍ਹਨ ਵਾਲੇ ਹਨ ਉਹਨਾਂ ਦੀ ਗੱਲ ਨਹੀਂ ਇਹ 'ਚ ਕੀਤੀ। ਵੇਖੋ ਨਾ, ਹਰ ਬਿਸਰਤ ਸਦਾ ਖੁਆਰੀ, ਇਹ 'ਚ ਬਾਣੀ ਪੜ੍ਹਨ ਵਾਲਿਆਂ ਦੀ ਨਹੀਂ ਗੱਲ ਆਈ, ਇਸ ਸਾਈਡ ਵਾਲਿਆਂ ਦੀ ਗੱਲ ਆਈ ਹੈ। ਗੱਲ ਕੀ ਆਈ ਹੈ? ਇੱਧਰਲੇ ਡੈਫੀਨੇਟਲੀ ਖੁਆਰ ਹੋਣੇ ਹੀ ਹੋਣੇ। ਸੋ ਇਨ ਕੇਸ ਵੀ ਆਰ ਇਨ ਦਿਸ ਕੈਟਾਗਰੀ। ਸਾਡੀ ਹੁਣ ਇਹ ਕੋਸ਼ਿਸ਼ ਆ, ਚਾਹੇ ਉਹ ਕੈਂਪ ਦੇ ਰੂਪ 'ਚ ਹੋਵੇ, ਸਮਾਗਮ 'ਚ, ਕਿ ਵੀ ਜੰਪ ਫਰੋਮ ਦਿਸ ਸਾਈਡ ਵੀ ਲੈਂਡ ਔਨ ਦਿਸ ਸਾਈਡ। ਗੱਲ ਸਮਝ ਆ ਗਈ ਜੀ ਵੀਰੋ ਭੈਣੋ? ਨੀਂਦ ਨਹੀਂ ਆਈ ਕਿਸੇ ਨੂੰ? ਹਰ ਬਿਸਰਤ ਸਦਾ ਖੁਆਰੀ। ਹੁਣ ਇਹ ਇੱਧਰਲੇ ਪਾਸੇ ਦੀ ਗੱਲ ਸੀਗੀ। ਫਿਰ ਹੁਣ ਦੂਜੀ ਵੀ ਮਹਾਰਾਜ ਨੇ ਕੀਤੀ ਆ, ਤਾਂ ਕੋ ਧੋਖਾ ਕਹਾਂ ਵਿਆਪੈ। ਉਹ ਹੁਣ ਇੱਧਰਲੇ ਹੋ ਗਏ ਨਾ। ਹੁਣ ਇੱਧਰਲੇ ਜਿਹੜੇ ਹੈ ਨਾ, ਜਿਨ੍ਹਾਂ ਨੂੰ ਉਸ ਵਾਹਿਗੁਰੂ ਦੀ ਓਟ ਹੈ, ਉਹਨਾਂ ਦੇ ਨਾਲ ਧੋਖਾ ਨਹੀਂ ਹੋ ਸਕਦਾ। ਦੇਖੋ, ਓਟ ਮੇਰੀ ਵੀ ਲਈ ਜਾ ਸਕਦੀ, ਓਟ ਹੋਰ ਵੀ ਕਿਸੇ ਸਰੀਰ ਦੀ ਲਈ ਜਾ ਸਕਦੀ ਹੈ। ਰਿਸ਼ਤੇਦਾਰੀਆਂ, ਭੈਣ ਭਰਾਵਾਂ, ਬਹੁਤ ਓਟਾਂ ਲੈਂਦੇ हैं ਜੀਂਦੇ ਹੋਏ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਸੋ ਗੁਰੂ ਸਾਹਿਬ ਨੇ ਕਿਹਾ, ਜਿਨ੍ਹਾਂ ਨੂੰ ਇੱਧਰ ਓਟ ਹੈ ਨਾ ਉਸ ਵਾਹਿਗੁਰੂ ਦੀ, ਉਹਨਾਂ ਦੇ ਨਾਲ ਧੋਖਾ ਨਹੀਂ ਹੋ ਸਕਦਾ। ਇਹ ਇੰਪੋਰਟੈਂਟ ਆ। ਫਿਰ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਅੱਗੇ ਕੀ ਪੰਕਤੀ ਹੈ ਜੀ? ਇੱਧਰਲੇ ਪਾਸੇ ਆ ਗਏ। ਬਿਨ ਸਿਮਰਨ ਜੀਵਨ ਸਾਡਾ ਲੰਘ ਰਿਹਾ ਵਾ, ਪਿੱਛੇ ਵੀ ਲੰਘ ਰਿਹਾ ਸੀ। ਮੇਰੀ 42 ਸਾਲ ਦੀ ਉਮਰ ਹੈ, ਬਾਕੀਆਂ ਜਿੰਨੀ ਉਮਰ ਹੈਗੀ, ਜੀਵਨ ਸਾਡਾ ਲੰਘ ਰਿਹਾ ਸੀ। ਚਾਹੇ ਸਿਮਰਨ ਤੋਂ ਬਿਨਾਂ ਲੰਘ ਰਿਹਾ ਸੀ, ਸਿਮਰਨ ਵੱਲ ਲੰਘ ਰਿਹਾ ਸੀ। ਹੁਣ ਇੱਧਰ ਦੀ ਗੱਲ ਹੈ, ਬਿਨ ਸਿਮਰਨ ਜੋ ਜੀਵਨ, ਟਾਈਮ ਨਿਕਲ ਰਿਹਾ ਵਾ, ਪਰ ਕਿੱਦਾਂ ਦਾ ਟਾਈਮ ਆ? ਸਰਪ ਜੈਸੇ ਅਰਜਾਰੀ। ਸਰਪ ਹੁੰਦਾ ਸੱਪ। ਸੱਪ ਦੀ ਲਾਈਫ ਬਹੁਤ ਲੰਬੀ ਹੁੰਦੀ ਆ। ਰਾਤੀ ਤੇ ਇੱਕ ਦੀ ਇਹਨਾਂ ਨੇ ਕੱਟ ਸ਼ਾਟ ਕਰ ਦਿੱਤੀ ਵੈਸੇ।
ਵੈਸੇ ਸੱਪ ਦੀ ਲਾਈਫ ਬਹੁਤ ਲੰਬੀ ਹੁੰਦੀ ਹੈ। ਸੱਪ ਉਹਦੀ ਲਾਈਫ ਬਹੁਤ ਲੰਬੀ ਹੈ, ਪਰ ਉਹਦੇ ਅੰਦਰ ਕੀ ਪੈਦਾ ਹੁੰਦਾ? ਔਰ ਜ਼ਹਿਰ ਦੇ ਨਾਲ ਹੀ ਉਹ ਤੜਫਦਾ ਰਹਿੰਦਾ। ਜਦੋਂ ਬਹੁਤ ਉਹਦੇ ਅੰਦਰ ਤੜਫਣ ਵੱਧਦੀ, ਫਿਰ ਉਹ ਕਿਸੇ ਪੱਥਰ ਦੇ ਉੱਤੇ ਹੀ ਐਂ ਮਾਰਦਾ ਵਾ ਆਪਣੇ ਡੰਗ। ਤੇ ਯੂ ਡੋਂਟ ਵਾਂਟ ਟੂ ਬੀ ਔਨ ਦੈਟ ਸਪੋਰਟ ਕਿ ਕਿਤੇ ਉਹਨੂੰ ਬਹੁਤ ਗੁੱਸਾ ਚੜਿਆ ਹੋਵੇ ਤੇ ਤੁਸੀਂ ਅੱਗੇ ਆ ਜਾਓ। ਸਮਝੇ ਕਿ ਨਹੀਂ? ਕਿਉਂਕਿ ਜਦੋਂ ਸੱਪ ਡੰਗ ਮਾਰਦਾ ਨਾ, ਜ਼ਰੂਰੀ ਨਹੀਂ ਕਿ ਆਪਣਾ ਜ਼ਹਿਰ ਛੱਡੇ, ਪਰ ਜੇ ਉਹ ਜ਼ਹਿਰ ਛੱਡ ਦੇ ਫਿਰ ਮੁਸ਼ਕਿਲ ਹੋ ਜਾਂਦਾ ਬੰਦੇ ਦਾ ਬਚਣਾ, ਜ਼ਹਿਰੀਲਾ ਸੱਪ ਹੋਵੇ। ਉੱਧਰ ਨਹੀਂ ਅਸੀਂ ਜਾਣਾ, ਅਸੀਂ ਗੁਰਬਾਣੀ ਦੀ ਓਟ ਲਈਏ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਸੋ ਇਹ ਅਸੀਂ ਜੀ ਰਹੇ ਸੀਗੇ ਅੱਗੇ, ਓਕੇ। ਹੋ ਸਕਦਾ ਅਸੀਂ ਅੱਜ ਵੀ ਜੀ ਰਹੇ ਹੋਈਏ। ਇੱਥੇ ਬੈਠ ਗਏ ਹਾਂ ਅਸੀਂ, ਜੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਬਖਸ਼ ਦਿੱਤਾ ਹੈ, ਸਾਨੂੰ ਬਾਣਾ ਬਖਸ਼ ਦੇ ਦਿੱਤਾ, ਇਹਦਾ ਮਤਲਬ ਇਹ ਨਹੀਂ ਕਿ ਮੈਂ ਅੰਦਰੋਂ ਗੁਰਮੁਖ ਹੋ ਗਿਆ। ਅੰਦਰੋਂ ਮੈਂ ਅੱਜ ਵੀ ਮਨਮੁਖ ਹੋ ਸਕਦਾ। ਮੈਂ ਗੁਰੂ ਸਾਹਿਬ ਕੋਲ ਮੱਥਾ ਟੇਕਦਿਆਂ ਹੋਇਆਂ ਵੀ ਮਨਮੁਖ ਹੋ ਸਕਦਾ। ਜੇ ਮੇਰਾ ਗੁਰੂ ਸਾਹਿਬ 'ਤੇ ਵਿਸ਼ਵਾਸ ਨਹੀਂ ਹੈਗਾ, ਪ੍ਰਤੀਤ ਨਹੀਂ ਹੈਗੀ, ਮੈਂ ਗੁਰੂ ਸਾਹਿਬ ਦੀ ਗੋਦ 'ਚ ਬਹਿ ਕੇ ਗੁਰਬਾਣੀ ਪੜ੍ਹਦਾ ਹੋਇਆਂ ਵੀ ਮਨਮੁਖ ਹੋ ਸਕਦਾ, ਜੇ ਮੈਂ ਬਾਣੀ ਪੜ੍ਹਦੇ ਰਿਹਾ ਪਰ ਮੇਰਾ ਉੱਤੇ ਵਿਸ਼ਵਾਸ ਨਹੀਂ ਹੈਗਾ। ਠੀਕ ਹੈ ਜੀ। ਸੋ ਇੱਧਰਲੀ ਕੈਟਾਗਰੀ 'ਚ ਅਸੀਂ ਹੋ ਸਕਦੇ ਹਾਂ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਫਿਰ ਕੀ ਹੁੰਦਾ ਜੀ? ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈਂਗੋ ਹਾਰੀ। ਇੱਥੇ ਬੜੀ ਮੋਦੀ ਹੋਈ ਪਈ ਇਸ ਦੇਸ਼ ਦੇ ਵਿੱਚ। ਅਮਰੀਕਾ 'ਚ ਉਹਨਾਂ ਦੇ ਪ੍ਰੈਜ਼ੀਡੈਂਟ ਦੀ ਬੜੀ ਬੱਲੇ ਬੱਲੇ ਹੁੰਦੀ ਹੈ। ਦੁਨੀਆ ਦੇ ਵਿੱਚ ਇਹਨਾਂ ਦਾ ਨਾਂ ਹੁੰਦਾ, ਚੰਗਾ ਹੋਵੇ ਮਾੜਾ ਹੋਵੇ ਉਹ ਗੱਲ ਨਹੀਂ। ਗੁਰੂ ਸਾਹਿਬ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੈ, ਸਾਰੀ ਦੁਨੀਆ ਦਾ ਰਾਜ ਵੀ ਕਮਾ ਲਵੇਂ, ਸਾਰੀ ਦੁਨੀਆ ਦਾ ਰਾਜਾ ਵੀ ਬਣ ਜਾਵੇਂ। ਅੰਤ ਚਲੈਂਗੋ, ਇੱਧਰ ਹੀ ਰਹਿਣਾ, ਸੌਰੀ, ਅੰਤ ਚਲੈਂਗੋ, ਅਖੀਰ ਦੀ ਬਾਕੀ ਤੇਰੀ ਹਾਰ ਹੋਏਗੀ। ਹੁਣ ਬੱਚਾ ਸਾਰਾ ਹੀ ਸਾਲ ਪੜ੍ਹਦਾ ਰਵੇ, ਪੇਪਰ 'ਚੋਂ ਫੇਲ ਹੋ ਗਿਆ, ਅੰਤ ਚਲੈਂਗੋ ਹਾਰੀ, ਪੇਪਰ 'ਚੋਂ ਫੇਲ ਹੋ ਗਿਆ, ਉਹਦੇ ਪੜ੍ਹਨ ਦੀ ਕੀ ਵੈਲਿਊ ਰਹਿ ਗਈ? ਐਟ ਦਾ ਐਂਡ ਆਫ ਡੇ ਤੁਹਾਡੇ ਸਰਟੀਫਿਕੇਟ ਦੀ ਵੈਲਿਊ ਪੈਣੀ ਨਾ ਅੱਗੇ ਜਾ ਕੇ। ਸੋ ਭਾਈ, ਸਾਰੀ ਦੁਨੀਆ ਦਾ ਰਾਜ ਵੀ ਕਮਾ ਲਵੇ, 60 70 100 ਸਾਲ ਦੀ ਉਮਰ ਕਰ ਲਏਗਾ ਆਪਣੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਉਸ ਤੋਂ ਬਾਅਦ 'ਚ ਜਦੋਂ ਦਰਗਾਹ 'ਚ ਜਾਣਾ ਨਾ, ਉੱਥੇ ਹਾਰ ਜਾਣਾ। ਉਹ ਹਾਰ ਬਹੁਤ ਮਹਿੰਗੀ ਪੈਂਦੀ, ਫਿਰ ਉਹ ਹਾਰ ਬਹੁਤ ਮਹਿੰਗੀ ਪੈਂਦੀ ਹੈ। ਸੋ ਵੀ ਡੋਂਟ ਵਾਂਟ ਟੂ ਬੀ ਔਨ ਦਿਸ ਸਾਈਡ। ਸਮਝ ਰਹੇ ਹਾਂ ਜੀ? ਜੇ ਮੈਨੂੰ ਕੋਈ ਸੌਂਦਾ ਦੇਖ ਪਿਆ ਤੇ ਮੈਂ ਇੱਥੇ ਬੁਲਾ ਲੈਣਾ ਆਪਣੇ ਕੋਲ। ਠੀਕ ਹੈ, ਠੀਕ ਹੈ ਜੀ। ਥੋੜ੍ਹਾ ਹਿੱਲ ਹੁੱਲ ਲਿਆ ਕਰੋ, ਕਿਉਂਕਿ ਪਤਾ ਕਿਉਂ, ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ, ਭਾਈ ਸਾਹਿਬ ਹੁਣਾਂ ਨੇ ਵੀ ਕਾਫੀ ਸਮਾਂ ਲਾਇਆ, ਸਵੇਰ ਦੀ ਵੀ ਸੰਗਤ ਬੈਠੀ ਹੈ, ਸਰੀਰ ਹੈ, ਸਰੀਰ ਥੱਕ ਜਾਂਦੇ ਆ, ਮਨ ਵੀ ਹੈ ਨਾ, ਮਨ ਵੇਖੋ ਇਨਫੋਰਮੇਸ਼ਨ ਇੰਨੀ ਤੁਹਾਨੂੰ ਬੰਬਾਰਡ ਕੀਤੀ ਜਾ ਰਹੀ ਤੁਹਾਡੇ ਉੱਤੇ, ਓਕੇ। ਅਤੇ ਇਹ ਜੇ ਇਨਫੋਰਮੇਸ਼ਨ ਇਫ ਯੂ ਆਰ ਇੰਟਰਸਟਿਡ ਇਨ ਦਿਸ, ਫਿਰ ਇਹ ਤੁਹਾਡੀ ਐਂਟਰਟੇਨਮੈਂਟ ਹੈ। ਪਰ ਜੇ ਤੁਸੀਂ ਥੱਕ ਚੁੱਕੇ ਆ ਜਾਂ ਇਫ ਯੂ ਆਰ ਨਾਟ ਇੰਟਰਸਟਿਡ ਇਨ ਦਿਸ, ਫਿਰ ਇਸ ਤੋਂ ਬੋਰਿੰਗ ਕੰਮ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਸਿਲ ਜੋਗ ਲੂਣੀ ਚੱਟੀਏ ਦੀ ਗੱਲ ਕੀਤੀ ਸੀ। ਉਹ ਸਿਮਰਨ ਕਿਸੇ ਵਾਸਤੇ ਇਸ ਦੁਨੀਆ ਦਾ ਸਭ ਤੋਂ ਬੋਰਿੰਗ ਕੰਮ ਆ। ਹੁਣੇ ਲਾਸਟ ਐਗਜ਼ਾਮਪਲ ਵੀ ਉਹਨਾਂ ਦਿੱਤੀ ਸੀ ਤੇ ਪਖੰਡ ਲੱਗਦਾ, ਪਰ ਕਿਸੇ ਵਾਸਤੇ ਸਿਮਰਨ ਜੀਵਨ ਹੈ। ਉਹਦੇ ਲਈ ਸਭ ਤੋਂ ਦੁਨੀਆ ਦਾ ਜਿਹੜਾ ਅਹਿਮ ਕੰਮ ਹੀ ਸਿਮਰਨ ਹੈ। ਇਹ ਦੋ ਬੰਦਿਆਂ ਦੀ ਕਹਾਣੀ ਹੈ, ਇਹੀ ਚੱਲ ਰਹੀ ਇਹਦੇ ਵਿੱਚ, ਹਰ ਬਿਸਰਤ ਸਦਾ ਖੁਆਰੀ। ਹਾਂਜੀ। ਸੋ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈਂਗੋ ਹਾਰੀ। ਅੱਗੇ ਹੁਣ ਇੱਧਰਲੀ ਗੱਲ ਆ ਗਈ। ਆਪਾਂ ਹੋਪ ਕਰ ਰਹੇ ਕਿ ਆਪਾਂ ਸਾਰੇ ਹੀ ਇੱਧਰ ਹੋ ਜਾਈਏ। ਸਮਝ ਗਏ ਕਿ ਨਹੀਂ? ਆਹ ਵੇਖੋ, ਗੁਣ ਨਿਧਾਨ, ਗੁਣ 3 ਹੀ ਗਾਏ ਸਵੇਰ ਦੇ। ਗੁਣਾਂ ਦਾ ਖਜ਼ਾਨਾ, ਗੁਰੂ ਦੇ ਪਰਮੇਸ਼ਰ ਦੇ ਜਿਹੜੇ ਗੁਣਾਂ ਦਾ ਖਜ਼ਾਨਾ ਜਿਹੜਾ ਇਕੱਠਾ ਹੋ ਰਿਹਾ ਨਾ, ਗੁਣ ਨਿਧਾਨ, ਗੁਣ 3 ਹੀ ਗਾਏ ਜਾ ਕੋ ਕਿਰਪਾ ਧਾਰੀ। ਭਾਈ ਸਾਹਿਬ ਨੂੰ ਰਾਤੀ 20-25 ਮਿੰਟ ਸਪੈਂਡ ਕਰਨੇ ਪਏ ਸੀ ਐਕਸਪਲੇਨ ਕਰਨ ਦੇ ਉੱਤੇ, ਕਿੰਨੀ ਜ਼ਿਆਦਾ ਉਹਨਾਂ ਕੋਲ ਐਪਲੀਕੇਸ਼ਨਸ ਆਈਆਂ। ਐਂਡ ਵੀ ਵਰ ਦਾ ਬਲੈਸਡ ਵੰਸ ਕਿ ਜਿਨ੍ਹਾਂ ਨੂੰ ਇੱਥੇ ਖਲੋਣ ਦਾ, ਇੱਥੇ ਬੈਠਣ ਦਾ ਮੌਕਾ ਮਿਲਿਆ। ਸਮਝੇ ਕਿ ਨਹੀਂ? ਉਹ ਗੁਰਸਿੱਖ ਕੋਈ ਘੱਟ ਨਹੀਂ ਸੀ ਜਿਹੜੇ ਪਿੱਛੇ ਰਹਿ ਗਏ ਆ, ਪਰ ਸਾਨੂੰ ਫਿਰ ਵੀ ਗੁਰੂ ਸਾਹਿਬ ਨੇ ਪਿਕ ਐਂਡ ਚੂਜ਼ ਕੀਤਾ। ਇਹਨਾਂ ਨੇ ਨਹੀਂ ਪਿਕ ਚੂਜ਼ ਕੀਤਾ, ਗੁਰੂ ਸਾਹਿਬ ਨੇ ਕੀਤਾ ਕਿ ਇਹ ਮੇਰਾ ਬੱਚਾ ਇਸ ਵਾਰ ਆਏਗਾ। ਸੋ ਹੁਣ ਉਹ ਸਾਡੇ ਕੋਲ ਅਪਰਚੂਨਿਟੀ ਹੈ। ਸਮਝੇ ਕਿ ਨਹੀਂ? ਤੁਸੀਂ ਆਪਾਂ ਕੈਂਪ 'ਤੇ ਜਾਂਦੇ ਹਾਂ, ਸਕੂਲਾਂ ਦੇ ਵਿੱਚ ਵੀ ਆਰਮੀ ਦੇ ਕੈਂਪ ਲੱਗਦੇ, ਕੀ ਕਹਿੰਦੇ, NDA ਕੁਛ ਕਹਿੰਦੇ ਸੀ, NCC ਕੈਂਪ ਲੱਗਦੇ, ਆਪਾਂ ਹੋਰ ਕੰਪਿਊਟਰ ਕੈਂਪ ਲੱਗ ਜਾਂਦੇ 3-4 ਦਿਨ ਦਾ। ਹੁਣ ਬੰਦਾ ਜਾਵੇ, ਉੱਥੋਂ ਸਿੱਖ ਕੇ ਕੁਛ ਨਾ ਆਵੇ, ਫਿਰ ਗੱਲ ਖਤਮ ਹੋ ਗਈ। ਹੁਣ ਅਸੀਂ ਖਾਲਸਾ ਕੈਂਪ 'ਚ ਆਏ ਹਾਂ। ਖਾਲਸਾ ਬਣਨਾ ਸਾਡੀ ਮੰਜ਼ਿਲ ਹੈ। ਜੋ ਗੱਲਾਂ ਭਾਈ ਸਾਹਿਬ ਹੋਣਾ ਕੀਤੀਆਂ ਉਹ ਮੰਜ਼ਿਲ ਦੀਆਂ ਗੱਲਾਂ ਵਾ, ਪਰ ਅਸੀਂ ਹੋ ਸਕਦਾ ਅਸੀਂ ਸਟਾਰਟ ਵੀ ਨਾ ਹੋਈਏ,
ਹੋ ਸਕਦਾ ਦੂਜੇ ਤੀਜੇ ਸਟੈਪ 'ਤੇ ਹੋਈਏ। ਇਹ ਗੱਲਾਂ ਇਵੇਂ ਆ ਜਿਵੇਂ ਇੱਕ ਮੰਜ਼ਿਲ ਦੀਆਂ ਪੌੜੀਆਂ ਹੁੰਦੀਆਂ 15 ਲਾ ਲਓ, 15 ਪੌੜੀਆਂ ਦੇ ਉੱਪਰ ਖਲੋਤੇ ਇਹ ਆਵਾਜ਼ਾਂ ਦੇ ਰਹੇ ਆ ਆ ਜਾਓ ਆ ਜਾਓ ਆ ਜਾਓ, ਅਤੇ ਇੱਕ ਬੱਚਾ ਜਿਹੜਾ ਉਹ ਕੌਨਫੀਡੈਂਸ ਨਹੀਂ ਕਰ ਪਾ ਰਿਹਾ। ਅਸੀਂ ਨਹੀਂ ਤੁਰ ਪਾ ਰਹੇ, ਅਸੀਂ ਕੋਈ ਪਹਿਲੀ ਪੌੜੀ ਵਾਲੇ ਹਾਂ, ਕੋਈ ਦੂਜੀ ਚੌਥੀ ਪੰਜਵੀਂ ਪੌੜੀ 'ਤੇ ਹੋਵੋਗੇ, ਪਰ ਅਸੀਂ ਮੰਜ਼ਿਲ ਸਾਡੀ ਉਸ ਮੰਜ਼ਿਲ 'ਤੇ ਪਹੁੰਚਣਾ ਹੈ। ਗੱਲ ਸਮਝ ਆ ਰਹੀ ਜੀ? ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹ ਨਹੀਂ ਕਿ ਮੈਂ ਪੰਜਵੀਂ ਮੰਜ਼ਿਲ 'ਤੇ ਮੈਂ ਇੱਥੋਂ ਹੁਣ ਕਿਸੇ ਨੂੰ ਵੇਖ ਕੇ ਤੇ ਚੌਥੀ 'ਤੇ ਹੋ ਜਾਣਾ। ਪੰਜਵੀਂ ਤੋਂ ਬਾਂਹ ਐਕਸਟੈਂਡ ਕਰਕੇ ਕਿਸੇ ਨੂੰ ਮਦਦ ਕਰਕੇ ਤੁਸੀਂ ਚੌਥੀ ਤੋਂ ਪੰਜਵੀਂ 'ਤੇ ਲੈ ਆਓ। ਇਹਨੂੰ ਸੰਗਤ ਕਹਿੰਦੇ ਆ। ਕਿਸੇ ਦੀ ਮਦਦ ਕਰਨੀ, ਉਹਦਾ ਲੈਵਲ ਉੱਪਰ ਚੁੱਕਣਾ, ਇਹੀ ਸੰਗਤ ਹੈ। ਠੀਕ ਹੈ ਜੀ? ਉਹਦੀ ਮਦਦ ਕਰੋ, ਪਰ ਇੱਥੋਂ ਅਸੀਂ ਆਪੋ ਆਪਣਾ, ਜੇ ਅਸੀਂ ਪਹਿਲੇ 'ਤੇ ਆ ਅਸੀਂ ਗਾਂਹ ਤੁਰਨਾ ਕੋਸ਼ਿਸ਼ ਕਰਨੀ ਆ। ਪਹਿਲਾਂ ਤਾਂ ਮਨ ਬਣਾਉਣਾ। ਜੇ ਤਾਂ ਮਤਲਬ ਪਹਿਲੇ 'ਤੇ ਨਹੀਂ ਹੈਗੇ, ਸਾਡਾ ਅਜੇ ਮਨ ਨਹੀਂ ਮੰਨਿਆ। ਜੇ ਮੰਨਿਆ, ਗੁਰੂ ਸਾਹਿਬ ਨੇ ਕਿਰਪਾ ਕੀਤੀ, 1 ਮਿੰਟ ਲਈ ਅੱਖਾਂ ਬੰਦ ਕਰੋ, ਪਰ ਸੌਣਾ ਅਲਾਉਡ ਨਹੀਂ ਆ। ਠੀਕ ਹੈ? ਇਸ ਕਰਕੇ ਮੈਂ ਕੁਛ ਕੁਐਸਚਨ ਪੁੱਛਣਾ ਵਾ। ਮੈਂ ਚਾਹੁੰਦਾ ਕਿ ਤੁਸੀਂ ਇੱਕ ਦੂਜੇ ਵੱਲ ਨਾ ਦੇਖੋ। ਓਕੇ? ਤੁਸੀਂ ਹੱਥ ਖੜਾ ਕਰਨਾ ਪ੍ਰੋਪਰ, ਮੈਨੂੰ ਦਿਖੇ। ਉਹ ਖੜੇ ਕਰੋ ਹੱਥ ਜਿਨ੍ਹਾਂ ਨੇ ਅੰਮ੍ਰਿਤ ਅਜੇ ਨਹੀਂ ਛਕਿਆ ਜਾਂ ਜਿਨ੍ਹਾਂ ਨੂੰ ਦਾਤ ਨਹੀਂ ਮਿਲੀ। ਅੱਖਾਂ ਕਿਉਂ ਖੁੱਲੀਆਂ ਭਾਈ ਬਾਕੀਆਂ ਦੀਆਂ? ਚਲੋ ਠੀਕ ਹੈ, ਕਰ ਲਓ ਪੁੱਥਲੇ। ਹੁਣ ਜਿਹੜੇ ਅੰਮ੍ਰਿਤਧਾਰੀ ਆ ਉਹ ਹੱਥ ਖੜਾ ਕਰੇਗਾ। ਅੰਮ੍ਰਿਤਧਾਰੀ ਅੱਖਾਂ ਬੰਦ, ਉਹ ਹੱਥ ਖੜਾ ਕਰੇਗਾ। ਅੰਮ੍ਰਿਤਧਾਰੀ ਆ ਪਰ ਉਹਨੇ ਨਿਤਨੇਮ ਨਹੀਂ ਉਹ ਕਰਦਾ। ਸਾਰੇ ਨਿਤਨੇਮ ਕਰਦੇ ਆ। 5 ਬਾਣੀ ਵੇਖੋ ਭਾਈ, ਤੁਸੀਂ ਚੀਟਿੰਗ ਕਰ ਰਹੇ ਭਾਈ ਸਾਹਿਬ। ਮੈਨੂੰ ਪਿਕ ਐਂਡ ਚੂਜ਼ ਕਰਨੇ ਪੈ ਜਾਣੇ ਹੁਣ ਜੇਕਰ ਤੁਸੀਂ ਅੱਖਾਂ ਖੋਲ੍ਹਣ ਲੱਗ ਪਏ ਤੇ, ਕਿਉਂਕਿ ਅਸੀਂ ਸਿਰਫ ਗੱਲ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕਿਸੇ ਨੂੰ ਇੱਥੇ ਨੀਵਾਂ ਨਹੀਂ ਦਿਖਾਉਣਾ। ਅਸੀਂ ਸਿਰਫ ਇਸ ਕਰਕੇ ਕਿ ਇਹ ਇਨਕਰੇਜ ਹੋ ਕੇ ਦੂਜਿਆਂ ਦੇ ਲੈਵਲ 'ਤੇ ਆਉਣ। ਬਹੁਤ ਵਧੀਆ ਪਰਸੈਂਟੇਜ ਹੈ, ਤਕਰੀਬਨ ਸਾਰਿਆਂ 'ਤੇ ਮਹਾਰਾਜ ਦੀ ਕਿਰਪਾ। 1-2 ਜਾਣਿਆਂ ਨੇ ਹੱਥ ਖੜਾ ਕੀਤਾ। ਸੋ ਇਹ ਆਪਾਂ ਸੈਲਫ ਐਨਾਲਿਸਿਸ, ਸੈਲਫ ਅਪਰੇਜ਼ਲ ਕਰਨਾ। ਖੋਲ੍ਹੋ ਜੀ ਅੱਖਾਂ, ਇੰਨਾ ਚਿਰ ਬੰਦ ਕਰਾਤੀਆਂ, ਸੌਂ ਹੀ ਨਾ ਜਾਇਓ। ਸੈਲਫ ਅਪਰੇਜ਼ਲ ਕਰਨਾ ਆਪਣਾ ਕਿ ਵੇਅਰ ਡੂ ਆਈ ਸਟੈਂਡ ਐਂਡ ਵਟ ਡੂ ਆਈ ਵਾਂਟ ਟੂ ਅਚੀਵ। ਇੱਕੋ ਖਾਲਸਾ ਕੈਂਪ ਦੇ ਵਿੱਚ ਅਸੀਂ ਸ਼ਾਇਦ ਖਾਲਸਾ ਨਾ ਬਣ ਸਕੀਏ। ਹੋ ਸਕਦਾ ਸਾਡਾ ਮਨ ਵੀ ਨਾ ਮੰਨੇ, ਅਸੀਂ ਅਣਮੰਨੇ ਮਨ ਨਾਲ ਆਏ ਹੋਈਏ। ਹੋ ਸਕਦਾ ਅਣਮੰਨੇ ਮਨ ਦੇ ਨਾਲ ਚਲੇ ਜਾਈਏ, ਪਰ ਸਟਿਲ ਯਾਦ ਰੱਖਿਓ, ਪੱਥਰ ਦੇ ਉੱਤੇ ਵੀ ਜਦੋਂ ਪਾਣੀ ਦੀ ਇੱਕ ਬੂੰਦ ਪੈਂਦੀ, ਗਿੱਲਾ ਉਹਨੂੰ ਕਰ ਹੀ ਜਾਂਦੀ ਹੈ। ਠੀਕ ਹੈ, ਸੁੱਕ ਜਾਏਗਾ ਫਿਰ, ਪਰ ਉਹਨੂੰ ਇੱਕ ਵਾਰ ਜ਼ਰੂਰ ਗਿੱਲਾ ਕਰ ਜਾਂਦੀ ਹੈ। ਸੋ ਇੱਥੇ ਇੱਕ ਵਾਰੀ ਆਪਾਂ ਚਾਰਜ ਹੋਣਾ ਹੈ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਇਹ ਪਾਸੇ ਦੀ ਆਪਾਂ ਗੱਲ ਕਰ ਰਹੇ ਸੀ ਜਿੱਧਰ ਅਸੀਂ ਬੈਠਣਾ ਚਾਹੁੰਦੇ ਹਾਂ। ਗੁਰੂ ਸਾਹਿਬ ਕਹਿੰਦੇ ਉਹੀ ਸੁਖੀ ਹੈ, ਉਹੀ ਉਹਦਾ ਜਨਮ ਲੈਣਾ ਹੀ ਧਨ ਹੈ। ਇਮੈਜਿਨ ਕਰਕੇ ਸੋਚੋ ਨਾ, ਹੁਣ ਆਪਾਂ ਨੂੰ ਕੋਈ ਕਹਿ ਦੇ ਯਾਰ ਤੇਰੇ ਜੰਮਣ ਖੁਣੋਂ ਕੀ ਥੁੜਿਆ ਸੀ, ਕਹਿ ਦਿੰਦੇ ਜੀ। ਸੁਣਿਆ ਹਰ ਇੱਕ ਨੇ। ਪਿੰਡਾਂ ਦੇ ਵਿੱਚ ਆਮ ਤੌਰ 'ਤੇ ਕਹਿ ਦਿੰਦੇ ਆ। ਥੋੜ੍ਹੇ ਤੁਸੀਂ ਪੁੱਤ ਨਵੀਂ ਜਨਰੇਸ਼ਨ ਦੇ ਆ, ਤੁਹਾਨੂੰ ਤਾਂ ਅੱਜ ਕੱਲ੍ਹ ਡਾਂਟਣਾ ਵੀ ਮਨਾ ਕਰ ਦਿੱਤਾ ਵਾ ਸਾਰਿਆਂ ਨੇ, ਪਰ ਜ਼ਰੂਰੀ ਹੈ, ਥੋੜ੍ਹੀ ਜਿਹੀ ਡਾਂਟ ਜ਼ਰੂਰੀ ਹੁੰਦੀ। ਗੁਰੂ ਸਾਹਿਬ ਵੀ ਬਾਣੀ ਦੇ ਵਿੱਚ ਬੜੇ ਵਧੀਆ ਡਾਂਟਾਂ ਮਾਰਦੇ ਆ, ਉਹ ਚੰਗੀਆਂ ਵੀ ਲੱਗਦੀਆਂ ਗੁਰਸਿੱਖਾਂ ਨੂੰ। ਹੁਣ ਉਹ ਕਹਿੰਦੇ ਜੀ ਤੇਰੇ ਜੰਮਣ ਖੁਣੋਂ ਕੀ ਥੁੜਿਆ ਸੀ। ਇਹਦਾ ਮਤਲਬ ਆ ਕਿ ਉਹ 'ਤੇ ਕੋਈ ਨਾ ਕੋਈ ਹੈਪੀ ਨਹੀਂ ਹੈਗੇ, ਕਿਸੇ ਨਾ ਕਿਸੇ ਗੱਲੋਂ ਉਹਨਾਂ ਨੇ ਇਹ ਗੱਲ ਕਹੀ ਆ। ਜਿਹਦੇ ਓਪੋਜ਼ਿਟ ਕਹਿ ਦੇਣ, ਤੁਹਾਡੇ ਪੇਰੈਂਟਸ ਨੂੰ ਕਹਿ ਦੇਣ ਧੰਨ ਆ ਤੁਸੀਂ, ਤੁਹਾਡੇ ਘਰ ਇਹੋ ਜਿਹੇ ਬੱਚੇ ਨੇ, ਇਸ ਜੀ ਬੱਚੀ ਨੇ ਜਨਮ ਲਿਆ। ਪ੍ਰਾਊਡ ਹੁੰਦਾ ਨਾ, ਹੁੰਦਾ ਕਿ ਨਹੀਂ ਹੁੰਦਾ? ਅਤੇ ਉਹ ਤੋਂ ਅੱਗੇ ਫਿਰ ਹੋਰ ਮੋਟੀਵੇਸ਼ਨ ਵੀ ਮਿਲਦੀ ਹੈ। 2 ਚੀਜ਼ਾਂ ਹੁੰਦੀਆਂ ਹਮੇਸ਼ਾ, ਹਰ ਚੀਜ਼ ਦੀ ਐਕਸ਼ਨ ਐਂਡ ਰਿਐਕਸ਼ਨ ਹੁੰਦੀ ਆ। ਕਈ ਵਾਰੀ ਬੰਦਾ ਫੁੱਲ ਵੀ ਜਾਂਦਾ ਵਾ ਅਤੇ ਪ੍ਰੋਬਲਮ ਹੋ ਜਾਂਦੀ ਆ, ਪਰ ਉਹ ਤੋਂ ਮੋਟੀਵੇਸ਼ਨ ਹੋਣੀ ਚਾਹੀਦੀ ਆ ਕਿ ਮੈਂ ਹੋਰ ਕੁਛ ਕਰਨਾ ਆਪਣੀ ਲਾਈਫ ਦੇ ਵਿੱਚ। ਸੋ ਇਹ ਕੀ ਹੀ, ਸੋ ਸੁਖੀਆ ਧੰਨ ਉਸ ਜਨਮਾ। ਔਰ ਇਹ ਮੋਹਰ ਕੌਣ ਲਾ ਰਿਹਾ ਵਾ ਕਿ ਧੰਨ ਉਸ ਜਨਮਾ? ਗੁਰੂ ਸਾਹਿਬ ਕਹਿ ਰਹੇ ਆ, ਗੁਰੂ ਸਾਹਿਬ ਕਹਿ ਰਹੇ ਆ। ਆਪਾਂ ਸੋਚੀਏ ਤਾਂ ਸਹੀ, ਹੁਣ ਆਪਾਂ ਇੱਥੇ 100 ਜਣਾ ਬੈਠੇ ਹਾਂ ਮੰਨ ਲਓ, ਅਤੇ ਗੁਰੂ ਸਾਹਿਬ ਕਹਿ ਦੇਣ ਕਿ ਤੁਸੀਂ ਧੰਨ ਆ ਪੁੱਤਰੋ ਜਿਹੜੇ ਜਨਮ ਲਿਆ ਤੁਸੀਂ, ਅਤੇ ਅਸੀਂ ਤਾਂ ਮੁੜ ਕੇ ਇੱਥੋਂ ਚੰਡੀਗੜ੍ਹ ਤੱਕ ਬ੍ਰੇਕ ਹੀ ਨਹੀਂ ਲਾਉਣੀ ਵੀ ਜਾ ਕੇ ਦੱਸੀਏ ਸਹੀ ਗੁਰੂ ਸਾਹਿਬ ਨੇ ਸਾਨੂੰ ਧੰਨ ਕਿਹਾ ਵਾ। ਉਹ ਭਾਈ ਕਿਹਾ ਵਾ ਧੰਨ, ਦੇਖੋ ਨਾ ਤੁਸੀਂ, ਗੁਰੂ ਸਾਹਿਬ ਨੇ ਤੁਹਾਨੂੰ ਕਿਹਾ ਵਾ, ਆਪਾਂ ਨੂੰ ਬਾਣੀ ਨੇ ਕਿਹਾ ਵਾ ਕਿ ਤੁਸੀਂ ਧੰਨ ਆ ਭਾਈ ਜਿਹੜੇ ਇਸ ਪਾਸੇ ਆ ਕੇ ਖੜੇ ਹੋ ਗਏ। ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਰੂ ਸਾਹਿਬ ਕਹਿੰਦੇ ਮੈਂ ਤੇ ਉਸ ਤੋਂ ਵਾਰਨੇ ਬਲਿਹਾਰਨੇ ਜਾਣਾ। ਇਹ ਬਹੁਤ ਜ਼ਰੂਰੀ ਹੈ। ਸੋ ਐਗਜ਼ਾਮ, ਜੇ ਕੋਈ ਬੱਚਾ ਸਕੂਲ 'ਚ ਜਾਂਦਾ, ਆਹ ਕਾਰਨਰ ਬਹੁਤ ਵਧੀਆ ਸੌਣ ਵਾਸਤੇ, ਮੇਰੀ ਤਾਂ ਇੱਧਰ ਨਜ਼ਰ ਹੀ ਨਹੀਂ ਗਈ ਉਦੋਂ ਦੀ। ਸੋ ਇਨ ਕੇਸ ਜਦੋਂ ਨੈਕਸਟ ਟਾਈਮ ਮੈਂ ਵੀ ਇੱਧਰ ਬੈਠਾਂਗਾ। ਓਕੇ, ਦੇਖੋ ਬੱਚਾ ਸਕੂਲ ਜਾਵੇ,
ਉਹਦਾ ਐਗਜ਼ਾਮ ਹੋਣਾ ਹੀ ਹੋਣਾ, ਹੋਣਾ ਹੀ ਹੋਣਾ। ਇੱਥੇ ਮੈਂ ਤੁਹਾਨੂੰ ਦੋ ਗੱਲਾਂ ਦੱਸ ਦਿੰਦਾ। ਸਾਰੇ ਆਪਾਂ ਸਕੂਲ ਕਾਲਜਾਂ 'ਚ ਗਏ ਆ, ਸਕੂਲ ਕਲਾਸ ਦੇ ਵਿੱਚ ਦੋ ਤਰ੍ਹਾਂ ਦੇ ਬੱਚੇ ਹੁੰਦੇ ਆ। ਇੱਕ ਹੁੰਦੇ ਜਿਹੜੇ ਪੜ੍ਹਾਕੂ ਹੁੰਦੇ ਆ, ਜਿਨ੍ਹਾਂ ਦੇ ਅੱਗੇ ਕਿਤਾਬ ਹੁੰਦੀ ਆ ਅਤੇ ਉਹਨਾਂ ਦੀਆਂ ਅੱਖਾਂ ਕਿਤਾਬ ਦੇ ਉੱਤੇ ਗੱਡੀਆਂ ਹੁੰਦੀਆਂ। ਉਹ ਸ਼ਰਾਰਤਾਂ ਨਹੀਂ ਕਰਦੇ ਕਲਾਸ ਦੇ ਵਿੱਚ, ਔਰ ਮਾफ़ ਕਰਨਾ ਕਲਾਸ ਦੇ ਹੀਰੋ ਵੀ ਨਹੀਂ ਜੇ ਹੁੰਦੇ। ਕਲਾਸ ਦੇ ਹੀਰੋ ਪਤਾ ਕਿਹੜੇ ਹੁੰਦੇ ਆ? ਜਿਹੜੇ ਸਭ ਤੋਂ ਪਿੱਛੇ ਬੈਠੇ ਹੁੰਦੇ ਆ, ਜਿਹੜੇ ਨਿੱਕੀ ਨਿੱਕੀ ਗੱਲ 'ਤੇ ਪਿੱਛੇ ਕਰਦੇ ਆ ਥੋੜ੍ਹੀ ਥੋੜ੍ਹੀਆਂ ਗੱਲਾਂ। ਜਿਵੇਂ ਭਾਈ ਸਾਹਿਬ ਸਵੇਰੇ ਐਕਸਰਸਾਈਜ਼ ਕਰਾਉਂਦੇ ਸੀ ਨਾ, ਅਤੇ ਅਸੀਂ ਕੋਈ ਨਾ ਕੋਈ ਸ਼ਰਾਰਤ ਪਿੱਛੋਂ ਕਰੀ ਜਾਂਦੇ ਸੀ। ਸੋ ਜਿਹੜੇ ਪਿੱਛੇ ਬੈਠ ਕੇ ਸ਼ਰਾਰਤ ਕਰਦੇ ਆ ਨਾ, ਉਹ ਕਲਾਸ ਦੇ ਹੀਰੋ ਹੁੰਦੇ ਆ। ਕਿਉਂ ਜੀ? ਹੁਣ ਕਲਾਸ ਆਪਣਾ ਐਜੂਕੇਸ਼ਨ ਸਿਸਟਮ ਹੁੰਦਾ, ਕਹਿ ਲਓ 5 ਸਾਲ ਤੋਂ 25 ਸਾਲ 20 ਸਾਲ ਦੀ ਐਜੂਕੇਸ਼ਨ ਸਿਸਟਮ ਆ। ਉਹਦੇ ਵਿੱਚ ਉਹ ਹੀਰੋ ਆ। ਵੈਸੇ ਤਾਂ ਬਹੁਤੇ ਹੀਰੋ ਰਸਤੇ 'ਚ ਕਿਰਨੇ ਸ਼ੁਰੂ ਹੋ ਗਏ। ਕੋਈ 9ਵੀਂ 'ਚ ਫੇਲ ਹੋ ਗਿਆ, ਕੋਈ 10ਵੀਂ 'ਚ ਹੋ ਗਿਆ, ਕੋਈ ਕਾਲਜ 'ਚ ਵੜ ਕੇ ਫੇਲ ਹੋ ਗਿਆ, ਫੇਲ ਹੋ ਗਏ। ਪਰ ਮੰਨ ਲਓ ਕਿ ਉਹ ਉਦੋਂ ਤੱਕ ਪਹੁੰਚ ਵੀ ਗਏ ਜਿੱਥੇ ਤੱਕ ਅਸੀਂ 25 ਸਾਲ ਦੀ ਏਜ ਤੱਕ ਗੱਲ ਕਰਨੀ ਹੈ। ਹੁਣ ਉਹ ਜਿਹੜੇ ਨਹੀਂ ਸੀ ਨਾ ਪੜ੍ਹੇ, ਉਹ ਜ਼ੀਰੋ ਹੋਣੇ ਸ਼ੁਰੂ ਹੋ ਗਏ। ਅਤੇ ਜਿਨ੍ਹਾਂ ਨੇ ਕੋਈ ਸ਼ਰਾਰਤ ਨਹੀਂ ਸੀ ਕੀਤੀ, ਜਿਨ੍ਹਾਂ ਦਾ ਧਿਆਨ ਕਿਤਾਬ ਦੇ ਵਿੱਚ ਸੀ, ਉਹ ਹੀਰੋ ਬਣਨੇ ਸ਼ੁਰੂ ਹੋ ਗਏ। ਜ਼ਿਆਦਾ ਐਲੈਬੋਰੇਟ ਕਰਨ ਦੀ ਲੋੜ ਨਹੀਂ, ਸਮਝ ਆ ਗਈ ਆਪਾਂ ਨੂੰ? ਜਦੋਂ ਅਸੀਂ ਵੀ ਬਾਣੀ ਪੜ੍ਹਨੀ ਆ ਨਾ, ਅਤੇ ਅਸੀਂ ਦੁਨੀਆ ਦੇ ਉਦੋਂ ਹੀਰੋ ਨਹੀਂ ਹੋਣਾ। ਇਹਨਾਂ ਦੇ ਹੀਰੋ ਉਹੀ ਫੇਕ ਹਨ, ਗਾਣੇ ਗਾਉਣ ਵਾਲੇ, ਨੱਚਣ ਟੱਪਣ ਵਾਲੇ। ਅਸੀਂ ਇਹਨਾਂ ਦੇ ਹੀਰੋ ਨਹੀਂ ਹੋਣਾ। ਅਸੀਂ ਬਣ ਕੇ ਵੀ ਕੀ ਕਰਨਾ ਹੀਰੋ ਇਹਨਾਂ ਦੇ? ਕਿਉਂਕਿ ਉੱਥੇ ਜਦੋਂ ਲੇਖਾ ਹੋਣਾ ਨਾ, ਅਖੀਰਲਾ ਲੇਖਾ ਹੋਣਾ, ਉਦੋਂ ਪਤਾ ਲੱਗਣਾ ਕਿ ਬੱਬੂ ਮਾਨ ਕਿੱਥੇ ਖਲੋਂਦਾ ਅਤੇ ਗੁਰੂ ਦਾ ਸਿੰਘ ਕਿੱਥੇ ਖਲੋਂਦਾ। ਜਦੋਂ ਉਹਨਾਂ ਨੇ ਉੱਥੇ ਲੇਖਾ ਵੀ ਨਾ ਪੜ੍ਹਿਆ ਅਤੇ ਉੱਥੇ ਸਾਈਨ ਕਰ ਦਿੱਤੇ, ਇਹ ਫਾਈਲ ਇਹਦੀ ਪਾੜ ਦਿੱਤੀ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਮਨਮੁਖ ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀਆਂ। ਜਦੋਂ ਉਹਨੇ ਕਹਿਤਾ ਹੁਣ ਇਹਨੂੰ ਅਨੰਤ ਜਨਮਾਂ ਲਈ ਨਰਕ ਦੇ ਵਿੱਚ ਪਾ ਦਿਓ। ਹਾਂਜੀ, ਮਨਮੁਖ ਆਵੇ ਮਨਮੁਖ ਜਾਵੇ। ਅਤੇ ਜਿਤਨੇ ਨਰਕ ਪੰਕਤੀ ਲਿਖਦੀ ਹੈ ਨਾ, ਜਿੰਨੇ ਨਰਕ ਸਾਰਿਆਂ 'ਚ ਫਿਰਨਾ ਪੈਂਦਾ। ਫਿਰ ਉਦੋਂ ਜਾ ਕੇ ਤੁਸੀਂ ਹੀਰੋ ਬਣਨਾ ਵਾ। ਅੱਜ ਨਾ ਹੀਰੋ, ਅੱਜ ਅਸੀਂ ਇੰਨਾ ਹੀ ਬੜਾ ਸਾਨੂੰ ਗੁਰੂ ਚੇਤੇ ਆਈ ਜਾਵੇ। ਲੇਖਾ ਸਾਡਾ ਹੋਣਾ ਜੀ, ਮਰਨ ਲਿਖਾਏ ਮੰਡਲ ਮੈਂ ਆਏ। ਮਰਨਾ ਇੱਥੇ ਲਿਖਿਆ ਹੋਇਆ ਵਾ, ਟਾਈਮ ਡੇਟ ਸਾਰਾ ਕੁਛ ਅਸੀਂ ਲਿਖਾ ਕੇ ਆਏ। ਜਾਣਾ ਸਾਨੂੰ ਹੈਗਾ, ਔਰ ਐਗਜ਼ਾਮ ਵੀ ਹੋਣਾ ਵਾ। ਇਹ ਵੀ ਗੁਰਬਾਣੀ ਦਾ ਫਰਮਾਨ ਹੈ, ਸਭਨਾ ਕਾ ਦਰ ਲੇਖਾ ਹੋਏ। ਉੱਥੇ ਲੇਖਾ ਹੋਣਾ ਹੀ ਹੋਣਾ, ਪੇਪਰ ਹੋਣਾ ਹੀ ਹੋਣਾ। ਜੇ ਪੇਪਰ ਨਾ ਹੋਇਆ, ਵੈਸੇ ਤਾਂ ਬੱਚਿਆਂ ਨੂੰ ਮੌਜਾਂ ਲੱਗੀਆਂ ਪਿਛਲੇ ਸਾਲ 1.5 ਸਾਲ ਤੋਂ। ਜਦੋਂ ਕਰੋਨਾ ਦਾ ਸ਼ੁਰੂ ਹੋਇਆ ਨਾ, ਅਤੇ ਮੇਰੀ ਵੀ ਇੱਕ ਬੱਚੇ ਉੱਥੇ ਘਰੇ ਹੈਗੇ ਆਲੇ ਦੁਆਲੇ ਜਿਹੜੇ ਬਹੁਤ ਪੜ੍ਹਾਕੂ ਆ। ਜਦੋਂ ਉਹਨਾਂ ਨੂੰ ਛੁੱਟੀਆਂ ਹੋਈਆਂ ਨਾ, ਅਪਸੈਟ ਹੋ ਗਏ, ਛੁੱਟੀਆਂ ਹੋ ਗਈਆਂ, ਛੁੱਟੀਆਂ ਹੋ ਗਈਆਂ। ਹੁਣ ਉਹ ਇੰਨੇ ਜੂਸਟ ਹੋ ਗਏ ਛੁੱਟੀਆਂ ਨੂੰ, ਹੁਣ ਇੱਕੋ ਅਰਦਾਸ ਕਰਦੇ ਆ, ਸਕੂਲ ਨਾ ਖੁੱਲ੍ਹ ਜੇ। ਸਭ ਤੋਂ ਮਾੜੀ ਨਿਊਜ਼ ਉਹਨਾਂ ਲਈ ਹੁਣ ਇਹੀ ਹੁੰਦੀ ਹੈ, ਸਕੂਲ ਨਾ ਖੁੱਲ੍ਹ ਜੇ। ਚਲੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਇੱਥੇ ਦੇ ਹੀਰੋ ਨਹੀਂ ਬਣਨਾ। ਵੈਸੇ ਤਾਂ ਗੁਰਸਿੱਖ ਇੱਥੇ ਵੀ ਹੀਰੋ, ਅੱਜ ਵੀ ਸੇਵਾਵਾਂ 'ਚ ਵੇਖੋ। ਪਰ ਅਸੀਂ ਇੱਥੇ ਗੁਰਮੁਖ ਨਿਮਾਣਾ ਹੋਏ ਵਾਲਾ ਜੀਵਨ ਵੀ ਜੀ ਕੇ ਚਲੇ ਗਏ। ਅਤੇ ਜਦੋਂ ਉੱਥੇ ਲੇਖਾ ਹੋਣਾ ਨਾ, ਦਰਗਾਹ ਦੇ ਵਿੱਚ ਲੇਖਾ ਹੋਣਾ, ਮਨਮੁਖ ਵੈਸੇ ਇੱਥੇ ਹੀ ਕੰਬਣਾ ਸ਼ੁਰੂ ਕਰ ਦਿੰਦੇ ਹਨ। ਗੁਰਬਾਣੀ ਦਾ ਇੱਕ ਸ਼ਬਦ ਹੈ ਗੁਰੂ ਸਾਹਿਬ ਦਾ, ਕਹਿੰਦੇ ਅਮਲ ਸਿਰਾਨੋ ਲੇਖਾ ਦੇਣਾ। ਲੇਖਾ ਭਾਈ ਦੇਣਾ ਪੈਣਾ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਏ ਕੰਮ। ਹੁਣ ਤੁਸੀਂ ਜੋ ਕਰਦੇ ਆ ਨਾ, ਉਹ ਆਪਾਂ ਨੂੰ ਇਹਦਾ ਲੇਖਾ ਹੋਣਾ। ਹੁਣ ਜੋਬ 'ਤੇ ਆ ਆਪਾਂ, 8 ਘੰਟੇ ਜੋਬ ਕਰ ਰਹੇ ਹਾਂ ਦਿਨ ਦੇ ਵਿੱਚ, 8 ਦੇ 8 ਘੰਟੇ ਕਾਊਂਟਡ ਆ। ਤੁਹਾਡਾ ਮਾਲਕ ਜਦੋਂ ਮਰਜ਼ੀ ਪੁੱਛ ਸਕਦਾ ਕਿ ਤੂੰ ਆਪਣੀ ਜੋਬ 'ਤੇ ਹੈਗਾ ਕਿ ਨਹੀਂ ਹੈਗਾ। ਜਦੋਂ ਨਾ ਹੋਏ ਤੁਹਾਨੂੰ ਉਹਦੀ ਸਜ਼ਾ ਵਾ, ਤੁਹਾਨੂੰ ਜੋਬ ਤੋਂ ਸੈਕ ਵੀ ਕੀਤਾ ਜਾ ਸਕਦਾ ਵਾ। ਅਤੇ ਇੱਦਾਂ ਹੀ ਤੁਹਾਡਾ ਮਨੁੱਖਾ ਜਨਮ ਵੀ ਪਰਮੇਸ਼ਰ ਖਿੱਚ ਸਕਦਾ ਵਾ। ਠੀਕ ਆ, ਉਹਨੇ ਲਿਖਿਆ ਵਾ ਕਿ ਤੂੰ 70 ਸਾਲ ਦੀ ਉਮਰ ਜੀ ਕੇ ਆਏਂਗਾ, ਪਰ ਉਹਦਾ ਜ਼ਰੂਰੀ ਨਹੀਂ ਆ। ਮੰਨ ਲਓ ਉਹਦਾ ਮਨ ਹੀ ਬਦਲ ਗਿਆ, ਫਿਰ ਕੀ ਕਰੋਗੇ? ਆਪਣੇ ਕੋਲ ਆਪਸ਼ਨਲ ਨਹੀਂ ਹੈਗੀਆਂ। ਅਸੀਂ ਕਿੱਥੇ ਜੰਮਣਾ ਸੀ, ਕਿਹਦੇ ਘਰ ਜੰਮਣਾ ਸੀ, ਅਸੀਂ ਕਿੱਦਾਂ, ਸਾਡੇ ਪੇਰੈਂਟਸ ਕੋਲ ਵੀ ਆਪਸ਼ਨਸ ਨਹੀਂ ਸੀ, ਸਾਡੇ ਕੋਲ ਵੀ ਆਪਸ਼ਨ ਨਹੀਂ ਸੀ। ਪਰਮੇਸ਼ਰ ਨੇ ਜਿੱਥੇ ਭੇਜਣਾ ਉੱਥੇ ਉਹਦੇ ਭੇਜੇ ਆਏ ਆ, ਅਤੇ ਜਿੱਦਣ ਉਹਨੇ ਬੁਲਾਉਣਾ ਜਾਣਾ ਪੈਣਾ। ਅਮਲ ਸਿਰਾਨੋ ਲੇਖਾ ਦੇਣਾ। ਹੁਣ ਇਹਦੇ ਵਿੱਚ ਆਉਣੀ ਆ, ਉਹ ਸਿਨੈਰੀਓ ਡਿਸਕਸ ਕੀਤਾ ਵਾ ਮਹਾਰਾਜ ਨੇ। ਜਦੋਂ ਇਹਨੂੰ ਜੰਮ ਲੈਣ ਆ ਜਾਂਦੇ, ਫਿਰ ਇਹ ਕੀ ਕਰਦਾ ਵਾ। ਸੋ ਇਹ ਤੋਂ ਇਹ ਆਈਡੀਆ ਮਿਲ ਜਾਣਾ ਆਪਾਂ ਨੂੰ ਵੀ ਅਸੀਂ ਚਲਾਕੀ ਕਿੱਦਾਂ ਖੇਡਣੀ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਦੂਤ ਬੰਦੇ ਨੂੰ ਲੈਣ ਆ ਗਏ ਆ, ਔਰ ਉਹ ਬੜੇ ਕਠਨ ਡਰਾਉਣੇ ਰੂਪ 'ਚ ਹੈਗੇ ਆ। ਔਰ ਉਹਨਾਂ ਦਾ ਹੁਕਮ ਇੰਨਾ ਸਖਤ ਆ ਕਿ ਜਦੋਂ ਉਹ ਕਹਿੰਦੇ ਆ ਨਾ, ਤੇ ਉਸੇ ਸੈਕਿੰਡ ਦੇ ਵਿੱਚ, ਉਸੇ ਸਵਾਸ ਦੇ ਵਿੱਚ ਹੀ ਉਹਨਾਂ ਤੁਹਾਨੂੰ ਲੈ ਜਾਣਾ ਆਪਾਂ ਸਾਰਿਆਂ ਨੂੰ।
ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ। ਉੱਥੇ ਕੀ ਹੋਣਾ, ਕਿਆ ਤੈਂ ਖੱਟਿਆ ਬੁਲਾਇਆ, ਉੱਥੋਂ ਤੁਹਾਨੂੰ ਉਹਨਾਂ ਨੇ ਕਹਿ ਦਿੱਤਾ ਵਾ। ਔਰ ਉਹ ਕਹਿੰਦੇ ਛੇਤੀ ਚੱਲੋ। ਹੁਣ ਸਤਾਵ ਦਾ ਮਤਲਬ ਹੈ ਛੇਤੀ। ਜਦੋਂ ਜੰਮ ਹੁੰਦੇ ਆ ਨਾ, ਉਹ ਛੇਤੀ ਨਾਲ ਲੈ ਜਾਂਦੇ ਮਨੁੱਖ ਨੂੰ, ਨਹੀਂ ਨਾ ਪਤਾ ਲੱਗਦਾ। ਸਾਰਾ ਪਰਿਵਾਰ ਆਲੇ ਦੁਆਲੇ ਬੈਠਾ ਹੁੰਦਾ, ਬੰਦਾ ਨਹੀਂ ਲੈ ਜਾਂਦੇ ਇੱਕ ਸੈਕਿੰਡ 'ਚ। ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ। ਕਹਿੰਦੇ ਛੇਤੀ ਚਲਾ ਚੱਲ ਹੁਣੇ ਹੀ, ਤੇ ਤੈਨੂੰ ਫਰਮਾਨ ਆ ਗਿਆ ਜਾਣ ਦਾ। ਫਿਰ ਇਹ ਬੰਦਾ ਅੱਗੋਂ ਕੀ ਕਹਿੰਦਾ, ਵੈਸੇ ਤਾਂ ਬੰਦੇ ਨੂੰ ਆਪਸ਼ਨ ਨਹੀਂ ਹੁੰਦੀ, ਪਰ ਗੁਰਬਾਣੀ 'ਚ ਸਮਝਾਉਣ ਦੀ ਖਾਤਰ ਸਾਨੂੰ ਦੱਸਿਆ। ਫਿਰ ਅਸੀਂ ਕੀ ਕਰਾਂਗੇ, ਕਰੋ ਅਰਦਾਸ ਗਾਮ ਕਿਛ ਬਾਕੀ। ਜਿਹੜਾ ਮਨੁੱਖ ਆ ਨਾ, ਅਸੀਂ ਉਹਨਾਂ ਨੂੰ ਕਹਿੰਦੇ, ਜਮਾਂ ਨੂੰ ਉਹ ਕਹਿੰਦਾ ਵਾ ਮਨੁੱਖ, ਬੇਨਤੀ ਕਰਦਾ, ਕਰੋ ਅਰਦਾਸ। ਗਾਮ ਹੁੰਦਾ ਪਿੰਡ, ਕਹਿੰਦਾ ਪਿੰਡ 'ਚ ਮੇਰਾ ਲੇਖਾ ਜੋਖਾ ਬਹੁਤ ਆ, ਮੇਰੇ ਤੇ ਧੀਆਂ ਪੁੱਤਰਾਂ ਨੂੰ ਪਤਾ ਹੀ ਨਹੀਂ ਮੈਂ ਕਿਹਨੂੰ ਪੈਸੇ ਦਿੱਤੇ, ਕਿਹਦੇ ਕੋਲ ਲਏ ਆ, ਸਾਰਾ ਕੁਛ ਮੇਰਾ ਲੇਖਾ ਦੋਖਾ, ਬਹੁਤ ਪੈਸੇ ਲੈਣ ਵਾਲੇ ਲੋਕਾਂ ਕੋਲ। ਕਰੋ ਅਰਦਾਸ ਗਾਮ ਕਿਛ ਬਾਕੀ ਲੇਹੋ ਨਬੇਰ ਆਜ ਕੀ ਰਾਤੀ। ਕਹਿੰਦੇ ਮੈਨੂੰ ਅੱਜ ਦੀ ਰਾਤ ਦੇ ਦਿਓ, ਅੱਜ ਦੀ ਰਾਤ ਦੇ ਦਿਓ, ਮੈਂ ਆਪਣਾ ਲੇਖਾ ਕਰ ਲਊਂਗਾ। ਮੈਂ ਜਿੰਨੇ ਪੈਸੇ ਪੂਹੇ ਲੈਣੇ ਆ ਲੈ ਲਊਂਗਾ, ਜਾਂ ਮੈਂ ਕਮ ਸੇ ਕਮ ਆਪਣੇ ਪੁੱਤਰਾਂ ਨੂੰ ਲਿਖ ਕੇ ਦੇ ਦਾਂਗਾ, ਪੁੱਤਰੋ ਮੈਂ ਚਲਿਆ ਜਾਣਾ ਸਵੇਰੇ, ਅਤੇ ਤੁਸੀਂ ਆਹ ਜਿਹੜਾ ਹਿਸਾਬ ਕਿਤਾਬ ਕਰ ਲਿਓ। ਸਮਝ ਆ ਰਹੀ ਜੀ ਗੱਲ? ਨੀਂਦ ਨਹੀਂ ਆ ਰਹੀ ਕਿਸੇ ਨੂੰ? ਸਿੱਧੇ ਰਹੋ ਫਿਰ ਥੋੜ੍ਹਾ ਜਿਹਾ, ਠੀਕ ਹੈ? ਹਾਂ, ਵਧੀਆ ਲੱਗਾ ਮੈਨੂੰ ਵੀ ਜੋ ਤੁਸੀਂ ਸਿੱਧੇ ਹੋਏ ਆ। ਸੋ ਕਰੋ ਅਰਦਾਸ ਗਾਮ ਕਿਛ ਬਾਕੀ ਲੇਹੋ ਨਬੇਰ ਆਜ ਕੀ ਰਾਤੀ। ਉਹ ਨਹੀਂ ਮੰਨਦੇ ਭਾਈ, ਉਹ ਕਹਿੰਦੇ ਨਹੀਂ ਜਾਣਾ ਪੈਣਾ। ਫਿਰ ਪਤਾ ਕਹਿੰਦਾ, ਕਿਛ ਵੀ ਖਰਚ ਤੁਮਾਰਾ ਸਾਰੋਂ। ਤੁਹਾਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦਾ, ਖਾਸ ਤੌਰ 'ਤੇ ਜਿਹੜੇ ਇਸ ਦੇਸ਼ ਦੇ ਜੰਮੇ, ਇਹਨਾਂ ਲਈ ਤਾਂ ਬਹੁਤ ਸੌਖਾ ਕੰਮ ਆ। ਉਹਨਾਂ ਨੂੰ ਪਤਾ ਸਾਡੀ ਉੱਦਾਂ ਦੇ ਫਾਈਲ ਤੁਰਨੀ ਨਹੀਂ, ਰਿਸ਼ਵਤ ਨਾਲ ਹੀ ਤੁਰਨੀ ਆ। ਮੈਨੂੰ ਲੱਗਦਾ ਕਿ ਦੂਜੇ ਕੰਟਰੀਜ਼ 'ਚ ਸ਼ਾਇਦ ਨਹੀਂ, ਅਸੀਂ ਜ਼ਰੂਰ ਕਰਦੇ ਹੋਵਾਂਗੇ ਉਸ ਵੇਲੇ, ਭਾਈ ਰਿਸ਼ਵਤ ਲੈ ਲਓ ਕਿਸੇ ਤਰੀਕੇ ਅੱਜ ਦੀ ਰਾਤ। ਵੇਖੋ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਜਮਾਂ ਨੂੰ। ਕੀ ਪੰਕਤੀ ਸੀ, ਕੀ ਪੰਕਤੀ ਸੀਗੀ? ਕਿਛ ਵੀ ਖਰਚ ਤੁਮਾਰਾ ਸਾਰੋਂ। ਕਹਿੰਦੇ ਜਿੰਨਾ ਮਰਜ਼ੀ ਲੈ ਲਓ, ਸਾਰ ਦਿਨੇ ਤੁਹਾਡਾ ਕੰਮ, ਅੱਜ ਦਾ ਦਿਨ ਕੱਢ, ਰੁਕੋ ਇੱਥੇ, ਰੋਟੀ ਪਾਣੀ ਵੀ ਤੁਸੀਂ ਖਾਓ, ਖਰਚਾ ਵੀ ਲੈ ਲਓ ਜਿੰਨਾ ਮਰਜ਼ੀ। ਇੱਥੋਂ ਤੱਕ ਹੀ ਨਹੀਂ ਗੱਲ, ਕਹਿੰਦਾ ਮੈਂ ਸਾਰਾ ਰਾਤ ਦੇ ਵਿੱਚ ਆਪਣਾ ਲੇਖਾ ਨਿਬੇੜ ਲੂੰ। ਕਿਛ ਵੀ ਖਰਚ ਤੁਮਾਰਾ ਸਾਰੋਂ ਸੁਬਹ ਨਿਵਾਜ ਸਰਾਏ ਗੁਜ਼ਾਰੋਂ। ਮੈਂ ਨਿਤਨੇਮ ਸਵੇਰੇ ਬਹਿ ਕੇ ਨਹੀਂ ਕरूँ। ਨਵਾਜ਼ ਦਾ ਮਤਲਬ ਮੁਸਲਮਾਨ ਧਰਮ ਦੇ ਨਾਲ ਲੈਣਾ ਦੇਣਾ, ਪਰ ਇਹ ਪੰਕਤੀ ਅਸੀਂ ਆਪਣੇ 'ਤੇ ਢੋ ਕੇ ਵੇਖਣੀ ਆ ਕਿ ਕਹਿੰਦੇ ਮੈਂ ਸਵੇਰ ਦਾ ਨਿਤਨੇਮ ਇੱਥੇ ਬਹਿ ਕੇ ਨਹੀਂ ਕਰਾਂਗਾ, ਮੈਂ ਤੁਹਾਨੂੰ ਲੇਟ ਨਹੀਂ ਕਰਾਂਗਾ। ਸਵੇਰ ਦਾ ਨਿਤਨੇਮ ਮੈਂ ਤੁਹਾਡੇ ਨਾਲ ਜਾਂਦਾ ਜਾਂਦਾ ਰਸਤੇ 'ਚ ਹੀ ਕਰ ਲਾਂਗਾ। ਸੁਬਹ ਨਿਵਾਜ ਸਰਾਏ ਗੁਜ਼ਾਰੋਂ। ਅੱਛਾ, ਇੱਕ ਬੇਨਤੀ ਆ ਸਾਰੇ ਬੱਚਿਆਂ ਨੂੰ ਵਿੱਚ ਰੋਕ ਕੇ। ਗੁਰਬਾਣੀ ਦੀ ਇੱਕ ਪੰਕਤੀ ਹੁੰਦੀ ਆ, 4 5 6 7 ਸ਼ਬਦ ਹੁੰਦੇ ਉਹਦੇ ਵਿੱਚੋਂ ਨਾ ਜਿਹੜਾ ਅੱਖਰ ਤੁਹਾਨੂੰ ਸਮਝ ਆ ਗਿਆ ਇੱਕ ਸ਼ਬਦ, ਉਹਨੂੰ ਫੜ ਲਓ ਪਹਿਲਾਂ, ਉਹਦੇ ਅਰਾਊਂਡ ਮੀਨਿੰਗ ਬਣਾਉਣ ਦੀ ਕੋਸ਼ਿਸ਼ ਕਰੋ ਜ਼ਰੂਰ। ਇੱਕ ਸਕਿੱਲ ਡਿਵੈਲਪ ਹੋ ਜਾਂਦੀ ਤੁਹਾਡੇ ਅੰਦਰ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ, ਅਸੀਂ ਕਿਤੇ ਪੜ੍ਹੇ ਨਹੀਂ ਬਹੁਤਾ, ਥੋੜ੍ਹਾ ਬਹੁਤ ਅਸੀਂ ਪੜ੍ਹਦੇ ਹਾਂ, ਗੁਰਸਿੱਖਾਂ ਦੀ ਸੰਗਤ 'ਚੋਂ ਸਿੱਖਦੇ, ਗੁਰੂ ਸਾਹਿਬ ਕੋਲੋਂ ਸਿੱਖਦੇ। ਕੋਈ ਪ੍ਰੋਪਰ ਵਿਦਿਆ ਨਹੀਂ ਅਸੀਂ ਲਏ ਵੀ ਅਸੀਂ ਕਿਸੇ ਜਥੇਬੰਦੀ 'ਚ ਰਹਿ ਕੇ ਜਾਂ ਕਿਸੇ ਕੋਲੋਂ ਵਿਦਿਆ ਲਈ ਹੋਵੇ। ਪਰ ਜਦੋਂ ਤੁਸੀਂ ਉਹ ਇੱਕ ਸ਼ਬਦ ਤੋਂ ਇੱਕ ਸ਼ਬਦ ਦੀ ਤੁਹਾਨੂੰ ਸਮਝ ਆ ਗਈ, ਹੁਣ ਇੱਕ ਸ਼ਬਦ ਦੇ ਕਈ ਮੀਨਿੰਗ ਹੋ ਸਕਦੇ, ਯੂ ਮੇ ਬੀ ਟੋਟਲੀ ਰੋਂਗ ਬਟ ਯੂ ਆਰ ਟਰਾਈਂਗ ਐਟ ਲੀਸਟ। ਉਹ ਇੱਕ ਸ਼ਬਦ ਫੜ ਲਿਆ, ਫਿਰ ਤੁਸੀਂ ਦੇਖਿਆ ਦੂਜੇ ਦਾ ਕੀ ਮਤਲਬ ਹੋ ਸਕਦਾ। ਹੁਣ ਸੁਬਹ ਦਾ ਆਪਾਂ ਥੋੜ੍ਹਾ ਸਮਝ ਸਕਦੇ ਹਾਂ, ਸਵੇਰ ਨੂੰ। ਇੱਦਾਂ ਤੁਸੀਂ ਨਾ ਮੀਨਿੰਗ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਵਿਹਲੇ ਬੈਠਦੇ। ਇੱਕ ਤਾਂ ਇੰਟਰਸਟ ਪੈਦਾ ਹੁੰਦਾ, ਔਰ ਗੈਸ ਕਰੋ ਜੇ ਤੁਸੀਂ 50% ਵੀ ਮੀਨਿੰਗ ਬਣਾ ਲਿਆ, ਉਸ ਤੋਂ ਬਾਅਦ ਜਦੋਂ ਪੜ੍ਹਿਆ, ਕੰਪੇਅਰ ਕੀਤਾ, ਤੁਹਾਨੂੰ ਖੁਸ਼ੀ ਮਿਲੇਗੀ। ਔਰ ਇੱਕ ਤਾਂ ਜਦੋਂ ਤੁਸੀਂ ਆਪ ਕੋਸ਼ਿਸ਼ ਕੀਤੀ, ਭਾਵੇਂ ਗਲਤ ਮੀਨਿੰਗ ਬਣਾ ਕੇ, ਮੁੜ ਕੇ ਸਹੀ ਸਿੱਖਿਆ ਨਾ, ਉਹ ਤੁਹਾਡੇ ਲਾਈਫ ਟਾਈਮ ਲਈ ਤੁਹਾਡੇ ਅੰਦਰ ਸੇਵ ਹੋ ਜਾਂਦਾ। ਸੋ ਡਿਫਰੈਂਟ ਵੇਜ਼ ਆਫ ਲਰਨਿੰਗ ਹੁੰਦੇ ਆ, ਉਹ ਕੋਸ਼ਿਸ਼ ਕਰੋ ਜਿਹਦੇ ਨਾਲ ਚੀਜ਼ ਜ਼ਿਆਦਾ ਲਾਸਟ ਕਰੇ। ਠੀਕ ਹੈ ਜੀ। ਸੋ ਇੱਥੇ ਇਸ ਬੰਦੇ ਨੇ ਇਹੀ ਚਲਾਕੀ ਕੀਤੀ, ਔਰ ਅਸੀਂ ਸਾਡੇ ਵਰਗੇ ਹੀ ਸੀ ਸਾਰੇ, ਕਿ ਸੁਬਹ ਨਵਾਜ਼ ਸਰਾਏ ਗੁਜ਼ਾਰੋਂ, ਵੀ ਮੈਂ ਸਵੇਰ ਦਾ ਨਿਤਨੇਮ ਰਸਤੇ 'ਚ ਹੀ ਕਰ ਲਵਾਂਗਾ। ਚਲੋ ਹੁਣ ਇਹ ਤਾਂ ਹੈਗਾ ਸੀ ਇੱਧਰਲੇ ਪਾਸੇ ਵਾਲਾ। ਇੱਧਰ ਮਹਾਰਾਜ ਨੇ ਇੱਥੇ ਅੱਗੇ ਕਬੀਰ ਜੀ ਦਾ ਸ਼ਬਦ ਆ, ਉਹ ਕਹਿੰਦੇ ਹਨ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ। ਸਿੰਪਲ ਜੀ ਗੱਲ ਸਮਝ ਆ ਗਈ ਆਪਾਂ ਸਾਰਿਆਂ ਨੂੰ। ਸਾਧ ਸੰਗਤ ਵਿੱਚ ਆ ਕੇ ਜਿਹੜੇ ਉਸ ਪਰਮੇਸ਼ਰ ਦਾ ਰੰਗ ਲੱਗ ਗਿਆ, ਉਹਨਾਂ ਜੁੜ ਗਏ। ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧੰਨ ਧੰਨ ਸੋ ਪੁਰਖ, ਧੰਨ ਧੰਨ ਸੋ ਜਨ ਪੁਰਖ ਵਡਭਾਗਾ ਸੁਭਾਗਾ। ਧੰਨ ਧੰਨ ਸੋ ਜਨ ਪੁਰਖ ਸੁਭਾਗਾ, ਵੱਡੇ ਭਾਗਾਂ ਵਾਲੇ ਹੋ ਗਏ। ਇੱਧਰ ਭਾਗਾਂ ਵਾਲੇ ਖਲੋਤੇ ਸੀ ਨਾ, ਸੋ ਸੁਖੀ ਆ ਧੰਨ ਉਸ ਜਨਮ। ਇੱਧਰ ਵੇਖੋ ਉਹ ਵੱਡੇ ਭਾਗਾਂ ਵਾਲੇ ਖਲੋ ਗਏ
ਇਹ ਜਿਹੜੇ ਸੀ ਨਾ, ਇਹ ਈਤ ਊਤ ਜਨ ਸਦਾ ਸੁਹੇਲੇ, ਇਹ ਇੱਥੇ ਵੀ ਸੁਖੀ ਹਨ, ਇਹ ਉੱਥੇ ਵੀ ਸੁਖੀ ਹਨ। ਜਿਹੜਾ ਕਲਾਸ 'ਚ ਪੜ੍ਹਨ ਵਾਲਾ ਬੱਚਾ ਹੁੰਦਾ ਉਹਨੂੰ ਮਾਰ ਸਭ ਤੋਂ ਘੱਟ ਪੈਂਦੀ ਹੈ ਕਲਾਸ ਦੇ ਵਿੱਚ, ਉੱਥੇ ਵੀ ਸੁਖੀ। ਅਤੇ ਜਦੋਂ 25 ਸਾਲ ਤੋਂ ਬਾਅਦ 'ਚ ਦੁਨੀਆ ਦੇ ਵਿੱਚ ਗਿਆ, ਉਸ ਦਿਨ ਵੀ ਉਹਦੇ ਕੋਲ ਜੋਬ ਆ, ਉਸ ਦਿਨ ਵੀ ਉਹ ਸੁਖੀ। ਜੋਬ ਵਾਲਾ ਵੈਸੇ ਸੁਖੀ ਨਹੀਂ ਹੁੰਦਾ, ਪਰ ਉਸ ਪਰਸਪੈਕਟਿਵ ਤੋਂ ਜਿੱਥੋਂ ਅਸੀਂ ਦੇਖ ਰਹੇ ਹਾਂ ਉਹਨੂੰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਹਨੂੰ ਕਲਾਸ 'ਚ ਵੀ ਮਾਰਨੀ ਪਈ, ਉਹਨੂੰ ਕਲਾਸ ਤੋਂ ਬਾਹਰ ਵੀ ਮਾਰਨੀ ਪਈ। ਇੱਦਾਂ ਹੀ ਈਤ ਊਤ ਜਿਹੜੇ ਭਜਨ ਬੰਦਗੀ ਕਰਨ ਵਾਲੇ ਹਨ ਉਹਨਾਂ ਨੂੰ ਇੱਥੇ ਵੀ ਮਾਰਨੀ ਪੈਂਦੀ, ਉਹਨਾਂ ਨੂੰ ਫਿਰ ਉੱਥੇ ਵੀ ਨਹੀਂ ਮਾਰ ਪੈਂਦੀ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਜਿਹੜਾ ਜਨਮ ਮਿਲਿਆ ਨਾ, ਦੁਲੱਭ ਦੇ ਸਵਾਰ ਜਾਹੇ ਨਾ ਦਰਗਹਿ ਹਾਰ, ਹਲਤ ਪਲਤ ਤੁਧ ਹੋਏ ਵਡਿਆਈ, ਅੰਤ ਕੀ ਬੇਲਾ ਲੈ ਛਡਾਈ। ਜਿਹੜਾ ਤੁਹਾਨੂੰ ਸਭ ਤੋਂ ਐਕਸਪੈਂਸਿਵ ਗਿਫਟ ਆਪਾਂ ਨੂੰ ਮਿਲਿਆ ਨਾ, ਉਹ ਸਾਨੂੰ ਇਹ ਸਰੀਰ ਹੀ ਮਿਲਿਆ ਵਾ। ਕਿਉਂਕਿ ਅਸੀਂ ਸਰੀਰ ਨਹੀਂ ਹੈਗੇ, ਅਸੀਂ ਹੈਗੇ ਜਿਹੜੀ ਸਾਡੀ ਆਤਮਾ ਸੋਲ ਆ, ਪਿਛਲੇ ਜਨਮਾਂ ਤੋਂ ਤੁਰੀ ਆ ਰਹੀ ਆ। ਨਵੇਂ ਜਨਮ 'ਚ ਸਾਨੂੰ ਨਵਾਂ ਸਰੀਰ ਮਿਲ ਜਾਂਦਾ। ਜਦੋਂ ਜਨਮ ਖਤਮ ਹੁੰਦਾ ਸਰੀਰ ਅਸੀਂ ਛੱਡ ਜਾਂਦੇ, ਆਤਮਾ ਅੱਗੇ ਚਲੀ ਜਾਂਦੀ ਆ। ਨਵਾਂ ਜਨਮ ਮਿਲਦਾ, ਨਵਾਂ ਸਰੀਰ ਫਿਰ ਮਿਲ ਜਾਂਦਾ। ਇਹ ਨਹੀਂ ਪਤਾ ਉਹ ਕਿਹੜਾ ਮਿਲਣਾ ਮੁੜ ਕੇ। ਪ੍ਰੋਬਲਮ ਇੱਥੇ ਹੋ ਜਾਂਦੀ ਹੈ। ਜੇ ਤੇ ਕਵਣ ਵੀ ਮਨੁੱਖੀ ਬਣੀ ਜਾਣਾ, ਹੋ ਸਕਦਾ ਅਸੀਂ ਸਾਰੇ ਖੁਸ਼ ਹੋਈਏ ਕਿ ਚਲੋ ਠੀਕ ਹੈ ਤੁਰੇ ਰਹਾਂਗੇ, ਆ ਜਾਵਾਂਗੇ। ਪਰ ਇਹ ਨਹੀਂ ਜੇ ਪਤਾ ਇੱਥੋਂ ਇੱਕ ਵਾਰ ਜਦੋਂ ਇੱਕ ਵਾਰੀ ਮੌਕਾ ਖੁਜਾ ਕੇ ਚਲੇ ਗਏ ਤੇ ਅੱਗੇ ਜਾ ਕੇ ਕਿੰਨੀ ਕੁ ਪ੍ਰੋਬਲਮ ਦੇ ਵਿੱਚ ਅਸੀਂ ਫਸ ਜਾਣਾ। ਗੁਰਬਾਣੀ ਦੇ ਵਿੱਚ ਸਾਰਾ ਕੁਛ ਦੱਸਿਆ। ਤੁਸੀਂ ਜਿਹੜੇ ਸਾਰੇ ਵਧੀਆ ਲੈਵਲ ਦੇ ਬੱਚੇ ਬੈਠੇ, ਅਸੀਂ ਦੇਖਿਆ ਗੁਰਬਾਣੀ ਵੀ ਬਹੁਤ ਕੰਠਾ ਬੱਚਿਆਂ ਨੂੰ, ਨਿਤਨੇਮੀ ਹੋ। ਫਿਰ ਅਸੀਂ ਸੋਚਿਆ ਕਿ ਗੁਰਬਾਣੀ ਦੀ ਹੀ ਤੁਹਾਡੇ ਨਾਲ ਸਾਂਝ ਪਾਈਏ, ਕਿਸੇ ਤਰੀਕੇ ਗੁਰਬਾਣੀ ਦੇ ਨਾਲ ਪ੍ਰੇਮ ਵੱਧ ਜਾਏ। ਸਾਡੀ ਇਹੀ ਕੋਸ਼ਿਸ਼ ਹੋਏਗੀ ਕਿ ਸਾਡੇ ਕੁਛ ਬੋਲਣ ਦੇ ਨਾਲ ਇਹ ਘਟੇ ਨਾ, ਵਧੇ ਹੀ। ਸੋ ਇਹ ਗੁਰਸਿੱਖਾਂ ਦੀ ਗੱਲ ਕੀਤੀ ਕਿ ਜਨਮ ਪਦਾਰਥ ਜੀਤ ਅਮੋਲੇ। ਉਹ ਅਮੋਲਕ ਜਨਮ ਨੂੰ ਜਿੱਤ ਕੇ ਚਲੇ ਜਾਂਦੇ ਹਨ, ਪਰ ਜਿਹੜੇ ਦੂਜੇ ਪਾਸੇ ਵਾਲੇ ਹਨ ਉਹ ਹਾਰਨ ਰਹੇ ਹਨ। ਹੁਣ ਅਸੀਂ ਦੇਖਿਆ ਨਾ ਜੀ, ਇੱਧਰਲੇ ਦੁਨਿਆਵੀ ਪੱਖ ਵਾਲੇ ਗੁਰਬਾਣੀ ਅਨੁਸਾਰ ਦੇ ਆਰ ਲੂਜ਼ਰਸ ਐਂਡ ਫਰੋਮ ਸਟਾਰਟ ਦੇ ਆਰ ਲੂਜ਼ਰਸ। ਉਹ ਹਮੇਸ਼ਾ ਹੀ ਲੂਜ਼ ਕਰ ਰਹੇ ਆ। ਅਤੇ ਇੱਧਰ ਜਿਹੜੇ ਬਾਣੀ ਪੜ੍ਹਨ ਵਾਲੇ, ਸਿਮਰਨ ਵਾਲੇ ਹਨ, ਉਹ ਜਿਹੜੇ ਹਨ ਉਹ ਹਰ ਪਾਸਿਓਂ ਗੇਨ ਕਰ ਰਹੇ ਹਨ। ਅਗਲੀ ਪੰਕਤੀ ਮੈਨੂੰ ਭੁੱਲ ਗਈ, ਕਿਸੇ ਨੂੰ ਸ਼ਬਦ ਯਾਦ ਹੋਵੇ ਤੇ। ਜਨਮ ਪਦਾਰਥ ਜੀਤ ਅਮੋਲੇ, ਦੇਖਿਓ ਕੋਈ ਪੰਕਤੀ। ਕਬੀਰ ਜੀ ਨੇ ਇਸ ਦੇ ਵਿੱਚ ਬਹੁਤ ਐਕਸਪਲੇਨ ਕਰਦਿਆਂ ਨਾ, ਬਹੁਤ ਵਧੀਆ ਜਿਹੜੇ ਤੁਹਾਨੂੰ ਪਤਾ ਕੋਈ ਮੂਮੈਂਟ ਹੁੰਦਾ ਜਦੋਂ ਬਾਣੀ ਦੀ ਪੰਕਤੀ ਇੱਥੇ ਘੁੰਮੀ ਜਾ ਰਹੀ ਹੁੰਦੀ ਹੈ, ਪਰ ਇੱਥੇ ਨਹੀਂ ਆ ਪਾ ਰਹੀ। ਹਾਂ, ਜਾਗਤ ਸੋਇਆ ਜਨਮ ਗਵਾਇਆ। ਜਾਗਦਾ ਹੋਇਆ ਸੁੱਤਾ ਹੈ ਤੇ ਜਨਮ ਗਵਾ ਗਿਆ। ਹੁਣ ਦੇਖੋ, ਵੈਸੇ ਹੁਣ ਇਸ ਚੀਜ਼ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ ਵੀ ਇਸ ਵੇਲੇ ਅਸੀਂ ਸਾਰੇ ਜਾਗਦੇ ਹਾਂ, ਅਤੇ ਜਦੋਂ ਅਸੀਂ ਲੰਮੇ ਪੈ ਕੇ ਸੌਂ ਜਾਂਦੇ ਉਹਨੂੰ ਸੌਂ ਜਾਂਦੇ। ਪਰ ਗੁਰਬਾਣੀ 'ਚ ਇਹ ਸੌਣਾ ਜਾਗਣਾ ਨਹੀਂ ਹੈ। ਭਾਈ ਸਾਹਿਬ ਨੇ ਕੱਲ੍ਹ ਵੀ ਐਕਸਪਲੇਨ ਕੀਤਾ ਸੀ, ਅੱਜ ਵੀ ਕੀਤਾ। ਇਹ ਗੁਰਬਾਣੀ 'ਚ ਬਾਰ-ਬਾਰ ਆਉਂਦਾ ਵਾ। ਗੁਰਬਾਣੀ 'ਚ ਹੋਰ ਵੀ ਐਗਜ਼ੈਂਪਲ ਆਉਂਦੀ ਹੈ, ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮਸੀਤ ਹੋ ਰੇ ਭਾਈ। ਤੁਸੀਂ ਇੱਥੇ ਬੈਠੇ ਆ, ਤੁਹਾਡੇ ਕੋਲ ਇੱਕ ਚੀਜ਼ ਪਈ, ਤੁਹਾਡੀ ਤੁਸੀਂ ਜਾਗ ਰਹੇ ਆ ਨਾ, ਬੈਠੇ ਆ, ਤੁਹਾਡੇ ਕੋਲ ਇੱਕ ਚੀਜ਼ ਪਈ ਆ, ਲਾਗੋਂ ਕੋਈ ਚੁੱਕ ਕੇ ਲੈ ਗਿਆ, ਦੱਸੋ ਤੁਸੀਂ ਜਾਗ ਰਹੇ ਆ? ਨਹੀਂ ਨਾ, ਉਹਨੂੰ ਤੁਸੀਂ ਜਾਗਣਾ ਨਹੀਂ ਮੰਨ ਸਕਦੇ ਜੇ ਤੁਹਾਡੇ ਲਾਗੋਂ ਹੀ ਤੁਹਾਡੀ ਚੋਰੀ ਹੋ ਗਈ। ਗੁਰੂ ਸਾਹਿਬ ਕਹਿੰਦੇ ਜਿਹੜੀ ਦੁਨੀਆ ਆਪਣੇ ਆਪ 'ਚ ਬਹੁਤ ਹੁਸ਼ਿਆਰ ਆ, ਪਰ ਇਹ ਜਾਗਦੀ ਹੋਈ ਲੁੱਟੀ ਜਾ ਰਹੀ ਹੈ। ਔਰ ਜਦੋਂ ਤੋਂ ਆਪਾਂ ਆਲੇ ਦੁਆਲੇ ਦੇਖ ਰਹੇ, ਹੁਣ ਬਾਣੀ ਦੇ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਆ ਜਿੰਨੇ ਇੱਧਰ ਖਲੋਤੇ ਇਹ ਜਾਗਦੇ ਹੋਏ ਲੁੱਟੇ ਜਾਣ ਵਾਲੇ ਹਨ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋੜਿਆ ਭਇਆ ਪਰਾਇਆ। ਉਹ ਕੀ ਹੁੰਦਾ? ਜਿਹੜਾ ਮਾਲ ਧਨ ਉਹਨਾਂ ਨੇ ਪੈਸਾ ਇਕੱਠਾ ਕੀਤਾ ਹੁੰਦਾ, ਪ੍ਰੋਪਰਟੀ ਚੱਲ ਤੇ ਅਚਲ ਹੁੰਦੀ ਦੋ ਟਾਈਪ ਦੀ, ਕੈਸ਼ ਅਤੇ ਜਾਂ ਫਿਰ ਉਹ ਫਿਰ ਬਿਸਕੁਟ ਲੈ ਕੇ ਰੱਖਦੇ ਸੋਨੇ ਦੇ ਘਰਾਂ ਦੇ ਵਿੱਚ, ਜਾਂ ਫਿਰ ਸਵਿਸ ਬੈਂਕ ਦੇ ਵਿੱਚ ਉਹਨਾਂ ਦਾ ਜਮ੍ਹਾਂ ਹੁੰਦਾ। ਵੇਖੋ ਨਾ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਇਕੱਠੀ ਜਿਹੜੀ ਪਾਪਾਂ ਦੇ ਨਾਲ ਹੀ ਹੁੰਦੀ ਆ। ਉਹਨਾਂ ਦਾ ਜਿਹੜਾ ਜਿੰਨਾ ਉਹਨਾਂ ਨੇ ਜੋੜਿਆ ਹੁੰਦਾ ਨਾ, 1 ਸੈਕਿੰਡ ਦੇ ਵਿੱਚ ਸਾਰਾ ਪਰਾਇਆ ਹੋ ਜਾਂਦਾ ਵਾ। ਹੋ ਗਿਆ ਸੀ ਨਾ ਉਹਦਾ, ਉਹਦੇ ਕੋਲ ਆਏ, ਉਹਨੂੰ ਕਹਿੰਦੇ ਰਾਤ ਨੂੰ ਹੁਣੇ ਚੱਲ, ਉਹਦਾ ਸਾਰਾ ਪਰਾਇਆ ਹੋ ਗਿਆ। ਕਹਿੰਦਾ ਬਸ 1 ਰਾਤ ਦੇ ਦਿਓ। ਅਜੇ ਵੀ ਕੋਸ਼ਿਸ਼ ਕਰ ਰਿਹਾ ਕੁਛ। ਉਦੋਂ ਵੀ ਨਹੀਂ ਉਹਨੇ ਕਿਹਾ ਵੀ 1 ਰਾਤ ਦੇ ਦਿਓ, ਮੈਂ ਸਿਮਰਨ ਹੀ ਕਰ ਲਵਾਂ। ਕੁਛ ਤਾਂ ਖਜ਼ਾਨਾ ਹੋਵੇ ਰੱਬ ਨੂੰ ਮੂੰਹ ਦਿਖਾਉਣ ਜੋਗਾ ਜਾਂ, ਕਿਉਂਕਿ ਵੇਖੋ ਨਾ, ਜਿਹੜਾ ਸਾਰਾ ਸਾਲ ਨਹੀਂ ਪੜ੍ਹਦਾ ਉਹ ਪੇਪਰ ਵਾਲੇ ਦਿਨ ਪੜ੍ਹ ਲੈਂਦਾ। ਫਿਰ ਕਈ ਵਾਰੀ 1 ਰਾਤ ਪਹਿਲਾਂ ਕਿਤਾਬ ਫੜੀ ਹੁੰਦੀ ਆ ਉਹਨੇ, ਉਹ ਕਹਿੰਦਾ ਚਲੋ ਅੱਜ ਹੀ ਪੜ੍ਹ ਲਓ, ਜੇ ਨਹੀਂ ਤਾਂ ਪਰਚੀਆਂ ਹੀ ਬਣਾ ਲਓ, ਬਾਏ ਹੁੱਕ ਔਰ ਕਰੁੱਕ ਆਈ ਸ਼ੁੱਡ ਪਾਸ। ਸਮਝੇ ਕਿ ਨਹੀਂ ਮੇਰੀ ਗੱਲ? ਅਤੇ ਉਹ ਬੰਦੇ ਨੇ ਇਹ ਨਹੀਂ ਕਿਹਾ ਕਿ ਚੱਲ ਯਾਰ ਹੁਣ ਉਹ ਤਾਂ ਹੋ ਗਿਆ ਜੋ ਹੋ ਗਿਆ, ਇੱਕ ਮੌਕਾ ਦੇ, ਕਿਸੇ ਨਾ ਕਿਸੇ ਤਰੀਕੇ ਮੈਂ ਕੁਛ ਕਹਿ ਲਾਂ। ਕਿਉਂਕਿ ਜੇ ਤੁਸੀਂ ਮੰਨ ਲਓ ਇੱਕ ਜਪਜੀ ਸਾਹਿਬ ਵੀ ਕਰ ਲੈਂਦਾ, ਉਹਦਾ ਵੀ ਉਹਨੂੰ ਉੱਥੇ ਲੇਖੇ ਦੇ ਵਿੱਚ ਹਿਸਾਬ ਮਿਲਣਾ। ਇੱਕ ਵਾਰ ਵਾਹਿਗੁਰੂ ਕਹੇ ਦਾ ਮੁੜ ਕੇ ਉਹਨੂੰ ਉੱਥੇ ਫਾਇਦਾ ਹੋਣਾ। ਇੱਕ ਵਾਰ ਵਾਹਿਗੁਰੂ ਕਹੇ ਦਾ ਫਾਇਦਾ ਹੋਣਾ।
ਉਹ ਜਿਹੜਾ ਸਵੇਰ ਦਾ ਤੁਸੀਂ ਅਨੰਤ ਵਾਰ ਕਹਿ ਲਿਆ ਨਾ, ਉਹਦਾ ਇੱਕ ਵਾਰ ਕਹੇ ਦਾ ਫਾਇਦਾ ਹੋਣਾ। ਸੋ ਇੰਨੀ ਕੀਮਤ ਆ ਉਹਦੀ। ਠੀਕ ਹੈ ਜੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇੰਨਾ ਜਿੰਨਾ ਤੁਸੀਂ ਇੱਕ ਵਾਰੀ ਬੈਠੇ, ਇਹ ਹੁਣ ਅੱਖਾਂ ਬੰਦ ਕਰਕੇ ਬੈਠਾ ਬੱਚਾ, ਇਹਦਾ ਚੰਗਾ ਸੋਚ ਲਿਆ ਨਾ ਤੁਸੀਂ ਮਨ 'ਚ, ਉਹ ਵੀ ਰਿਕਾਰਡ ਹੋ ਗਿਆ ਉੱਥੇ, ਕਿਹਨੇ ਚੰਗਾ ਸੋਚਿਆ ਸੀ। ਇਹਦਾ ਮਾੜਾ ਸੋਚ ਲਿਆ ਮਨ 'ਚ, ਉਹ ਵੀ ਰਿਕਾਰਡ ਹੋ ਗਿਆ ਉੱਥੇ। ਇਹ ਥੋੜ੍ਹੀ ਜ਼ਿਆਦਾ ਬਰੀਕੀ ਦੀ ਗੱਲ ਆ, ਜ਼ਿਆਦਾ ਕਿਤੇ ਡਰ ਹੀ ਨਾ ਜਾਇਓ, ਸਮਝੇ ਕਿ ਨਹੀਂ। ਇਹ ਵੀ ਬਹੁਤ ਜ਼ਰੂਰੀ ਹੈ। ਪਰ ਜਿਉਂ-ਜਿਉਂ ਤੁਸੀਂ ਗੁਰਬਾਣੀ ਪੜ੍ਹਨ ਲੱਗੋ, ਸਿਮਰਨ ਕਰੋਗੇ, ਤੁਹਾਡੇ ਵਿਚਾਰ ਆਪਣੇ ਆਪ ਸ਼ੁੱਧ ਹੋਈ ਜਾਂਦੇ। ਹੁਣ ਉਹ ਸਾਬਣ ਦਾ ਕੀ ਫਾਇਦਾ ਜਿਹਨੇ ਕੱਪੜਾ ਹੀ ਸਾਫ਼ ਨਹੀਂ ਕਰਨਾ, ਸਮਝੇ ਕਿ ਨਹੀਂ। ਜੋ ਸਾਬਣ ਲਾਓਗੇ ਕੱਪੜਾ ਸਾਫ਼ ਹੋਏਗਾ ਹੋਏਗਾ, ਬਾਣੀ ਪੜ੍ਹੋਗੇ ਮਨ ਸਾਫ਼ ਹੋਏਗਾ ਹੋਏਗਾ, ਸਿਮਰਨ ਕਰਾਂਗੇ ਮਨ ਸਾਫ਼ ਹੋਏਗਾ ਹੋਏਗਾ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ। ਇਹ ਭੁੱਲ ਚੁੱਕੇ ਹਨ, ਇਹ ਰੱਬ ਨੂੰ ਵੀ ਭੁੱਲ ਗਏ ਆ, ਸਾਰੀ ਖੇਡ ਨੂੰ ਹੀ ਭੁੱਲ ਗਏ। ਇੱਧਰਲੇ ਜੇ ਭਾਈ ਇੱਧਰ ਹੈਗੇ ਕੋਈ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗ ਰੂਲੇ। ਭਾਈ ਸਾਹਿਬ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਰੱਬ ਗਵਾਚਾ ਨਹੀਂ ਹੈ, ਅਸੀਂ ਉਹਨੂੰ ਭੁਲਾ ਦਿੱਤਾ, ਵਿਸਾਰ ਦਿੱਤਾ। ਔਰ ਖਸਮ ਵਿਸਾਰ ਮਾਟੀ ਸੰਗ ਰੂਲੇ। ਗੱਲ ਤਾਂ ਇੰਨੀ ਆ, ਕੱਲ੍ਹ ਤੱਕ ਮੈਂ ਨਹੀਂ ਸੀ ਬਾਣੀ ਪੜ੍ਹਦਾ, ਕੱਲ੍ਹ ਤੱਕ ਅਸੀਂ ਨਹੀਂ ਸੀ ਸਿਮਰਨ ਕਰਦੇ, ਅਸੀਂ ਜ਼ਿੰਦਗੀ 'ਚ ਇੱਕ ਵਾਰ ਵਾਹਿਗੁਰੂ ਨਹੀਂ ਕਿਹਾ, ਇੱਧਰ ਆ ਕੇ ਖਲੋ ਗਏ ਹਾਂ, ਅੱਜ ਤੋਂ ਮੈਂ ਕਹਿਣਾ ਸ਼ੁਰੂ ਕਰ ਦਿੱਤਾ, ਹੋ ਗਿਆ ਨਾ। ਅਸੀਂ ਇੱਕ ਵਾਰ ਆਪਣੇ ਪਿੰਡ ਖੇਤਾਂ ਦੇ ਵਿੱਚ ਟਿਊਬਵੈੱਲ ਦੀ ਬੰਬੀ ਦੇ ਉੱਤੇ ਬੈਠਾ ਹੋਇਆ ਮੈਂ, ਅਤੇ ਉੱਥੇ ਅੱਜ ਕੱਲ੍ਹ ਦੇ ਦਿਨ ਸੀ, ਅਗਲੇ ਕਮਾਦ ਆਲੇ ਦੁਆਲੇ ਉੱਚਾ ਬੜਾ ਵਧੀਆ ਲੁੱਕ ਜੀ ਬਣੀ ਹੋਈ ਸੀ। ਸੁਖਮਨੀ ਸਾਹਿਬ ਕਰਨ ਦੇ ਬੈਠੇ ਇਕੱਲੇ ਹੀ, ਅਤੇ ਇੱਕ ਵੀਰ ਆ ਗਿਆ ਮਿਲਣ। ਮੈਂ ਕਿਹਾ ਪੌੜੀਆਂ ਚੜ੍ਹ ਕੇ ਉੱਪਰ ਹੀ ਆ ਜਾ। ਉੱਪਰ ਬੈਠਾ ਉਹਨੂੰ ਮੈਂ ਪਹਿਲਾ ਕੁਐਸਚਨ ਪੁੱਛਿਆ, ਮੈਂ ਕਿਹਾ ਬਾਣੀ ਪੜ੍ਹਦਾ। 27 ਸਾਲ ਦੀ ਉਮਰ, ਉਹਨੇ ਮੈਨੂੰ ਕਲੀਅਰਲੀ ਕਹਿ ਦਿੱਤਾ ਕਿ ਉਹਨੇ ਆਪਣੀ ਜ਼ਿੰਦਗੀ 'ਚ ਅਜੇ ਇੱਕ ਵਾਰ ਵੀ ਜਪਜੀ ਸਾਹਿਬ ਨਹੀਂ ਪੜ੍ਹਿਆ। ਉਸਨੇ 27 ਸਾਲ ਦੀ ਉਮਰ ਵਿੱਚ ਮੈਨੂੰ ਕਲੀਅਰਲੀ ਓਨੈਸਟਲੀ ਕਹਿ ਦਿੱਤਾ ਕਿ ਉਹਨੇ ਆਪਣੀ ਜ਼ਿੰਦਗੀ 'ਚ ਕਦੀ ਜਪਜੀ ਸਾਹਿਬ ਨਹੀਂ ਪੜ੍ਹਿਆ। ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦੇ ਉੱਤੇ, ਸਿੰਘਾਂ ਦੀ ਸੰਗਤ, ਗੁਰੂ ਸਾਹਿਬ ਦਾ ਪਿਆਰ ਮਿਲਿਆ, ਅੰਮ੍ਰਿਤ ਦੀ ਦਾਤ ਵੀ ਮਿਲ ਗਈ, 5 ਬਾਣੀਆਂ ਦਾ ਨਿਤਨੇਮੀ ਹੋ ਗਿਆ ਹੌਲੀ ਹੌਲੀ, ਰਹਿਰਾਸ ਸਾਹਿਬ, ਸੋਹਲਾ ਸਾਹਿਬ, ਸੁਖਮਨੀ ਸਾਹਿਬ, ਔਰ ਅੱਜ ਅੰਮ੍ਰਿਤ ਵੇਲਾ ਉਹਦਾ ਪੱਕਾ ਹੈ। ਗੁਰੂ ਸਾਹਿਬ ਦੀ ਉੱਤੇ ਕਿਰਪਾ ਹੈ। ਠੀਕ ਹੈ ਜੀ। ਇਹ ਹੁਣ 27 ਸਾਲ ਦੀ ਉਮਰ ਛੋਟੀ ਥੋੜ੍ਹੀ ਹੁੰਦੀ ਹੈ। 27 ਸਾਲ ਦੀ ਉਮਰ ਤੱਕ ਤਾਂ ਆਪਣੀ ਦੁਨਿਆਵੀ ਐਜੂਕੇਸ਼ਨ ਦਾ ਸਟਾਪ ਹੀ ਲੱਗ ਜਾਂਦਾ ਤਕਰੀਬਨ। ਅਤੇ ਇਸ ਕਰਕੇ ਇਟਸ ਨੈਵਰ ਲੇਟ। ਆਵਰ ਅਕਾਊਂਟ ਸ਼ੁੱਡ ਬੀ ਅਪ ਟੂ ਡੇਟ, ਪੂਰਾ ਅਪ ਟੂ ਡੇਟ ਹੋਵੇ। ਜਦੋਂ ਮਰਜ਼ੀ ਉਹ ਲੈਣ ਆਉਣ, ਸਾਨੂੰ ਪਤਾ ਹੋਵੇ ਕਿ ਵੀ ਆਰ ਰੈਡੀ ਟੂ ਗੋ। ਕਿਉਂਕਿ ਜਾਣ ਦੀ ਉਮਰ ਪਰਮੇਸ਼ਰ ਨੇ ਤੈਅ ਨਹੀਂ ਕੀਤੀ। ਜੇ 100 ਸਾਲ ਦੀ ਤੈਅ ਕੀਤੀ ਹੁੰਦੀ, ਅਸੀਂ ਕਹਿੰਦੇ ਕੋਈ ਗੱਲ ਨਹੀਂ 40 ਹੋਏ, ਜੇ 60 ਰਹਿੰਦੇ ਆ। ਭਾਈ ਨਹੀਂ, ਇਹ ਵੀ ਨਹੀਂ ਪਤਾ ਤੇਰੇ 60 ਸਵਾਸ ਹੈਗੇ ਕਿ ਨਹੀਂ ਹੈਗੇ, ਮਗਰ ਕੀ ਹੈਗਾ ਵੀ ਡੂ ਨਾਟ ਨੋ। ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਅਸੀਂ ਇੱਧਰ ਨੂੰ ਚੱਲੀਏ। ਲੇਖਾ ਜ਼ਰੂਰ ਹੋਣਾ। ਇੱਕ ਪੌੜੀ ਹੈ ਸੁਖਮਨੀ ਆਸਾ ਦੀ ਵਾਰ ਦੇ ਵਿੱਚ ਆਪ ਜੀ ਪੜ੍ਹਦੇ ਹੋ, ਨਾਨਕ ਜੀ ਉਪਾਏ ਕੈ। ਕਿਹਨੂੰ ਕਿਹਨੂੰ ਯਾਦ ਆ? ਹੱਥ ਖੜਾ ਕਰੋ। ਬੜਿਆਂ ਨੂੰ ਯਾਦ ਆ। ਮਹਾਰਾਜ ਦੀ ਕਿਰਪਾ। ਆਸਾ ਦੀ ਵਾਰ ਦੇ ਨਿਤਨੇਮੀ ਵੀ ਬੈਠੇ ਵਿੱਚ। ਨਿਤਨੇਮੀ ਆਸਾ ਦੀ ਵਾਰ ਦੇ ਪੱਕੇ ਨਿਤਨੇਮ ਰੋਜ਼ ਕਰਦੇ ਆ ਆਸਾ ਦੀ ਵਾਰ ਦਾ। ਬਹੁਤ ਵਧੀਆ, ਧੰਨ ਭਾਗ ਹੈ ਜੀ ਇਹਨਾਂ ਦੇ। ਤਾਂ ਹੀ ਮੈਂ ਪਹਿਲਾਂ ਸ਼ੁਰੂ ਕਿਹਾ ਹੀ ਆਇਆ, ਡਰ ਗਿਆ ਨੂੰ ਤਾਂ ਉੱਦਾਂ ਨਹੀਂ ਬੋਲਣਾ ਚਾਹੀਦਾ। ਬਹੁਤ ਚੰਗੇ ਚੰਗੇ ਸਿਆਣੇ ਬੈਠੇ ਅੱਗੇ। ਵੇਖੋ ਮਹਾਰਾਜ ਨੇ ਉਹਦੇ ਵਿੱਚ ਕਿਹਾ, ਨਾਨਕ ਜੀ ਉਪਾਏ ਕਹਿ, ਸਾਨੂੰ ਜੀਵਾਂ ਨੂੰ ਪੈਦਾ ਕਰਕੇ ਲਿਖ ਨਾਮੈ ਧਰਮ ਬਹਾਲਿਆ। ਇੱਥੇ ਨਾਮ ਦਾ ਮਤਲਬ ਹੈ ਮਰਿਆਦਾ ਕਹਿ ਲਓ। ਉਸ ਪਰਮੇਸ਼ਰ ਨੇ ਕੁਛ ਰੂਲ ਬਣਾ ਦਿੱਤੇ ਹਨ। ਹੁਣ ਕੱਲ੍ਹ ਆਏ, ਸਭ ਤੋਂ ਪਹਿਲੀ ਗੱਲ ਤੁਹਾਨੂੰ ਬਾਹਰ ਖਲੋ ਕੇ ਰੂਲ ਹੀ ਸਮਝਾਏ ਗਏ ਸੀ ਭਾਈ ਸਾਹਿਬ ਹੋਣਾ ਵੱਲੋਂ। ਕੁਛ ਰਹਿ ਗਏ, ਫਿਰ ਉਹਨਾਂ ਮਾਈਕ ਫੜ ਕੇ ਸਮਝਾਏ। ਫਿਰ ਜਿਹੜੀ ਗੱਲ ਨਵੀਂ ਗੱਲ ਆਉਂਦੀ, ਫਿਰ ਹਰ ਦੀਵਾਨ ਤੋਂ ਬਾਅਦ 'ਚ ਮਾਈਕ ਫੜ ਕੇ ਜਿਹੜੀ ਚੀਜ਼ ਮਿਸ ਹੋ ਗਈ ਹੁੰਦੀ, ਫਿਰ ਸਮਝਾ ਦਿੱਤੀ ਜਾਂਦੀ ਵੀ ਭਾਈ ਨਵਾਂ ਰੂਲ ਆ ਗਿਆ ਜੀ। ਸੋ ਰੂਲ ਪਰਮੇਸ਼ਰ ਨੇ ਬਿਠਾ ਕੇ ਧਰਮ ਰਾਜ ਬਿਠਾ ਦਿੱਤਾ। ਧਰਮ ਰਾਜ ਹੈ ਹਰ ਕਾ ਕੀਆ। ਉਹ ਪਰਮੇਸ਼ਰ ਨਹੀਂ ਆ, ਉਹ ਪਰਮੇਸ਼ਰ ਦਾ ਨੌਕਰ ਹੈ। ਪਰ ਉਹ ਤੋਂ ਪੂਰੀ ਅਥੋਰਿਟੀ ਦਿੱਤੀ ਹੈ ਪਰਮੇਸ਼ਰ ਨੇ ਕਿ ਤੂੰ ਹਰ ਇੱਕ ਬੰਦੇ ਦਾ ਲੇਖਾ ਕਰਨਾ, ਰੱਖਣਾ ਵੀ ਆ ਉਹਨੇ, ਔਰ ਆਏ ਦਾ ਕਰਨਾ ਵੀ ਆ। ਠੀਕ ਹੈ ਜੀ। ਹੁਣ ਉੱਥੇ ਕੀ ਹੁੰਦਾ ਵਾ? ਉੱਥੇ ਦੀ ਸਿਨੈਰੀਓ ਇਹ ਆ ਕਿ ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ। ਉੱਥੇ ਸੱਚ ਦੀ ਗੱਲ ਹੋਣੀ ਉੱਥੇ, ਕਿਉਂਕਿ ਉੱਥੇ ਹੁਣ ਤੇ ਚੁਣ ਵੱਖ ਕੱਢੇ ਜੇ ਜਮਾਲਿਆ। ਜਮਾ ਨੇ ਵੱਖਰੇ ਕੱਢ ਲੈਣੇ ਜਿਹੜੇ ਇਸ ਸਾਈਡ ਵਾਲੇ ਸੀ। ਮੈਂ ਚਲੋ ਹੱਥ ਖੜਾ ਕਰਕੇ ਨਹੀਂ ਪੁੱਛਣਾ, ਤੇ ਮੈਂ ਵੀ ਨਹੀਂ ਪੁੱਛਣਾ ਕੋਈ ਹੈਗਾ ਕਿ ਨਹੀਂ, ਪਰ ਜੇ ਕੋਈ ਇਸ ਸਾਈਡ ਵਾਲਾ ਹੈਗਾ ਸੀ, ਚੇਤੇ ਆ ਸਾਈਡ ਕਿਹੜੀ ਸੀਗੀ? ਨਾਮ ਬਾਣੀ ਤੋਂ ਟੁੱਟੇ ਹੋਏ, ਗੁਰੂ ਤੋਂ ਟੁੱਟੇ ਹੋਏ, ਉਹਨਾਂ ਨੂੰ ਵੱਖਰੇ ਕੱਢ ਲੈਣਾ ਜਮਾਂ ਨੇ।
ਤੁਸੀਂ ਕਹੋਗੇ ਵੱਖਰਾ ਵੱਖਰਾ, ਤੇ ਇੱਥੇ ਤੇ ਜੇ ਮੰਨ ਲਓ ਹੁਣ ਇੱਥੇ ਬੈਠੇ ਆ, ਕੋਈ ਬਾਹਰੋਂ ਆਵੇ ਇੱਕ ਜਣੇ ਨੂੰ ਉਠਾ ਕੇ ਲੈ ਜੇ ਅਸੀਂ ਬਾਹਰ, ਬਾਕੀ ਸੋ ਕਹਿੰਦੇ ਯਾਰ ਪਤਾ ਨਹੀਂ ਇਹਨਾਂ ਨਾਲ ਕੀ ਕੰਮ ਪੈ ਗਿਆ, ਤੇ ਵਧੀਆ ਗੱਲ ਹੋ ਗਈ। ਪਰ ਉੱਥੇ ਜਿਹੜੇ ਵੱਖਰੇ ਕੱਢੇ ਉਹ ਕੋਈ ਵਧੀਆ ਵਾਲੇ ਨਹੀਂ ਹੈਗੇ, ਉੱਥੇ ਸਭ ਤੋਂ ਨਲਾਇਕ ਬਾਹਰ ਕੱਢੇ ਆ, ਜਿਨ੍ਹਾਂ ਨੂੰ ਟੀਚਰ ਕਲਾਸ 'ਚ ਇੱਕ ਤਾਂ ਹੁੰਦਾ ਨਾ ਕਿਸੇ ਨੇ ਕੰਮ ਨਹੀਂ ਕੀਤਾ ਤੇ ਉਹਨੂੰ ਸਜ਼ਾ ਮਿਲਦੀ ਹੈ। ਕਈ ਵਾਰੀ ਇਹੋ ਜਿਹੇ ਵੀ ਸਟੂਡੈਂਟ ਹੁੰਦੇ ਜਦੋਂ ਕਲਾਸ 'ਚ ਟੀਚਰ ਵੜਦਾ ਨਾ ਪਹਿਲਾਂ ਹੀ ਕਹਿ ਦਿੰਦਾ ਤੂੰ ਬਾਹਰ ਚੱਲ ਜਾ ਭਾਈ। ਇੰਨੇ ਮੰਦਭਾਗੇ ਵੀ ਹੁੰਦੇ ਕਿ ਨਹੀਂ ਹੁੰਦੇ? ਹੁੰਦੇ ਆ ਨਾ, ਆਪਾਂ ਵੇਖਿਆ ਆਪਣੀ ਕਲਾਸ 'ਚ। ਉਹ ਇੰਨੇ ਮੰਦਭਾਗੇ ਹੁੰਦੇ ਆ ਕਿ ਜੇ ਲੇਖਾ ਵੀ ਨਹੀਂ ਹੋਇਆ ਪਹਿਲਾਂ ਹੀ ਜਮਾਂ ਨੇ ਬਾਹਰ ਕੱਢ ਲਏ, ਪੈਂਦੇ ਤੁਹਾਡੇ ਪੱਲੇ ਹੀ ਕੁਛ ਨਹੀਂ, ਆ ਜਾਓ ਇੱਧਰ ਹੀ ਆ ਜਾਓ ਤੁਸੀਂ, ਤੁਹਾਡਾ ਲੇਖਾ ਕਰਨ 'ਚ ਅਸੀਂ ਟਾਈਮ ਕਿਉਂ ਵੇਸਟ ਕਰਨਾ। ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਹੁਣ ਇਹਨਾਂ ਨਾਲ ਕੀ ਹੋਇਆ? ਥਾਉ ਨਾ ਪਾਇਨ, ਸੋ ਦੇਰ ਇਜ਼ ਨੋ ਪਲੇਸ ਫॉर them। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੋਜਕ ਚਾਲਿਆ। ਮੂੰਹ ਉਹਨਾਂ ਦਾ ਕਾਲਾ ਕਰ ਦਿੱਤਾ ਗਿਆ, ਤੇ ਦੋਜਕ ਕੀ ਹੁੰਦਾ? ਨਰਕ ਦੇ ਵਿੱਚ ਪੈ ਗਏ। ਸੋ ਦਿਸ ਇਜ਼ ਦੇਅਰ ਜਰਨੀ, ਜਿਹਦੀ ਆਪਾਂ ਗੱਲ ਕੀਤੀ ਸੀ ਨਾ, ਜਿਹੜੇ ਆਪਣੇ ਰੀਲ ਹੀਰੋਸ ਅੱਜ ਕੱਲ੍ਹ ਜਿਹੜੇ ਬਹੁਤ ਚੱਲ ਰਹੇ ਆਪਾਂ ਵੇਖਦੇ ਹਾਂ ਜਿਨ੍ਹਾਂ ਨੂੰ, ਇਹ ਉਹਨਾਂ ਦੀ ਜਰਨੀ ਆ। ਐਂਡ ਵੀ ਡੂ ਨਾਟ ਵਾਂਟ ਟੂ ਬੀ ਔਨ ਦਿਸ ਸਾਈਡ। ਬਾਰ-ਬਾਰ ਇਹੀ ਬੇਨਤੀ ਤਾਂ ਕਰ ਰਹੇ ਹਾਂ, ਅੱਜ ਦੀ ਇਸ ਗੱਲ ਦੇ ਨਾਲ ਜੇ ਕੋਈ ਇੱਧਰੋਂ ਇੱਧਰ ਜੰਪ ਕਰਕੇ ਇੱਕ ਜਣਾ ਵੀ ਚਲਾ ਗਿਆ ਤੇ ਇਹ ਵਰਥ ਵਾਈਲ ਹੋ ਜਾਊਗਾ, ਵਰਥ ਇਟ ਹੋ ਜਾਊਗਾ। ਠੀਕ ਹੈ ਜੀ, ਸਮਝ ਆ ਗਈ ਜੀ ਗੱਲ। ਹੁਣ ਇਹਨਾਂ ਦੇ ਨਾਲ ਕੀ ਹੋਇਆ? ਥਾਉ ਨਾ ਪਾਇਨ ਕੂੜਿਆਰ, ਮੋਹ ਕਾਲਾ ਦੋਜਕ ਚਾਲਿਆ। ਚਲੋ ਕੌਣ ਚਾਹੁੰਦਾ ਮੇਰਾ ਮੂੰਹ ਕਾਲਾ ਹੋਵੇ? ਯਾਰ ਗਲਤ ਤੋਂ ਗਲਤ ਬੰਦਾ ਵੀ ਨਹੀਂ ਚਾਹੁੰਦਾ ਕਿ ਮੇਰੇ ਨਾਲ ਇੱਦਾਂ ਦੀ ਟਰੀਟਮੈਂਟ ਹੋਵੇ, ਔਰ ਉੱਥੇ ਹੋਣੀ ਹੈ, ਲਿਖਿਆ ਵਾ। ਗੁਰਬਾਣੀ ਦੀ ਗੱਲ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਿਖੀ ਹੈ, ਦੁਨੀਆ ਖਤਮ ਹੋ ਸਕਦੀ, ਫਨਾਹ ਹੋ ਸਕਦੀ ਹੈ, ਸਾਰਾ ਕੁਝ ਉਲਟਾ ਪੁਲਟਾ ਹੋ ਸਕਦਾ, ਸੂਰਜ ਉੱਧਰੋਂ ਚੜ੍ਹ ਸਕਦਾ, ਬੱਦਲ ਧਰਤੀ ਤੋਂ, ਜੋ ਮਰਜ਼ੀ ਹੋ ਜਾਏ, ਪਰ ਗੁਰਬਾਣੀ ਜਿਹੜੀ ਹੈ ਨਾ ਉਹ ਉੱਥੇ ਹੀ ਰਹਿਣੀ ਹੈ। ਉਹਦਾ ਨਿਯਮ ਜਿਹੜਾ ਉਹ ਦੂਜੇ ਪਾਸੇ ਨਹੀਂ ਹੋ ਸਕਦਾ। ਭਾਈ ਉੱਥੇ ਮੂੰਹ ਕਾਲਾ ਕਰਕੇ ਨਰਕਾਂ ਵਿੱਚ ਸੁੱਟਿਆ ਜਾਏਗਾ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੋਜਕ ਚਾਲਿਆ। ਫਿਰ ਉੱਥੇ ਇੱਧਰਲੀ ਸਾਈਡ ਵਾਲੇ ਵੀ ਹੈਗੇ ਆ। ਕਿਹੜੇ ਆ ਜੀ? ਤੇਰੇ ਨਾਏ ਰੱਤੇ ਸੇ ਜਿਣ ਗਏ। ਜਿਣ ਦਾ ਮਤਲਬ ਜਿੱਤ ਗਏ, ਉਹ ਵਿਨਰਸ ਹੋ ਗਏ। ਉਹ ਜਿਹੜੇ ਸਕੂਲ 'ਚ ਬੈਠੇ ਸੀ ਨਾ ਸਿਰ ਨੀਵਾਂ ਕਰਕੇ ਬੁੱਕ ਵੱਲ ਵੇਖ ਕੇ, ਵੇਖੋ 25 ਸਾਲ ਬਾਅਦ ਉਹ ਵਿਨਰਸ ਹੋਣ ਲੱਗ ਪਏ। ਉਹ ਦਰਗਾਹ 'ਚ ਜਾ ਕੇ ਵਿਨਰਸ ਹੋ ਗਏ ਆ, ਤੇ ਇੱਧਰਲੇ ਸਾਰੇ ਲੂਜ਼ਰ ਹੋ ਗਏ ਜੀ। ਤੇ ਜੇ ਅੱਜ ਵੀ ਤੁਸੀਂ ਕਿਸੇ ਨੂੰ, ਆ ਜਿਹੜੀ ਨਵੀਂ ਜਨਰੇਸ਼ਨ ਬੈਠੀ, ਕਿਸੇ ਨੂੰ ਸਾਡੀਆਂ ਮਾਫ਼ ਕਰਨਾ, ਅਸੀਂ ਹੋਰ ਤਰ੍ਹਾਂ ਲੋਕਾਂ ਨਾਲ ਲੜਦੇ ਹੋ, ਨਹੀਂ ਤੁਸੀਂ ਹੋਰ ਤਰੀਕੇ ਨਾਲ ਲੜਦੇ ਆ। ਲੂਜ਼ਰ ਵਰਡ ਤੁਸੀਂ ਬਹੁਤ ਯੂਜ਼ ਕਰਦੇ ਨਵੀਂ ਜਨਰੇਸ਼ਨ। ਐਂਡ ਯੂ ਡੂ ਨਾਟ ਵਾਂਟ ਟੂ ਬੀ ਲੂਜ਼ਰ ਇਨ ਯੋਰ ਲਾਈਫ, ਇਨ ਦ ਰੀਅਲ ਲਾਈਫ। ਸਮਝੇ ਕਿ ਨਹੀਂ? ਇਹ ਬਹੁਤ ਜ਼ਰੂਰੀ ਆ। ਵੇਖੋ ਤੇਰੇ ਨਾਏ ਰੱਤੇ, ਜਿਹੜੇ ਤੇਰੇ ਨਾਮ 'ਚ ਰੰਗੇ ਗਏ। ਹੁਣ ਰੰਗਿਆ ਜਾਣਾ ਕੀ ਹੁੰਦਾ ਜੀ? ਸਾਰੀਆਂ ਬੀਬੀਆਂ ਭੈਣਾਂ ਚੁੰਨੀਆਂ ਰੰਗਾਉਂਦੀਆਂ, ਇਹਨਾਂ ਨੂੰ ਜ਼ਿਆਦਾ ਪਤਾ। ਰੰਗਣਾ ਕੀ ਹੁੰਦਾ? ਰੰਗਣਾ ਚੁੰਨੀ ਦੀ ਨੁੱਕਰ ਡੋਬਣਾ ਰੰਗਣਾ ਨਹੀਂ ਹੁੰਦਾ, ਉਹ ਸਿਰਫ ਟੈਸਟਿੰਗ ਹੁੰਦੀ ਆ। ਖਾਲਸਾ ਕੈਂਪ 'ਚ ਆਉਣਾ ਰੰਗਣਾ ਨਹੀਂ ਆ, ਇਹ ਟੈਸਟਿੰਗ ਆ। ਰੰਗਣਾ ਇਹੀ ਪਤਾ ਲੱਗਣਾ, ਸਿੱਖਣ ਲਈ ਆਓ ਤੇ ਪਿੱਛੇ ਕਮਾਉਣ ਲਈ ਜਾਓ। ਜੇ ਇੱਥੇ ਆਣ ਕੇ ਸਿੱਖ ਕੇ ਅਸੀਂ ਆਪਣੀ ਲਾਈਫ 'ਚ ਆਪਣੇ ਆਪ ਨੂੰ ਰੰਗਣ ਦੀ ਕੋਸ਼ਿਸ਼ ਕਰ ਲਈ ਨਾ, ਤੇ ਉਹ ਰੀਅਲ ਰੰਗ ਹੋਣਾ ਵਾ। ਇੱਥੇ ਤਾਂ ਜਿਹੜਾ ਮੇਰੇ ਵਰਗਾ ਮਨਮੁਖ ਤੋਂ ਮਨਮੁਖ ਆ, ਉਹ ਵੀ ਬਾਣਾ ਪਾ ਕੇ ਆ ਜਾਏਗਾ। ਕਿਉਂਕਿ ਗੁਰਸਿੱਖਾਂ 'ਚ ਅਸੀਂ ਆਸਟ੍ਰੇਲੀਆ ਇੱਕ ਵਾਰੀ ਬੈਠੇ, ਸੋਫੇ ਦੇ ਉੱਤੇ ਇੱਦਾਂ 5-6 ਸਿੰਘ ਬੈਠੇ। ਉਹ ਇੱਕ ਸਿੰਘ ਨੂੰ ਨਾ ਇੱਕ ਨੌਜਵਾਨ ਛੱਡਣਾ ਹੈ, ਉਹ ਵਾਲ ਕੱਟੇ ਸੀਗੇ। ਅਸੀਂ ਉਹਨੂੰ ਬਿਠਾ ਲਿਆ, ਅਸੀਂ ਕਿਹਾ ਬਹਿ ਜਾ। ਉਹ ਬਹਿ ਗਿਆ ਸੋਫੇ 'ਤੇ। ਅਜੇ ਨਾ 30 ਸਕਿੰਟ ਕਹਿੰਦਾ ਮੈਂ ਚੱਲਦਾ ਜੀ। ਅਤੇ ਹੁਣ ਉਹ ਉੱਥੇ ਸੀਗਾ ਅਤੇ ਦਰਵਾਜ਼ਾ ਉੱਥੇ ਸੀਗਾ ਬਾਹਰਲਾ, ਇੱਧਰ ਸਿੰਘ ਬੈਠੇ ਸੀ ਸਾਰੇ। ਅਤੇ ਉਹ ਜਦੋਂ ਉੱਠ ਕੇ ਕਹਿੰਦਾ ਜਾਣ ਲੱਗਾ, ਅਤੇ ਸਿੰਘ ਕਹਿਣ ਬਹਿ ਜਾ ਬਹਿ ਜਾ ਬਹਿ ਜਾ। ਅੱਧਾ ਕੁ ਮਿੰਟ ਕੁ ਹੋਰ ਲੰਘਿਆ, ਫਿਰ ਉਹ ਕਹਿੰਦਾ ਉੱਠਣ ਲੱਗਾ, ਮੈਂ ਚੱਲਦਾ ਜੀ। ਨਹੀਂ, ਉਹ ਬਹਿ ਜਾ ਬਹਿ ਜਾ ਬਹਿ ਜਾ। ਉਹ 5-6 ਵਾਰੀ ਉਹਨੇ ਕੋਸ਼ਿਸ਼ ਕੀਤੀ, ਮੈਂ ਚੱਲਦਾ ਜੀ। 5-6 ਵਾਰੀ ਸਿੰਘ ਕਹਿ ਦੇਣ ਬਹਿ ਜਾ ਬਹਿ ਜਾ। ਲਾਸਟ ਟਾਈਮ ਉਹਨੇ ਪਤਾ ਕੀ ਕੀਤਾ? ਫਿਰ ਲਾਸਟ ਟਾਈਮ ਉਹਨੇ ਨਹੀਂ ਕਿਹਾ ਜੀ ਮੈਂ ਚੱਲਦਾ ਜੀ। ਫਿਰ ਇੰਨੀ ਤੇਜ਼ ਉੱਠਿਆ ਉੱਥੋਂ, ਦਰਵਾਜ਼ੇ ਵੱਲ ਨੂੰ ਭੱਜਿਆ, ਔਰ ਰਸਤੇ 'ਚ ਪਤਾ ਕੀ ਕਹਿੰਦਾ ਮੈਂ ਤਾਂ ਸਿੰਘਾਂ 'ਚ ਬੈਠਾ ਹੀ ਮਾੜਾ ਲੱਗਦਾ। ਕਹਿੰਦਾ ਮੈਂ ਤਾਂ ਸਿੰਘਾਂ 'ਚ ਬੈਠਾ ਹੀ ਮਾੜਾ ਲੱਗਦਾ। ਔਰ ਇਹ ਮਤਲਬ ਇਹ ਤੋਂ ਪਹਿਲਾਂ ਕਿ ਉਹ ਗੱਲ ਉਹਦੇ ਮੂੰਹ 'ਚੋਂ ਨਿਕਲ ਕੇ ਸਾਡੇ ਕੰਨ 'ਚ ਅਸੀਂ ਸਮਝ ਸਕੀਏ, ਦਰਵਾਜ਼ਿਓਂ ਬਾਹਰ ਹੋ ਗਿਆ। ਉਹ ਪਤਾ ਨਹੀਂ, ਇਹ ਵੀ ਨਹੀਂ ਪਤਾ ਬਾਹਰ ਵੀ ਭੱਜ ਕੇ ਗਿਆ ਹੋਵੇ ਮੁੜ ਕੇ, ਕਿ ਪਿੱਛੇ ਨਹੀਂ ਹੁੰਦੇ ਹੁਣ ਸਿੰਘ। ਤੁਸੀਂ ਦੇਖੋ ਸਿੰਘਾਂ ਦੀ, ਵੇਖੋ 5 ਸਿੰਘ ਹੀ ਬੈਠੇ, ਬਾਣੀ ਵੀ ਨਹੀਂ ਪੜ੍ਹ ਰਹੇ, ਆਮ ਗੱਲਾਂ ਕਰ ਰਹੇ ਆ। ਇਹ ਜਦੋਂ ਸੰਗਤ 'ਚ ਅਸੀਂ ਆਉਂਦੇ ਆ ਨਾ, ਇੱਥੇ ਇੱਕ ਮੇਰੇ ਵਰਗਾ ਗਧਾ ਵੀ ਜਿਹੜਾ ਉਹ ਚੰਗਾ ਲੱਗਣ ਲੱਗ ਪੈਂਦਾ। ਮਾਈਕ ਚਾਹੀਦਾ ਪੁੱਤ? ਹਾਂ, ਮੈਂ ਖਿੱਚ ਨਾ ਲਈ, ਮੇਰਾ ਅਜੇ ਟਾਈਮ ਨਹੀਂ ਮੁੱਕਾ। ਚਲੋ ਕੋਈ ਗੱਲ ਨਹੀਂ ਪੁੱਤ, ਵੈਸੇ ਅਸੀਂ ਮਜ਼ਾਕ ਥੋੜ੍ਹੀ ਕੀਤੇ, ਕਰਦੇ ਨਹੀਂ, ਤੁਹਾਨੂੰ ਜਿੰਦੇ ਰੱਖਣ ਲਈ ਕਰਨ ਦੇ ਆ। ਤੁਹਾਨੂੰ ਸੱਚੀ ਗੱਲ ਦੱਸੀਏ।
ਚਲੋ ਅਸਲੀ ਰੂਪ ਥੋੜ੍ਹਾ ਜਿਹਾ ਹੋਰ ਆ ਸਾਡਾ। ਚਲੋ ਮਹਾਰਾਜ ਕਿਰਪਾ ਕਰਨ। ਹੱਸਣ 'ਚ ਮਹਾਰਾਜ ਨੇ ਕਿਤੇ ਨਹੀਂ ਮਨਾ ਕੀਤਾ, ਪਰ ਉਹ ਹੱਸਣਾ ਜਿਹ 'ਚ ਰੱਬ ਭੁੱਲ ਜਾਵੇ ਉਹ ਮਾੜਾ ਵਾ। ਖਾਣਾ ਪੀਣਾ ਸਾਰਾ ਕੁਛ ਕਰਨਾ ਨਾ, ਦੇਖੋ ਇਹ ਸਾਰੇ ਭਾਈ ਸਾਹਿਬ ਨੇ ਸਵੇਰੇ ਵੀ ਕਿਹਾ ਹੱਸੋ, ਹੁਣ ਵੀ ਕਿਹਾ ਹੱਸੋ। ਹੱਸਣਾ ਬਹੁਤ ਜ਼ਰੂਰੀ ਆ। ਜਿਹਦੀ ਜ਼ਿੰਦਗੀ 'ਚੋਂ ਹਾਸਾ ਚਲਾ ਗਿਆ ਫਿਰ ਉਹਦੇ ਰਹਿ ਵੀ ਕੀ ਗਿਆ ਮਗਰ, ਸਮਝੇ ਕਿ ਨਹੀਂ। ਜਿਹੜਾ ਹੱਸਦਾ ਨਹੀਂ ਨਾ ਉਹਦੇ ਕੋਲ ਕੋਈ ਬਹਿ ਕੇ ਰਾਜੀ ਨਹੀਂ ਆ। ਹਰ ਬੰਦਾ ਕਹੂਗਾ ਛੱਡੋ ਪਰਾਂ ਯਾਰ, ਇਹਦੇ ਕੋਲ ਕੀ ਬਹਿਣਾ। ਉਹਦੇ ਅੰਦਰੋਂ ਵਾਈਬ੍ਰੇਸ਼ਨ ਹੀ ਇੱਦਾਂ ਦੀ। ਗੁਰਸਿੱਖਾਂ ਦੇ ਚਿਹਰੇ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਗੱਲ ਆ। ਉਹ ਖੁਸ਼ ਹੁੰਦੇ ਆ। ਹਾਂ, ਉਹ ਦੁਨਿਆਵੀ ਚੀਜ਼ਾਂ ਆਉਣ 'ਤੇ ਖੁਸ਼ ਨਹੀਂ ਹੁੰਦੇ, ਉਹ ਖੁਸ਼ ਹੁੰਦੇ ਗੁਰਸਿੱਖਾਂ ਨੂੰ ਮਿਲ ਕੇ। ਗੁਰਸਿੱਖ ਵਹਿੰਦੇ ਉਹਨਾਂ ਦੇ ਅੰਦਰ ਚਾਅ ਚੜ੍ਹ ਜਾਂਦਾ ਵਾ। ਹੁਣ ਅਸੀਂ ਨਾ ਵੀ ਬਾਣੀ ਪੜ੍ਹੀ, ਉਹ ਇੱਕ ਦੂਜੇ ਦੀ ਬੈਠੇ ਵਾਈਬ੍ਰੇਸ਼ਨ ਆ, ਉਹਨੇ ਹੀ ਸਾਨੂੰ ਗੁਰੂ ਨਾਲ ਜੋੜੀ ਰੱਖਣਾ। ਜ਼ਰੂਰੀ ਨਹੀਂ ਕਿ ਅਸੀਂ ਕਹੀਏ ਤੂੰ ਵੀ ਵਾਹਿਗੁਰੂ ਕਹਿ ਤੇ ਮੈਂ ਵੀ ਵਾਹਿਗੁਰੂ ਕਹਾਂ। ਗੱਲ ਤਾਂ ਚਿੱਤ ਦੀ ਹੈ ਨਾ। ਚਿੱਤ ਜੇ ਜੁੜਿਆ ਵਾ ਤੇ ਉਧਰ ਫਿਰ ਸਿਮਰਨ ਦੇ ਵਿੱਚ ਹੀ ਆ ਤੁਸੀਂ। ਚਲੋ ਹੁਣ ਤੇਰੇ ਨਾਏ ਰਤੇ ਸੇ, ਸੋ ਇੱਧਰ ਅਸੀਂ ਜਾਣਾ ਚਾਹੁੰਦੇ। ਤਾਂ ਨਾਮ 'ਚ ਰੰਗਣ ਦਾ ਮਤਲਬ ਹੁੰਦਾ ਹੈ ਚੁੰਨੀ ਜਿਹੜੀ ਸਾਰੀ ਰੰਗ 'ਚ ਡੋਬਣੀ ਪੈਂਦੀ ਹੈ, ਫਿਰ ਉਹ ਰੰਗੀ ਜਾਂਦੀ ਹੈ। ਦਸਤਾਰ ਸਾਰੀ ਰੰਗ 'ਚ ਡੋਬਣੀ ਪੈਂਦੀ ਹੈ, ਉਹ ਰੰਗੀ ਜਾਂਦੀ ਹੈ। ਇੱਦਾਂ ਹੀ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਵਿੱਚ ਪੂਰਾ ਡੋਬਣਾ ਪੈਣਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਣ ਜਦੋਂ ਤਨ ਵੀ ਚਲ ਗਿਆ, ਇਮੈਜਿਨ ਕਰੋ ਉਸੇ ਰੰਗ 'ਚ, ਮਨ ਤੇ ਸਾਰਾ ਕੁਛ ਹੀ ਚਲ ਗਿਆ, ਧਨ ਵੀ ਸਾਡਾ, ਤੇ ਬਚਿਆ ਨਹੀਂ ਕੁਛ। ਉਹ ਬੀਬੀ ਰਜਨੀ ਦੇ ਪਤੀ ਨੇ ਇੱਕ ਉਂਗਲ ਰੱਖ ਲਈ ਸੀ ਨਾ ਬਾਹਰ, ਸਿਰਫ ਦਿਖਾਉਣ ਦੀ ਖਾਤਰ ਰੱਖ ਲਈ। ਜਦੋਂ ਸਰੋਵਰ 'ਚ ਚਲਾ ਗਿਆ ਸੀ ਸਾਰਾ ਹੀ ਨਰੋਆ ਹੋ ਗਿਆ ਸੀ। ਜਿਸ ਦਿਨ ਅਸੀਂ ਗੁਰੂ 'ਚ ਚਲੇ ਗਏ ਅਸੀਂ ਸਾਰੇ ਨਰੋਏ ਹੋ ਕੇ ਨਿਕਲਾਂਗੇ, ਰੰਗੇ ਜਾਵਾਂਗੇ। ਇਸ਼ਾਰਾ ਸਾਨੂੰ ਹੋ ਗਿਆ, ਪਰ ਮੈਂ ਇਹਨਾਂ ਨੂੰ ਦੱਸਿਆ ਸੀ ਟ੍ਰੇਨ ਰੋਕਣੀ ਔਖੀ ਹੋ ਜਾਣੀ। ਦੇਖੋ ਆਪਾਂ ਝੂਠ ਤਾਂ ਨਹੀਂ ਨਾ ਬੋਲਿਆ। ਮੈਂ 2 ਮਿੰਟਾਂ 'ਚ ਹੋਰ ਗੱਲ ਖ਼ਤਮ ਕਰ ਲੈਣੀ ਆ। ਬਹੁਤ ਜ਼ਰੂਰੀ ਆ ਇਸ ਸਿਨੈਰੀਓ ਨੂੰ ਅੱਜ ਵਾਲੇ ਨੂੰ ਸਮਝਣਾ ਕਿ ਉੱਥੇ ਜਾ ਕੇ ਲੇਖਾ ਹੋਣਾ, ਔਰ ਲੇਖਾ ਬਹੁਤ ਕਰੜਾ ਹੋਣਾ, ਔਰ ਉੱਥੇ ਸਜ਼ਾ ਵੀ ਮਿਲਣੀ ਆ। ਅਸੀਂ ਉਸ ਸਾਈਡ 'ਤੇ ਨਹੀਂ ਹੋਣਾ ਚਾਹੁੰਦੇ ਕਿ ਸਜ਼ਾ ਮਿਲਣੀ। ਜਿਹੜੇ ਬੱਚੇ ਨੂੰ ਪਤਾ ਹੋਵੇ ਮੈਨੂੰ ਮਾਰ ਪੈਣੀ ਜਾਂਦਿਆਂ ਹੀ ਸਕੂਲ, ਫਿਰ ਉਹਦਾ ਜਾਣ ਨੂੰ ਦਿਲ ਨਹੀਂ ਕਰਦਾ। ਜਿਹਨੇ ਹੋਮਵਰਕ ਕੀਤਾ ਹੁੰਦਾ ਉਹ ਚਾਅ ਨਾਲ ਸਕੂਲ ਜਾਂਦਾ। ਗੁਰਮੁਖ ਚਾਅ ਦੇ ਨਾਲ ਦਰਗਾਹ 'ਚ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਸਾਰੀ ਉਮਰ ਬੰਦਗੀ ਕੀਤੀ ਆ। ਹੁਣ ਤੇ ਲੇਖਾ ਹੋਣਾ, ਅੱਜ ਤੇ ਪਤਾ ਲੱਗਣਾ ਵਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਅਤੇ ਜਿਹੜਾ ਮਨਮੁਖ ਆ ਫਿਰ ਪਿੱਛੇ ਨੂੰ ਭੱਜਦਾ, ਉਹ ਪਛਾਣ ਨੂੰ ਭੱਜਦਾ, ਜੰਮ ਉਹਨੂੰ ਗਾਂਹ ਨੂੰ ਖਿੱਚਦੇ। ਅਤੇ ਗੁਰਮੁਖ ਨੂੰ ਵੈਸੇ ਜੰਮ ਨਹੀਂ ਲੈਣ ਆਉਂਦੇ, ਟਾਈਮ ਥੋੜ੍ਹਾ ਵਾ, ਐਕਸਪਲੇਨ ਨਹੀਂ ਕਰ ਸਕਦੇ। ਲਿਖ ਨਾਵੈ ਧਰਮ ਬਹਾਲਿਆ, ਇੱਕ ਪੌੜੀ ਦੀ ਬਹੁਤ ਤੇਜ਼ ਆਪਾਂ ਵਿਚਾਰ ਕਰਨੀ। ਸਿਨੈਰੀਓ ਬਹੁਤ ਸਿਮਿਲਰ ਆ ਸਮਝਣ ਦੀ ਖਾਤਰ। ਅਗਲੀ ਹੀ ਪੌੜੀ, ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ। ਅਸੀਂ 2 ਚੀਜ਼ਾਂ ਦਾ ਮੇਲ ਆ, ਇੱਕ ਸਾਡੀ ਆਤਮਾ ਅਤੇ ਇੱਕ ਸਾਡਾ ਸਰੀਰ। ਅੱਗੇ ਆਪਾਂ ਗੱਲ ਕੀਤੀ ਅਸੀਂ ਆਤਮਾ ਵਾ, ਸਰੀਰ ਸਾਨੂੰ ਮਿਲਿਆ ਜਾਣ ਲੱਗਿਆ ਨਹੀਂ ਰਹਿਣਾ। ਹੁਣ ਕੀ ਹੋਇਆ, ਆਪੀ ਨੇ ਭੋਗ ਭੋਗ ਕੇ ਜੋ ਜੋ ਅਸੀਂ ਦੁਨਿਆਵੀ ਭੋਗ ਭੋਗਣੇ ਸੀ ਸਾਰੇ, ਚਾਹੇ ਦੁਨਿਆਵੀ ਜੋ ਵੀ ਭੋਗ ਭੋਗਣੇ, ਅਧਿਆਤਮਕ ਉਹ ਵੀ ਬੰਦਾ ਆਪਣੀ ਜੋ ਉਹਦੀ ਖੱਟੀ ਕਮਾਈ ਕਰਕੇ ਇੱਥੋਂ ਚਲਾ ਗਿਆ। ਹੋਇਆ ਕੀ ਹੁਣ ਇੱਥੇ 2 ਸਿਨੈਰੀਓ ਬਣਨੇ ਜੀ। ਇੱਥੇ ਗੁਰਮੁਖ ਮਨਮੁਖ ਦੀ ਨਹੀਂ ਅਜੇ ਗੱਲ। ਹੁਣ ਇੱਥੇ ਗੱਲ ਕੀ ਹੋਣੀ ਆ, ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ। ਉਹਦਾ ਜਿਹੜਾ ਮਨ ਆ, ਜਿਹੜਾ ਉਹਦੀ ਸੋਲ ਆ, ਉਹ ਤਾਂ ਅੱਗੇ ਚਲੀ ਗਈ ਜੀ। ਇੱਧਰ ਸੰਸਕਾਰ ਕਰ ਦਿੱਤਾ ਗਿਆ ਸਰੀਰ, ਅਤੇ ਸਰੀਰ ਦਾ ਕੀ ਮੁੜ ਕੇ ਬਣ ਜਾਂਦਾ ਸੰਸਕਾਰ ਤੋਂ ਬਾਅਦ 'ਚ, ਸਵਾਹ ਭਸਮੜ ਹੋਏ ਭਸਮੜ ਭੌਰ ਸਿਧਾਇਆ। ਸੋ ਹੁਣ ਇੱਥੇ 2 ਸੀਨ ਹੋ ਗਏ। ਇੱਕ ਉਹਦਾ ਸੀਨ ਇੱਥੇ ਚੱਲ ਰਿਹਾ, ਇੱਕ ਸੀਨ ਉਹਦਾ ਹੁਣ ਅੱਗੇ ਚੱਲਣ ਲੱਗਾ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਅਮੀਰ ਬੰਦਾ ਮਰਿਆ ਵਾ, ਬੜੀ ਦੁਨੀਆ ਮਗਰ ਆਈ ਆ, ਕਹਿੰਦੇ ਉਹਦੀਆਂ ਤਾਰੀਫਾਂ ਹੀ ਤਾਰੀਫਾਂ ਕਰੀ ਜਾਂਦੇ ਆ। ਬਹੁਤਾ ਤਾਂ ਅਸੀਂ ਭੋਗਾਂ 'ਤੇ ਜਾਣਾ ਹੀ ਛੱਡ ਦਿੱਤਾ ਮਰਗ ਵਾਲਿਆਂ 'ਤੇ। ਉਹ ਇੰਨਾ ਝੂਠ ਬੋਲਦੇ ਆ ਬੰਦੇ ਦੇ ਪ੍ਰਤੀ, ਇੰਨੀ ਉਹਦੀ ਝੂਠੀ ਤਾਰੀਫ ਕਰਦੀ। ਉੱਧਰ ਉਹਨੂੰ ਅੱਗੇ ਵੇਖ ਲਿਓ ਹੁਣੇ ਕੀ ਹੁੰਦਾ ਵਾ। ਇੱਥੇ ਇੰਨੀ ਤਾਰੀਫ ਕਰਦੇ ਔਰ ਗੁਰੂ ਕੀ ਹਜ਼ੂਰੀ 'ਚ ਖਲੋ ਕੇ ਕਰਦੇ, ਔਰ ਉਹਦਾ ਲੇਖਾ ਕਿੱਥੇ ਦੇਣਾ? ਉਹਨੇ ਤਾਂ ਜਿਹੜਾ ਦੇਣਾ ਅਸੀਂ ਕਿੱਥੇ ਦੇਣਾ? ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਦੁਨੀਆ ਕਹਿੰਦੀ ਬੜਾ ਵੱਡਾ ਹੀ, ਕਮਾਲ ਦੀ ਜ਼ਿੰਦਗੀ ਸੀ ਇਹਦੀ, ਤਾਰੀਫਾਂ 'ਤੇ ਤਾਰੀਫਾਂ ਕਰੀ ਜਾਂਦੇ। ਉੱਧਰ ਕੀ ਹੋ ਰਿਹਾ, ਗਲ ਸੰਗਲ। ਇਮੈਜਿਨ ਕਰੋ ਗਲ ਦੇ ਵਿੱਚ ਸੰਗਲ ਪਿਆ ਔਰ ਕੋਈ ਖਿੱਚ ਕੇ ਸਾਨੂੰ ਲੈ ਜਾ ਰਿਹਾ। ਮਾਫ਼ ਕਰਨਾ, ਅਸੀਂ ਪਸ਼ੂਆਂ ਨੂੰ ਕੁੱਤਿਆਂ ਨੂੰ ਘਰਾਂ 'ਚ ਇੱਦਾਂ ਰੱਖਿਆ ਜਾਂਦਾ। ਇਹ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਨਾ ਹੈਗੀ। ਗਲ ਸੰਗਲ, ਘੱਤ ਚਲਾਇਆ, ਅੱਗੇ ਲਾ ਲਿਆ, ਜਾਣਾ ਨਹੀਂ ਚਾਹੁੰਦਾ, ਅਗਲਿਆਂ ਲਾ ਲਿਆ ਅੱਗੇ, ਕਿਉਂਕਿ ਜ਼ੋਰ ਨਹੀਂ ਹੁਣ ਚੱਲਣ ਦਿਆ। ਗਲ ਸੰਗਲ ਘੱਤ ਚਲਾਇਆ, ਉੱਥੇ ਕੀ ਹੋਇਆ ਫਿਰ? ਕਰਨੀ ਕੀਰਤ ਵਾਚੀਏ। ਕੀਰਤ ਆਪਾਂ ਸਵੇਰ ਦੇ ਕਰ ਰਹੇ ਗੁਰੂ ਸਾਹਿਬ ਦੀ, ਇੱਕ ਕਰਨੀ ਆ ਜਿਹੜੀ, ਉਹ ਬਹੁਤ ਜ਼ਰੂਰੀ ਸੀ। ਗੱਲ ਹੁਣ ਸਮਾਂ ਥੋੜ੍ਹਾ, ਕਰਨੀ ਜਿਹੜੀ ਇਹ ਤੋਂ ਬਾਹਰ ਪਤਾ ਲੱਗਦੀ ਹੈ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ, ਪਰਤਰੇ ਪਰਤਨ ਰੂਪ। ਬਾਣੀ ਤਾਂ ਅਸੀਂ ਪੜ੍ਹ ਲਿਆ, ਅੰਮ੍ਰਿਤ ਵੇਲਾ ਵੀ ਕਰ ਲਿਆ, ਬਾਕੀ ਦਿਨ 'ਚ ਕੀ ਗੱਲ ਕਰਦੇ? ਕੱਲ੍ਹ ਵੀ ਗੱਲ ਭਾਈ ਸਾਹਿਬ ਉਹਨਾਂ ਨੇ ਕੀਤੀ ਸੀ 7 ਪਹਿਰਾਂ ਦੀ, ਔਰ ਬਾਰ-ਬਾਰ ਗੱਲਾਂ ਉਹੀ ਆ ਰਹੀਆਂ। ਹੋਰ ਕਰੀਏ ਵੀ ਕੀ? ਗੁਰੂ ਸਾਹਿਬ ਨੇ ਕਿਹਾ ਤਾਂ ਇਹੀ ਹੈ ਨਾ, ਨਾਮ ਜਪਣਾ। ਗੱਲ ਤਾਂ ਇੱਥੇ ਹੀ ਹੈ।
ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ। ਉੱਥੇ ਦੋ ਹੀ ਚੀਜ਼ਾਂ ਦਾ ਲੇਖਾ ਹੋਣਾ ਜੀ, ਕਰਨੀ ਅਤੇ ਕੀਰਤ, ਯੂਅਰ ਕਰੈਕਟਰ ਅਤੇ ਕੀਰਤ ਜਿਹੜੀ ਬੰਦਗੀ ਹੈ। ਸੋ ਜੇ ਅਸੀਂ ਬੰਦਗੀ ਕੀਤੀ ਆ, ਇੱਕ ਦੋ ਹੁੰਦੇ ਨਾ, ਬੰਦਗੀ ਕਹਿ ਲਈਏ ਥਿਊਰੀ ਆ, ਅਤੇ ਕਰੈਕਟਰ ਜਿਹੜਾ ਵਾ ਉਹਦਾ ਪ੍ਰੈਕਟੀਕਲ ਆ। ਹੁਣ ਮੇਰਾ ਜੇ ਕਰੈਕਟਰ ਨਹੀਂ ਹੈਗਾ, ਆਈ ਮੇ ਬੀ ਅ ਫੇਲੀਅਰ। ਹੁਣ ਜੇ ਬੰਦਾ ਥਿਊਰੀ 'ਚੋਂ ਪਾਸ ਹੋ ਜੇ ਅਤੇ ਪ੍ਰੈਕਟੀਕਲ 'ਚੋਂ ਫੇਲ ਹੋ ਜੇ, ਫੇਲ। ਜੇ ਪ੍ਰੈਕਟੀਕਲ 'ਚੋਂ ਪਾਸ ਹੋ ਜੇ, ਥਿਊਰੀ 'ਚੋਂ ਫੇਲ ਹੋ ਜੇ, ਫੇਲ ਮੰਨਿਆ ਜਾਂਦਾ। ਆਪਣੀ ਕੋਸ਼ਿਸ਼ ਮਹਾਰਾਜ ਅੱਗੇ ਇਹੀ ਆ, ਆਪਾਂ ਦੋਵੇਂ ਪਾਸਿਓਂ ਪਾਸ ਹੋਈਏ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਉੱਥੇ ਤੁਹਾਡੇ ਨਾਲ ਅਤੇ ਮੇਰੇ ਨਾਲ ਕੋਈ ਧੱਕਾ ਨਹੀਂ ਹੋਣਾ। ਉਹਨਾਂ ਨੇ ਬਿਠਾ ਲੈਣਾ ਵਾ, ਉਹਨਾਂ ਨੇ ਤੁਹਾਡਾ ਅਤੇ ਮੇਰਾ ਲੇਖਾ ਕੱਢ ਕੇ ਦਿਖਾ ਦੇਣਾ। ਕਹਿੰਦੇ ਨਾ, ਇਹ ਕਹਿੰਦਾ ਪੈਸੇ ਲਏ, ਮੈਂ ਕਹਿੰਦਾ ਨਹੀਂ ਲਏ, ਇਹ ਫਿਰ ਟ੍ਰਾਂਜੈਕਸ਼ਨ ਦਿਖਾ ਦਿੰਦਾ ਵਾ। ਉੱਥੋਂ ਫਿਰ ਮੈਂ ਝੂਠਾ ਪੈ ਜਾਣਾ। ਉੱਥੇ ਉਹਨਾਂ ਨੇ ਸਾਰਾ ਦਿਖਾ ਦੇਣਾ, ਸਾਡਾ ਜੋ ਲੇਖਾ ਹੋਣਾ ਨਾ ਸਾਡੇ ਹੀ ਸਾਹਮਣੇ ਦਿਖਾ ਦੇਣਾ, ਔਰ ਤੁਹਾਨੂੰ ਸਹੀ ਮਾਰਨੀ ਪੈਣੀ ਆ। ਉਹ ਜਦੋਂ ਤੁਸੀਂ ਸਰਵਿਸ ਕਰਾਉਣ ਜਾਂਦੇ ਕਿਤੇ ਵੀ, ਸਭ ਤੋਂ ਪਹਿਲਾਂ ਤੁਹਾਡੇ ਦਸਤਖਤ ਕਰਾਉਂਦੇ ਕਸਟਮਰ ਦੇ, ਉਹਨਾਂ ਤੁਹਾਡੇ ਦਸਤਖਤ ਕਰਾ ਲੈਣੇ ਆ ਭਾਈ ਕਿ ਯੂ ਐਗਰੀ ਵਿਦ ਦਿਸ ਵਨ। ਇਹ ਨਹੀਂ ਕਿ ਅਸੀਂ ਤੁਹਾਨੂੰ ਸਰ ਜਿਹੜੀ ਸਜ਼ਾ ਦੇ ਰਹੇ ਹਾਂ ਬਿਨਾਂ ਵਜ੍ਹਾ ਹੀ ਦੇ ਰਹੇ ਹਾਂ, ਮੁੜ ਕੇ ਨਾ ਤੂੰ ਕਹੀਂ ਜੇ ਮੈਨੂੰ ਇੱਦਾਂ ਹੀ ਸਜ਼ਾ ਦੇ ਦਿੱਤੀ। ਐਗਰੀ ਕਰਾਉਣਾ ਉਹਨਾਂ ਨੇ, ਔਰ ਐਗਰੀ ਤੋਂ ਬਾਅਦ 'ਚ ਕੀ ਆ, ਥਾਉ ਨਾ ਹੋਵੇ ਪਾਉਂਦੇ ਹੀ ਹੁਣ ਸੁਣੀਆਂ ਕਿਆ ਰੁਆਇਆ। ਪਾਉਂਦੇ ਹੀ ਜੁੱਤੀਆਂ ਇੰਨੀਆਂ ਪੈਂਦੀਆਂ, ਥਾਂ ਥਾਂ ਵੀ ਨਹੀਂ ਵੇਖਦੇ, ਔਰ ਫਿਰ ਇਹ ਚੀਕਾਂ ਮਾਰਦਾ, ਔਰ ਉੱਥੇ ਇਹਦੀ ਕੋਈ ਚੀਕ ਪੁਕਾਰ ਨਹੀਂ ਸੁਣਦਾ। ਜੇ ਉਹ ਸਿਰੇ ਦੀ ਗੱਲ ਸੀ ਨਾ ਸਿਮਰਨ, ਮਾਫ਼ ਕਰਨਾ, ਇਹ ਦੂਜੇ ਸਿਰੇ ਦੀ ਗੱਲ ਹੈ। ਸੋ ਇਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਵੇਰੀ ਕਰ ਰਹੇ ਹਾਂ। ਸਿਮਰਨ ਵਾਲੇ ਸਿਰੇ ਦੀ ਗੱਲ, ਅਤੇ ਇਹ ਜਿਹੜਾ ਹੈ ਨਾ, ਜਿਹੜਾ ਸਾਡੀ ਹਾਲਤ ਹੋਣੀ ਜੇ ਅਸੀਂ ਸਿਮਰਨ ਤੋਂ ਟੁੱਟ ਕੇ ਉੱਥੇ ਗਏ, ਇਹ ਇੱਧਰਲੇ ਸਿਮਰੇ ਦੀ ਗੱਲ ਆ ਕਿ ਇੰਨੀ ਸਾਨੂੰ ਕੁੱਟ ਮਾਰ ਪੈਣੀ ਉੱਥੇ, ਸਾਡੀ ਕਿਸੇ ਨੇ ਨਹੀਂ ਸੁਣਨੀ। ਥਾਉ ਨਾ ਹੋਵੇ ਪਾਉਂਦੇ ਹੀ ਹੁਣ ਸੁਣੀਏ ਕਿਆ ਰੁਆਇਆ, ਅਤੇ ਕੀ ਹੋਇਆ, ਮਨ ਅੰਦਰ ਜਨਮ ਗਵਾਇਆ। ਦੈਟਸ ਆਲ। ਅਸੀਂ ਆਪਣਾ ਜਨਮ ਗਵਾ ਕੇ ਚਲੇ ਜਾਵਾਂਗੇ। ਅਤੇ ਇਹੀ ਬੇਨਤੀ ਆ, ਤੁਸੀਂ ਨਾਮ ਜਪੋਗੇ, ਤੁਹਾਡੇ ਆਸਰੇ ਅਸੀਂ ਵੀ ਜਪ ਸਕਾਂਗੇ ਕਦੀ, ਕਿਉਂਕਿ ਗੁਰਸਿੱਖ ਅੱਗੋਂ ਆਉਂਦਾ ਵਾ, ਉਹਨੂੰ ਵੇਖ ਕੇ ਗੁਰੂ ਆਪੇ ਹੀ ਚੇਤੇ ਆ ਜਾਂਦਾ। ਬਾਣੀ, ਬਾਣਾ, ਸੇਵਾ, ਸਿਮਰਨ ਗੁਰਸਿੱਖੀ ਦੇ ਥੰਮ ਹਨ। ਇਸ ਦੇ ਉੱਤੇ ਪਹਿਰਾ ਦੇਣਾ ਹੈ। ਬਾਣਾ ਫੈਸ਼ਨ ਨਹੀਂ ਹੈ, ਬਾਣੀ ਪੜ੍ਹਨਾ ਵੀ ਫੈਸ਼ਨ ਨਹੀਂ ਹੈ। ਬਾਣੀ ਵੀ ਜਿਹੜੀ ਉਹ ਬਿਲਕੁਲ ਆਰਾਮ ਨਾਲ ਦਿਲ ਲਾ ਕੇ ਪੂਰਾ ਪੜ੍ਹਿਆ ਕਰੋ। ਬਾਣਾ ਪਾਉਣਾ ਉਹ ਵੀ ਰੀਝਾਂ ਦੇ ਨਾਲ ਪਾਓ। ਸਾਡਾ ਬਾਣਾ ਹੀ ਸਾਰਾ ਕੁਛ ਹੈ। ਅਤੇ ਸੇਵਾ ਸਿਮਰਨ ਗੁਰੂ ਸਾਹਿਬ ਬਖਸ਼ਣ। ਬਾਣੀ ਗੱਲਾਂ ਕਰਦੇ ਹਾਂ, ਮੈਂ ਪਹਿਲਾਂ ਹੀ ਆਪਾਂ ਡਿਸਕਲੇਮਰ ਲਾ ਦਿੱਤਾ ਸੀਗਾ ਕਿ ਆਪਾਂ ਕੋਲ ਬਹੁਤੀ ਨੌਲੇਜ ਨਹੀਂ ਹੈਗੀ ਇਹੋ ਜਿਹੀ ਵੀ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਇੰਨੇ ਸੁਹਿਰਦ ਗੁਰਸਿੱਖ ਸਾਰੇ ਪਿਆਰੇ ਬੈਠੇ ਆ। ਗੁਰੂ ਸਾਹਿਬ ਆਪ ਆਰਾਮ 'ਤੇ ਭਾਵੇਂ ਫਰਮਾ ਰਹੇ, ਸੁਣ ਤੇ ਰਹੇ ਆ ਨਾ ਸਾਡੀਆਂ ਗੱਲਾਂ। ਮਹਾਰਾਜ ਭਾਵੇਂ ਆਰਾਮ ਫਰਮਾ ਰਹੇ, ਪਰ ਸੁਣ ਜ਼ਰੂਰ ਰਹੇ ਆ। ਇਸ ਕਰਕੇ ਅਸੀਂ ਹੋਈਆਂ ਭੁੱਲਾਂ ਦੀਆਂ ਮਾफ़ੀ ਮੰਗਦੇ ਹਾਂ। ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ, ਉਸ ਦੀ ਵੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।